हाँ जी गुरु प्यारे हो। हाँ जी वाहिगुरू जी का खालसा वाहिगुरू जी की फतेह। वाहिगुरू जी की फतेह जी। हाँ गग्गा साहब हुण आपां कर सकते हाँ हैं? जी हाँ जी कर सकते। अच्छा 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 मैं जिद्दां आपां डिसाइड कीता सीगा कि रब ते गुरबाणी हाँ विशा होवेगा अज दा। ठीक है। आपां इत्थे विचार तुहाडा कोई जानना चाहांगा मैं। हाँ मेरा पहला सवाल है गग्गा साहब तुहानूं ये कि की गुरबाणी मुताबिक रब है? गुरु साहब ने गुरु नानक साहब ने भगत साहबान ने मैं गुरबाणी ਦੇ ਸ਼ਬਦ ਬਹੁਤ ਨੋਟ ਕੀਤੇ ਹੋਏ ਨੇ ਹਾਂਜੀ ਤੇ ਤੁਹਾਡੇ ਸਾਹਮਣੇ ਰੱਖ ਦੇਵਾਂਗਾ ਤਾਂ ਕਿ ਹੋਰਨਾਂ ਜਿਹੜੇ ਸਰੋਤੇ ਨੇ ਉਹਨਾਂ ਨੂੰ ਵੀ ਸਮਝ ਆ ਜਾਵੇ। ਉਹ ਕਹਿੰਦੇ ਨੇ ਕਿ ਸਾਨੂੰ ਪੂਰੀ ਤਰ੍ਹਾਂ ਉਹਦਾ ਪਤਾ ਨਹੀਂ ਹੈ, ਅਸੀਂ ਬਿਆਨ ਨਹੀਂ ਕਰ ਸਕਦੇ। ਰੱਬ ਐਡਾ ਵੱਡਾ ਹੈ, ਸਾਡੀ ਹਸਤੀ ਬਹੁਤ ਛੋਟੀ ਹੈ। ਇੱਥੋਂ ਤੱਕ ਮੈਂ ਕਹਿਣ ਤੇ ਮਜਬੂਰ ਹਾਂ ਕਿ ਦੁਨੀਆ ਦੇ ਵੱਡੇ ਵੱਡੇ ਜਿਹੜੇ ਮਹਾਂਪੁਰਖ ਧਰਮ ਦੇ ਜਿਹੜੇ ਆਗੂ ਹੋਏ ਨੇ ਉਹ ਵੀ ਰੱਬ ਬਾਰੇ ਇਕਸਾਰ ਜਿਹੜਾ ਵਿਚਾਰ ਨਹੀਂ ਰੱਖ ਸਕੇ। ਅੱਡੋ ਅੱਡ ਤਰ੍ਹਾਂ ਦੇ ਰੱਬ ਦੇ ਸਰੂਪ ਉਹਨਾਂ ਨੇ ਬਿਆਨ ਕੀਤੇ। ਅੱਛਾ ਯਾਨੀ ਕਿ ਤੁਸੀਂ ਇਹ ਮੰਨਦੇ ਹੋ ਕਿ ਗੁਰਬਾਣੀ ਮੁਤਾਬਕ ਰੱਬ ਹੈ? ਉਹ ਕਿਹੋ ਜਿਹਾ ਇਹ ਨਹੀਂ ਮੈਂ ਪੁੱਛਿਆ ਕਿਆ ਗੁਰੂ ਨਹੀਂ, ਉਹਦੇ ਗੁਰਬਾਣੀ ਨੇ ਕੋਈ ਦਾਵਾ ਨਹੀਂ ਕੀਤਾ ਵੀ ਰੱਬ ਬਾਰੇ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਬਈ ਜਿਹਦੇ ਬਾਰੇ ਬਿਆਨ ਨਹੀਂ ਕੀਤਾ ਜਾ ਸਕਦਾ ਉਹ ਹੈ ਨਾ? ਨਹੀਂ ਪਤਾ ਨਹੀਂ ਹੈ ਵੀ ਕਿਹਾ ਜਾਏ ਉਹਦੇ ਬਾਰੇ ਜਦੋਂ ਆਪਾਂ ਜਾਣਦੇ ਕੋਈ ਨਹੀਂ। ਆਪਾਂ ਤਾਂ ਮੈਂ ਇਹ ਕਹਿਣਾ ਹੁੰਦਾ ਆਪਣੇ ਸਰੀਰ ਬਾਰੇ ਆਮ ਮਨੁੱਖ ਅਸੀਂ ਨਹੀਂ ਜਾਣਦੇ, ਸਾਨੂੰ ਡਾਕਟਰ ਤੋਂ ਪੁੱਛਣਾ ਪੈਂਦਾ ਹੈ ਪਰ ਸਰੀਰ ਵੀ ਸਾਡੇ ਸਰੀਰ 'ਚ ਕੀ ਨੁਕਸ ਹੈ ਜਾਂ ਕੀ ਸਾਨੂੰ ਕਰਨਾ ਚਾਹੀਦਾ। ਇਸੇ ਤਰ੍ਹਾਂ ਆਲੇ ਦੁਆਲੇ ਪਿੰਡ ਬਾਰੇ, ਸ਼ਹਿਰ ਬਾਰੇ, ਪਰਿਵਾਰ ਬਾਰੇ, ਦੇਸ਼ ਬਾਰੇ, ਸਮਾਜ ਬਾਰੇ ਅਸੀਂ ਕਿੰਨਾ ਘੱਟ ਤੋਂ ਘੱਟ ਜਾਣਦੇ ਹਾਂ ਤੇ ਸਾਰੇ ਦੇ ਸਾਰੇ ਲੋਕ ਫੜਾ ਮਾਰਦੇ ਹਾਂ ਉਸ ਰੱਬ ਬਾਰੇ ਜਿਹਦੇ ਬਾਰੇ ਕੋਈ ਕੁਛ ਵੀ ਦੱਸ ਨਹੀਂ ਸਕਦਾ, ਨਾ ਕਿਸੇ ਨੇ ਦੇਖਿਆ ਅੱਜ ਤੱਕ। नहीं गुरु नानक साहब ने लिखा है, बल्कि गुरु साहबान ने लिखा है, नानक रचना प्रभ रची बहुबिध नानक प्रकार कि परमात्मा ने इस रचना नूं रचिया है और कई प्रकार नाल भांत भांत दे ढंग नाल रचिया है। यह गल तो गुरु साहब ने कही है ना। ਇੱਥੇ ਨਾ ਤੁਹਾਨੂੰ ਮੈਂ ਇੱਕ ਸ਼ਬਦ ਜਿਹੜਾ ਕਿ 14 ਪੰਨੇ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਸੰਖੇਪ ਦੇ ਵਿੱਚ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਿਆ। ਪਹਿਲੇ ਤੁਸੀਂ ਇਸ ਪੰਕਤੀ ਦਾ ਦੱਸੋ ਨਾ, ਮਤਲਬ ਥੋੜਾ ਜਿਹਾ ਮੈਨੂੰ। ਕੀ ਇਹੀ ਦੱਸਣ ਲੱਗਿਆ ਨਾ, ਜਦੋਂ ਇਹਦਾ ਮਤਲਬ ਗੁਰੂ ਸਾਹਿਬ ਦੀ ਰਚਨਾ ਦੇ ਵਿੱਚ ਜਾਂ ਵਿਚਾਰਾਂ ਦੇ ਵਿੱਚ ਆਪਾਂ ਟਕਰਾਓ ਨਹੀਂ ਮੰਨ ਸਕਦੇ ਤੇ ਉਹਨਾਂ ਨੂੰ ਇਕਸਾਰਤਾ ਮੰਨਣਾ ਪਊਗਾ। ਮੈਂ ਤਾਂ ਹੀ ਕਹਿਣਾ ਵੀ ਜੇ ਉਹਨਾਂ ਨੇ ਇਸ ਤਰ੍ਹਾਂ ਕਹਿ ਦਿੱਤਾ ਵੀ ਤੂੰ ਧਰਤੀ ਰਚੀ ਹੈ ਜਾਂ ਸਾਰੀ ਸ੍ਰਿਸ਼ਟੀ ਰਚੀ ਹੈ ਤਾਂ ਦੂਜੀ ਥਾਵਾਂ ਤੇ ਜਾ ਕੇ ਇਹ ਵੀ ਕਹਿ ਦਿੱਤਾ ਕਿ ਉਹ ਪਤਾ ਨਹੀਂ ਤੂੰ ਕਿਹਾ ਜਾਂ ਤੇ ਕਿਵੇਂ ਰਚ ਦਿੱਤੀ, ਮੈਨੂੰ ਕੋਈ ਪਤਾ ਨਹੀਂ ਇਹਦੇ ਬਾਰੇ। ਬਈ ਉਹਨੂੰ ਸੰਬੋਧਨ ਤੇ ਕੀਤਾ ਨਾ ਬਈ ਤੂੰ ਕੀ ਹੋ ਜਾਏ ਤੇਰਾ ਮੈਨੂੰ ਜਿਹੜਾ 33 ਕਰੋੜ ਦੇਵੀ ਦੇਵਤਿਆਂ ਤੋਂ ਮੋੜ ਕੇ ਇੱਕ ਤੇ ਲੈ ਆਉਣਾ, ਪਹਿਲੀ ਗੱਲ ਤਾਂ ਇਹ ਬਹੁਤ ਵੱਡੀ ਸਿਆਣਪ ਦੀ ਗੱਲ ਸੀ। ਤੇ ਉਹਦੇ ਬਾਰੇ ਵੀ ਇਹੀ ਆਖਿਆ ਕਿ ਉਹਦੇ ਬਾਰੇ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਜਨਮ ਨਹੀਂ ਲੈਂਦਾ। ਅਸੀਂ ਆਮ ਹੀ ਕਹਿੰਦੇ ਆ ਕਿ ਉਹ ਅਕਾਲ ਮੂਰਤ ਹੈ, ਉਹ ਜਨਮ ਮਰਨ ਤੋਂ ਰਹਿਤ ਹੈ ਤੇ ਉਹਦੀ ਕੋਈ ਮੂਰਤੀ ਨਹੀਂ ਬਣਾਈ ਜਾ ਸਕਦੀ। ਤੇ ਸਾਰਾ ਰੋਜ਼ਾਨਾ ਤਾਂ ਆਪਾਂ ਮੰਨੀ ਜਾਂਦੇ ਹਾਂ। ਘੱਗਾ ਸਾਹਿਬ ਦੇਖੋ, ਤੁਸੀਂ ਪਿਛਲੇ ਇੰਟਰਵਿਊ ਦੇ ਵਿੱਚ ਨਾ ਦੋ ਥਾਂ ਤੇ 1-2 ਮਿੰਟ ਤੇ 35 ਸਕਿੰਟ ਦੇ ਉੱਪਰ ਤੁਸੀਂ ਇਹ ਗੱਲ ਕਹੀ ਹੈ ਕਿ ਗੁਰੂ ਸਾਹਿਬ ਨੇ ਇਹ ਕਿਹਾ ਹੈ ਕਿ ਭਾਈ ਔਖੇ ਵੇਲੇ ਤੁਸੀਂ ਰੱਬ ਨੂੰ ਯਾਦ ਕਰਿਆ ਕਰੋ। ਹਾਂ ਤਾਂ ਕਿਹਾ ਵੀ ਜਦੋਂ ਕੋਈ ਹੋਰ ਚਾਰਾ ਨਹੀਂ ਹੈ, ਉਦੋਂ ਸਾਡੀ ਕੋਈ ਰਾਖੀ ਕਰਨ ਵਾਲਾ ਨਹੀਂ ਹੈ। ਆਪਣੇ ਮਨ ਨੂੰ ਧਰਵਾਸ ਦੇਣ ਵਾਸਤੇ ਅੱਡੋ ਅੱਡ ਤਰ੍ਹਾਂ ਦੇ ਰੱਬ ਦੁਨੀਆ ਨੇ ਜਿਹੜੇ ਕਲਪੇ ਹੋਏ ਨੇ ਉਹਨਾਂ ਨੂੰ ਯਾਦ ਕਰਦੇ ਨੇ। ਸਾਨੂੰ ਨਿਰੰਕਾਰ ਬਾਰੇ, ਆਪਣੇ ਆਪ ਨੂੰ ਜਿਹੜਾ ਸਾਡੇ ਅੰਦਰ ਵੱਸਦਾ ਉਹਨੂੰ ਹੌਸਲਾ ਦੇਣ ਵਾਸਤੇ ਇਹ ਗੱਲ ਆਖੀ। ਠੀਕ ਹੈ ਜੀ। ਫਿਰ ਤੁਸੀਂ 24 ਮਿੰਟ ਦੇ ਬਾਰੇ ਗੱਲ ਕਹੀ, 24 ਮਿੰਟ 10 ਸਕਿੰਟ ਤੇ ਇਹਨਾਂ ਚੱਕਰਾਂ 'ਚ ਪੈਣ ਦਾ ਫਾਇਦਾ ਕੋਈ ਨਹੀਂ ਵੀ 24 ਮਿੰਟ ਕੇ 25 ਮਿੰਟ। ਜਿਹੜਾ ਕਲੀਅਰ ਕੱਟ ਮੋਟੀ ਗੱਲ ਹੈ ਉਹ ਇਹ ਹੈ ਕਿ ਮੈਂ ਇਹ ਤੁਹਾਨੂੰ ਬੇਨਤੀ ਕਰ ਰਿਹਾ ਕਿ ਗੁਰੂ ਸਾਹਿਬ ਨੇ ਜਾਂ ਦੁਨੀਆ ਦੇ ਮਹਾਂਪੁਰਖਾਂ ਨੇ ਰੱਬ ਦਾ ਇਕਸਾਰ ਵਿਰਾਟ ਰੂਪ ਕਿਉਂ ਬਿਆਨ ਨਹੀਂ ਕੀਤਾ ਕਿ ਉਹ ਇਹੋ ਜਿਹਾ ਹੁੰਦਾ। ਉਹਨਾਂ ਦੇ ਆਪਸ ਦੇ ਵਿੱਚ ਮਤਭੇਦ ਕਿਉਂ ਨੇ ਜਿਹੜੇ ਮਹਾਂਪੁਰਖਾਂ ਦੇ? ਗੁਰਬਾਣੀ ਸਾਡੀ ਇਕਸਾਰਤਾ ਕਿਵੇਂ ਆ ਸਕਦੀ ਹੈ? ਤੁਸੀਂ ਬਾਕੀਆਂ ਨੂੰ ਵਿੱਚ ਨਾ ਲਿਆਓ ਘੱਗਾ ਸਾਹਿਬ, ਮੈਂ ਗੁਰਬਾਣੀ ਤੇ ਰੱਬ ਜਿਹੜਾ ਨਾ ਇਹ ਟੌਪਿਕ ਆ ਇਹਦਾ। ਮੈਂ ਇਸੇ ਕਰਕੇ ਕਹਿ ਰਿਹਾ, ਉਹ ਵੀ ਕਹਿੰਦੇ ਨੇ ਕਿ ਸਾਡੇ ਕੋਲੇ ਅਸਲੀ ਰੱਬ ਹੈਗਾ ਤੇ ਸਿੱਖਾਂ ਨੇ ਵੀ ਉਹੀ ਗੱਲ ਪਕੜ ਲਈ ਕਿ ਅਸਲੀ ਰੱਬ ਸਾਡੇ ਕੋਲੇ ਹੈ। ਇਹ ਦੇਖੋ ਨਾ, ਸਿੱਖਾਂ ਨੇ ਨਹੀਂ, ਗੁਰੂ ਸਾਹਿਬ ਦਾ ਤੁਸੀਂ ਉਦਾਹਰਨ ਦਿੱਤਾ। ਤੁਸੀਂ ਕਿਹਾ ਕਿ ਪ੍ਰਮਾਤਮਾ ਬ੍ਰਹਮ ਗਿਆਨੀ ਸ਼ਬਦ ਪ੍ਰਮਾਤਮਾ ਵਾਸਤੇ ਵੀ ਆਇਆ ਹੈ ਔਰ ਤੁਸੀਂ ਇਹਦਾ ਹਵਾਲਾ ਦਿੰਦੇ ਹੋਏ ਇਹ ਸ਼ਬਦ ਬੋਲਿਆ ਬਾਣੀ ਦਾ, ਬ੍ਰਹਮ ਗਿਆਨੀ ਸਗਲ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਤਾ। 24 ਤੇ 10 ਘੰਟੇ ਤੁਸੀਂ ਪਿਛਲੇ ਇੰਟਰਵਿਊ 'ਚ ਗੱਲ ਮੰਨੀ ਹੈ, ਕਹੀ ਹੈ। ਤੁਸੀਂ ਗੁਰਬਾਣੀ ਦੀ ਗੱਲ ਕਰੋ, ਬਾਕੀ ਧਰਮਾਂ ਨੂੰ ਆਪਾਂ ਨਾ ਲਈਏ ਵਿੱਚ। ਨਹੀਂ, ਇਹਦੇ ਵਿੱਚ ਫਿਰ ਮੈਂ ਇਹੀ ਕਹਿ ਰਿਹਾ, ਜਿਹੜੇ ਗੁਰੂ ਸਾਹਿਬ ਇਹ ਬਾਰ-ਬਾਰ ਕਹਿੰਦੇ ਨੇ ਕਿ ਉਹ ਤਾਂ ਸਾਡੇ ਅੰਦਰ ਹੀ ਵਸਦਾ ਹੈ ਤੇ ਉਹਦਾ ਕਿੱਧਰ ਭੇਜਣਗੇ ਉਹਨੂੰ ਜਿਹੜਾ ਅੰਦਰ ਵਸਦਾ ਸਾਡੇ? ਭਾਵ ਕਿ ਉਹਦਾ ਨਿਯਮ, ਉਹਦੀ ਜੋਤ, ਉਹਦੇ ਅਸੂਲ ਉਹ ਸਾਡੇ ਅੰਦਰ ਮੌਜੂਦ ਨੇ। ਅਸੀਂ ਕਰਨਾ ਸਾਰਾ ਕੁਝ ਜਿਹੜਾ ਕਰਨਾ। ਇਹ ਅਸੂਲ ਕਿਸ ਦੇ ਅਸੂਲ?
ਜਿਹੜਾ ਸਾਡਾ ਸਰੀਰ ਕਿਵੇਂ ਬਣਿਆ, ਇੱਕ ਨਿੱਕੇ ਜਿਹੇ ਜੀਵ ਤੋਂ, ਇੱਕ ਨਿੱਕੇ ਜਿਹੇ ਦਾਣੇ ਤੋਂ, ਸਪਰਮ ਤੋਂ ਸਾਡਾ ਸਰੀਰ ਕਿਵੇਂ ਬਣ ਗਿਆ, ਕੋਈ ਦੱਸ ਨਹੀਂ ਸਕਦਾ। ਨਹੀਂ ਸਾਡੇ ਸਰੀਰ ਨੇ ਕੰਮ ਕਿਵੇਂ ਕਰਨਾ ਹੈ, ਕੋਈ ਇਹ ਅੱਗੋਂ ਜਾ ਕੇ ਫਿਰ ਸਿੱਖਿਆ ਲੈ ਕੇ ਅਸੀਂ ਫਿਰ ਸ਼ੁਰੂ ਕਰਦੇ ਹਾਂ। ਉਂਗਲਾਂ ਇੰਨੀਆਂ ਹੀ ਲੰਮੀਆਂ ਕਿਉਂ ਨੇ, ਚਮੜੀ ਦੀਆਂ ਅੱਖਾਂ, ਕੈਮਰਾ ਕਿਵੇਂ ਬਣ ਗਈਆਂ। ਘੱਗਾ ਸਾਹਿਬ, ਮੇਰਾ ਸਵਾਲ ਤੇ ਤੁਸੀਂ ਪਹਿਲਾਂ ਵੀ ਸਰ ਸਮਝੋ, ਮੇਰੀ ਬੇਨਤੀ ਰਿਕੁਐਸਟ ਹੈ। ਮੈਂ ਤੁਹਾਨੂੰ ਸਿਰਫ ਇੰਨਾ ਪੁੱਛਿਆ ਕਿ ਕੀ ਗੁਰਬਾਣੀ ਮੁਤਾਬਕ ਰੱਬ ਹੈ, ਮੈਂ ਇਹ ਨਹੀਂ ਪੁੱਛਿਆ ਕਿਹੋ ਜਿਹਾ ਹੈ। ਰੱਬ ਬਾਰੇ ਮੈਂ ਤਾਂ ਇਹੀ ਕਹਿ ਰਿਹਾ ਬਾਰ-ਬਾਰ ਤੁਹਾਨੂੰ ਕਿ ਗੁਰਬਾਣੀ ਜਿਹੜੀਆਂ ਇਹ ਪੰਕਤੀਆਂ ਆਉਂਦੀਆਂ ਨੇ ਕਿ ਸਾਰੇ ਦੇ ਸਾਰੇ ਕੋਟ ਕੋਟੀ ਮੇਰੀ ਆਰਜਾ, ਪਵਨ ਪੀਣੇ ਪਿਆਓ, ਮੇਰੀ ਕਰੋੜਾਂ ਸਾਲ ਉਮਰ ਹੋ ਜਾਵੇ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਮੈਂ ਹਵਾ ਹੀ ਖਾਵਾਂ ਪੀਵਾਂ, ਹੋਰ ਕੁਝ ਨਾ ਖਾਵਾਂ ਪੀਵਾਂ। ਚੰਦ ਸੂਰਜ ਦੋਈ ਗੁਫਾ ਨਾ ਦੇਖਾਂ, ਸੁਪਨਾ ਸੌਣ ਨਾ ਥਾਉ, ਇੰਨਾ ਡੂੰਘਾ ਮੈਂ ਕਿਸੇ ਭੋਰੇ ਦੇ ਵਿੱਚ ਉਤਰ ਜਾਵਾਂ, ਚੰਦ ਸੂਰਜ ਨਾ ਦੇਖਣ, ਨਾ ਕਦੀ ਮੈਂ ਸੌਵਾਂ, ਪਰ ਤੇਰੇ ਬਾਰੇ ਮੈਂ ਨਹੀਂ ਦੱਸ ਸਕਦਾ। ਭੀ ਤੇਰੀ ਕੀਮਤ ਨਾ ਪਵੈ, ਹਉ ਕੇਵੜ ਆਖਾਂ ਨਾਉ। ਅੱਗੇ ਸਾਚਾ ਨਿਰੰਕਾਰ ਨਿਜ ਥਾਏ, ਸੁਣ ਸੁਣ ਆਖਣ ਵੇਖਣਾ, ਜੇ ਭਾਵੈ ਕਰੇ ਤਮਾਏ। ਉਹ ਕਿੱਡਾ ਕਾ ਵੱਡਾ ਨਿਰਆਕਾਰ, ਸੁਣ ਸੁਣ ਕੇ ਸਾਰੇ ਲੋਕ ਆਖੀ ਜਾਂਦੇ ਨੇ ਏਦਾਂ ਦਾ ਹੁੰਦਾ, ਏਦਾਂ ਦਾ ਹੁੰਦਾ। ਗੁੱਸਾ ਕੱਟਿਆ ਵਾਰ-ਵਾਰ ਮੇਰੇ ਸਰੀਰ ਦੀ, ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਟੁਕੜੇ ਟੁਕੜੇ ਕਰ ਲਏ ਜਾਣ, ਘਾਹ ਵਾਂਗੂ ਉਹਨੂੰ ਪੀਸ ਲਿਆ ਜਾਵੇ, ਅੱਗ ਦੇ ਵਿੱਚ ਸਾੜ ਦਿੱਤਾ ਜਾਵੇ। ਭਸਮੀ ਸੇਤੀ ਜਾਲੀ ਹੈ, ਅੱਗੀ ਸੇਤੀ ਜਾਲੀਆਂ, ਭਸਮ ਸੇਤੀ ਰਲ ਜਾਓ, ਮਿੱਟੀ ਘੱਟੇ 'ਚ ਮੈਂ ਰੁਲ ਜਾਵਾਂ, ਪਰ ਭੀ ਤੇਰੀ ਕੀਮਤ ਨਾ ਪਵੈ, ਹਉ ਕੇਵੜ ਆਖਾਂ ਨਾਉ। ਇਸੇ ਤਰ੍ਹਾਂ ਪੰਖੀ ਹੋਏ ਕਾ, 2 ਲਾਈਨਾਂ ਰਹਿ ਗਈਆਂ ਜੀ ਬਸ। ਪੰਖੀ ਹੋਏ ਕਾ ਜੇ ਭਵਾਂ, ਸਹਿ ਅਸਮਾਨਾਂ ਜਾਉ। ਜੇ ਮੈਂ ਪੰਛੀ ਬਣ ਕੇ ਅਨੇਕਾਂ ਉੱਚੇ ਅਸਮਾਨਾਂ ਤੇ ਚਲਾ ਜਾਵਾਂ ਤੈਨੂੰ ਲੱਭਣ ਵਾਸਤੇ, ਮੈਂ ਨਦਰੀ ਕਿਸੇ ਆਵੂੰ, ਨਾ ਕੁਛ ਪੀਆਂ ਨਾ ਖਾऊं, ਕਿਸੇ ਨੂੰ ਨਾ ਦੱਸਾਂ, ਮੈਂ ਨਾ ਕੁਝ ਖਾਵਾਂ ਪੀਵਾਂ। ਭੀ ਤੇਰੀ ਕੀਮਤ ਨਾ ਪਵੈ, ਹਉ ਕੇਵੜ ਆਖਾਂ ਨਾਉ। ਤੇਰੇ ਬਾਰੇ ਮੈਂ ਫਿਰ ਵੀ ਨਹੀਂ ਜਾਣ ਸਕਦਾ। ਮਤਲਬ ਨਾਨਕ ਕਾਗਦ ਲੱਖ ਮਣਾ, ਲੱਖਾਂ ਮਣ ਕਾਗਜ਼ ਹੋਣ, ਪੜ ਪੜ ਕੀਜੈ ਭਾਓ, ਮੈਂ ਲਗਾਤਾਰ ਪੜ੍ਹਦਾ ਰਵਾਂ, ਗਿਆਨ ਹਾਸਲ ਕਰਦਾ ਰਵਾਂ। ਮੱਸੂ ਤੋਟ ਨਾ ਆਵਈ, ਲੇਖਣ ਪਾਉਣ ਚਲਾਓ, ਸ਼ਾਹੀ ਦੀ ਕਦੇ ਤੋਟ ਨਾ ਆਵੇ, ਮੇਰੀ ਕਲਮ ਹਵਾ ਵਾਂਗੂ ਚੱਲੇ, ਪਰ ਫਿਰ ਵੀ ਭੀ ਤੇਰੀ ਕੀਮਤ ਨਾ ਪਵੈ, ਹਉ ਕੇਵੜ ਆਖਾਂ ਨਾਉ। ਮੈਂ ਤੇਰੇ ਬਾਰੇ ਨਹੀਂ ਦੱਸ ਸਕਦਾ। ਮਤਲਬ ਇੰਨੀਆਂ ਗੱਲਾਂ ਗੁਰੂ ਨਾਨਕ ਸਾਹਿਬ ਨੇ ਬੇਅੰਤ ਥਾਵਾਂ ਤੇ ਲਿਖੀਆਂ ਹੋਈਆਂ ਨੇ। ਮੈਂ ਹੋਰ ਵੀ ਸ਼ਬਦ ਬਹੁਤ ਨੋਟ ਕੀਤੇ ਹੋਏ। ਮਤਲਬ ਕਿ ਰੱਬ ਨੂੰ ਸੰਬੋਧਨ ਹੋ ਕੇ ਗੱਲਾਂ ਕਹਿ ਰਹੇ ਹੈ ਨਾ ਵੀ। ਇਹ ਹੁਣ ਐਂ ਦੱਸੋ, ਕੋਈ ਸਿੰਬਲ ਦੇ ਤੌਰ ਤੇ ਤਾਂ ਮੰਨਣਾ ਹੀ ਪਊਗਾ ਕਿ ਕਿਸੇ ਨੂੰ ਗੱਲ ਕਹਿ ਰਹੇ ਨੇ, ਪਰ ਉਹ ਕਹਿ ਰਹੇ ਨੇ ਬਾਰ-ਬਾਰ ਕਿ ਮੈਂ ਤੇਰੇ ਬਾਰੇ ਦੱਸ ਨਹੀਂ ਸਕਦਾ, ਮੈਂ ਤੇਰੇ ਬਾਰੇ ਦੱਸ ਨਹੀਂ ਸਕਦਾ। ਤੇ ਕਿਸੇ ਵਾਸਤੇ ਹੀ ਕਹਿ ਰਹੇ ਨਾ, ਤੁਹਾਡੇ ਵਾਸਤੇ ਥੋੜੀ ਕਹਿ ਰਹੇ ਕਿ ਮੈਂ ਘੱਗਾ ਸਾਹਿਬ ਵਾਸਤੇ ਕੁਝ ਨਹੀਂ ਦੱਸ ਸਕਦਾ, ਕਿਸੇ ਵਾਸਤੇ ਕਹਿ ਰਹੇ ਨਾ। ਨਹੀਂ, ਮੈਂ ਇਹੀ ਕਹਿ ਰਿਹਾ ਕਿ ਜਿਹੜੇ ਬਾਰੇ ਆਪਾਂ ਦੱਸ ਹੀ ਨਹੀਂ ਸਕਦੇ ਉਹਦੇ ਬਾਰੇ ਗੱਲ ਹੀ ਕਿਉਂ ਛੇੜੀਏ। ਤੇ ਫਿਰ ਉਹਨਾਂ ਛੇੜੀ ਕਿਉਂ, ਗੁਰਬਾਣੀ 'ਚ ਗੱਲ ਕਿਉਂ ਛੇੜੀ ਜਿਹੜੀ ਤੁਸੀਂ ਇੰਨੀ ਲੰਬੀਆਂ ਪੰਕਤੀਆਂ ਬੋਲੀਆਂ, ਤੇ ਉਸੇ ਬਾਰੇ ਗੱਲ ਕਹਿ ਰਹੇ ਨਾ ਗੁਰੂ ਸਾਹਿਬ, ਉਸੇ ਬਾਰੇ ਕਹਿ ਰਹੇ ਨੇ। ਉਹ ਇਸੇ ਕਰਕੇ ਸਾਨੂੰ ਸਮਝਾ ਰਹੇ ਨੇ ਕਿ ਇਹਦੇ ਬਾਰੇ ਦੱਸਿਆ ਨਹੀਂ ਜਾ ਸਕਦਾ। ਜਦੋਂ ਮੈਂ ਨਹੀਂ ਦੱਸ ਸਕਦਾ ਤੁਸੀਂ ਕੀ ਦੱਸੋਗੇ। ਤੇ ਉਹਨਾਂ ਨੇ ਕਿਹਾ ਵੀ ਉਹਦੀ ਗੱਲ ਨਾ ਕਰੋ। ਨਹੀਂ, ਆਹ ਦੇਖੋ ਆਪ ਹੀ ਕਹਿ ਰਹੇ ਨੇ ਗੁਰੂ ਨਾਨਕ ਸਾਹਿਬ ਕਿ ਮੈਂ ਤਾਂ ਦੱਸ ਹੀ ਨਹੀਂ ਸਕਦਾ। ਕਿਹਦੇ ਬਾਰੇ ਨਹੀਂ ਦੱਸ ਸਕਦਾ? ਰੱਬ ਬਾਰੇ। ਰੱਬ ਬਾਰੇ ਨਹੀਂ ਦੱਸ ਸਕਦਾ ਤੂੰ, ਤੇਰਾ ਕਹਿ ਕੇ ਸੰਬੋਧਨ ਕਰ ਰਹੇ ਨੇ। ਤੂੰ ਕਹਿ ਕੇ ਰੱਬ ਨੂੰ ਕਹਿ ਰਹੇ ਨਾ। ਉਹ ਇਹ ਗੱਲ ਵੀ ਤੇ ਗੁਰੂ ਸਾਹਿਬ ਨੇ ਕਹੀ ਹੈ ਨਾ, ਵਾਹਿਗੁਰੂ ਸਭ ਤੇਰੀ ਰਚਨਾ, ਮਹਲਾ 5ਵਾਂ ਨੇ ਕਿਹਾ ਵਾਹਿਗੁਰੂ। ਉਹ ਪਿਆਰੇ ਜੀਓ, ਇਹ ਜਿਹੜੇ ਵਾਹਿਗੁਰੂ ਸਭ ਤੇਰੀ ਰਚਨਾ, ਇਹ ਬਹੁਤ ਕੁਛ ਹੈਗਾ ਹੈ। ਇੱਕ ਪੰਕਤੀ ਨਾਲ ਤੁਸੀਂ ਲੈ ਲਈ, ਮੈਂ ਪੂਰਾ ਸ਼ਬਦ ਸਾਹਮਣੇ ਰੱਖ ਰਿਹਾ ਤੇ ਰੱਬ ਦਾ ਸਰੂਪ ਜਿਹੜਾ ਵਿਰਾਟ ਬੇਅੰਤ ਹੈ, ਜੇ ਮੈਂ ਉਹ ਤੁਹਾਡੇ ਸਾਹਮਣੇ ਰੱਖ ਦੇਵਾਂ, ਸੁਣਨ ਵਾਲੇ ਸਰੋਤੇ ਸਾਰੇ ਹੱਕੇ ਬੱਕੇ ਰਹਿ ਜਾਣਗੇ। ਇਹੋ ਜਿਹੇ ਰੱਬ ਨੂੰ ਕਿਵੇਂ ਕੋਈ ਬਿਆਨ ਕਰੂਗਾ। ਆਓ ਕਲੰਦਰ ਕੇਸਵਾ ਕਰ ਅਬਦਾਲੀ ਭੇਸਵਾ, 1167 ਪੰਨੇ ਤੇ ਜੇ ਆਖੋ ਤਾਂ ਸਾਰੇ ਦੇਸ਼ ਅਰਥ ਕਰ ਦੇਣਾ। ਸਾਹਿਬ ਤੁਸੀਂ, ਮੇਰਾ ਪਹਿਲਾ ਸਵਾਲ ਹੀ ਇਹ ਸੀਗਾ, ਮੈਂ ਕਲੀਅਰ ਵੀ ਕੀਤਾ ਹੈ ਕਿ ਇਹ ਦੱਸੋ ਕਿ ਗੁਰਬਾਣੀ ਰੱਬ ਨੂੰ ਮੰਨਦੀ ਹੈ ਕਿ ਨਹੀਂ ਮੰਨਦੀ। ਮੈਂ ਤੇ ਇਹ ਕਿਹਾ ਹੀ ਨਹੀਂ ਕਿ ਗੁਰਬਾਣੀ ਰੱਬ ਨੂੰ ਕਿਵੇਂ ਬਿਆਨ ਕਰਦੀ ਹੈ, ਤੇ ਮੈਂ ਪੁੱਛਿਆ ਹੀ ਨਹੀਂ, ਤੁਸੀਂ ਬਿਆਨ ਦੱਸ ਰਹੇ ਹੋ। ਰੱਬ ਦਾ ਸਰੂਪ ਲੱਭਣਾ ਪਊਗਾ ਜੀ ਸਾਨੂੰ। ਰੱਬ ਨੂੰ, ਗੁਰਬਾਣੀ ਨੇ ਰੱਬ ਦਾ ਸਰੂਪ ਕਿਹੋ ਜਿਹਾ ਬਿਆਨ ਕੀਤਾ ਹੈ। ਦੁਨੀਆ ਨੇ ਇੱਥੋਂ ਤੱਕ ਗੁਰਬਾਣੀ ਦੇ ਵਿੱਚ ਲਿਖਿਆ, ਸੋ ਮੁਖ ਜਲੋ ਜਿਤ ਕਹੈ ਠਾਕੁਰ ਜੋਨੀ। ਬਿਲਕੁਲ, ਕਿਹੜਾ ਠਾਕੁਰ? ਜਿਹੜਾ ਰੱਬ ਨੂੰ ਕਹਿੰਦਾ ਉਹ ਜਨਮ ਲੈਂਦਾ, ਛੱਡ ਜਾਵੇ ਉਹ ਮੂੰਹ, ਅੱਗ ਪਵੇ ਉਸ ਮੂੰਹ ਦੇ ਵਿੱਚ। ਜਨਮ ਲੈਣ ਦੀ ਗੱਲ ਤੇ ਅਸੀਂ ਕੀਤੀ ਨਹੀਂ ਵੀ ਜਨਮ ਲੈਂਦਾ ਕਿ ਨਹੀਂ ਕੀਤਾ, ਤੂੰ ਸਵਾਲ। ਫਿਰ ਜਦੋਂ ਜਨਮ ਨਹੀਂ ਲੈਂਦਾ ਫਿਰ ਉਹ ਰੱਬ ਹੈ ਕਿੱਥੇ ਬੈਠਾ? ਮੈਂ ਉਹੀ ਤੇ ਕਹਿੰਦਾ ਕਿ ਕਿਆ ਗੁਰਬਾਣੀ 'ਚ ਰੱਬ ਦੀ ਗੱਲ, ਗੁਰਬਾਣੀ ਰੱਬ ਨੂੰ ਮੰਨਦੀ ਹੈ? ਮੈਂ ਤਾਂ ਹੀ ਤਾਂ ਪੁੱਛ ਰਿਹਾ ਤੁਹਾਨੂੰ। ਅਟਲ ਨਿਯਮ ਦੀਆਂ ਗੱਲਾਂ ਹੋ ਰਹੀਆਂ ਨੇ, ਉਹ ਸਾਡੇ ਅੰਦਰ ਵੀ ਨਿਯਮ ਚੱਲ ਰਿਹਾ, ਸ੍ਰਿਸ਼ਟੀ ਵਿੱਚ ਵੀ ਚੱਲ ਰਿਹਾ। ਸੂਰਜ ਨੇ ਕਿੰਨੇ ਵਜੇ ਚੜ੍ਹਨਾ ਹੈ, ਰੱਬ ਇਹਨੂੰ ਘੜੀ ਵਾਂਗੂ ਨਾ ਤਾਂ ਇਹਦੇ 'ਚ ਸੈੱਲ ਪਾਉਂਦਾ ਤੇ ਨਾ ਇਹਨੂੰ ਚਾਬੀ ਦੇ ਕੇ ਛੱਡਦਾ। ਇਹ ਪੱਕੇ ਵੱਜਵੇਂ ਨਿਯਮ ਨੇ, ਲਗਾਤਾਰ ਚੱਲ ਰਹੇ ਨੇ। ਇਹ ਕਿੰਨੇ ਬਣਾਏ ਨੇ?
ਇਹ ਕਿਸੇ ਦਾ ਕੋਈ ਪਤਾ ਨਹੀਂ। ਸਾਡੀ ਹਸਤੀ ਬਹੁਤ ਮਾਮੂਲੀ ਹੈ। ਅਸੀਂ ਇੰਨੀਆਂ ਵੱਡੀਆਂ ਗੱਲਾਂ ਕਦੀ ਵੀ ਵਿਗਿਆਨੀਆਂ ਨੇ ਇਸੇ ਜਿਹੜੇ ਆ ਰੱਬ ਬਾਰੇ ਕਦੇ ਤਾਂ ਹੀ ਪੰਗਾ ਨਹੀਂ ਲਿਆ ਕਿ ਇਹਦੇ ਬਾਰੇ ਦੱਸਿਆ ਨਹੀਂ ਜਾ ਸਕਦਾ। ਤੇ ਜਿਹੜੇ ਧਰਮ ਦੇ ਠੇਕੇਦਾਰ ਨੇ ਉਹਨਾਂ ਨੇ ਰੱਬ ਦੇ ਜਿਹੜੇ ਇਹੋ ਜਿਹੇ ਗੁਣ ਔਗਣ ਬਿਆਨ ਕਰਕੇ ਤਰ੍ਹਾਂ ਤਰ੍ਹਾਂ ਦੇ ਰੱਬ ਸਾਡੇ ਸਾਹਮਣੇ ਪਰੋਸ ਦਿੱਤੇ। ਰੱਬ ਇਉਂ ਖੁਸ਼ ਹੁੰਦਾ ਹੈ, ਇਉਂ ਨਾਰਾਜ਼ ਹੁੰਦਾ ਹੈ, ਇਉਂ ਪਰਲੋ ਲਿਆਉਂਦਾ ਹੈ, ਇਉਂ ਉਹਦੀ ਪੂਜਾ ਕਰਨੀ ਹੈ। ਇਹ ਆਹ ਸਾਰੇ ਕੰਮ ਪੁਜਾਰੀਆਂ ਦੀਆਂ ਕਾਢਾਂ ਨੇ। ਅੱਛਾ, ਇਹ ਦੇਖੋ ਗੁਰੂ ਸਾਹਿਬ ਨੇ ਰੱਬ ਬਾਰੇ ਇੱਕ ਗੱਲ ਕਹੀ ਹੈ, ਰੂਪ ਨਾ ਰੇਖ ਨਾ ਰੰਗ ਕਿਛ ਤ੍ਰੈ ਗੁਣ ਦੀਏ ਪ੍ਰਭ ਭਿੰਨ। ਠੀਕ ਹੈ, ਹੁਣ ਗੁਰੂ ਸਾਹਿਬ ਨੇ ਕਹੀ ਹੈ ਨਾ, ਇਸ ਗੱਲ ਤੋਂ ਕਿਆ ਤੁਸੀਂ ਇਨਕਾਰੀ ਹੋ ਕਿ ਕਹੀ ਕਿ ਨਹੀਂ ਕਹੀ? ਇੱਥੇ ਇਹ ਸੋਚੋ ਜਿਹੜੇ ਦੇ ਬਾਰੇ ਜਿਹਦਾ ਰੂਪ ਨਹੀਂ, ਰੇਖ ਨਹੀਂ, ਰੰਗ ਨਹੀਂ, ਉਹਦੇ ਬਾਰੇ ਸਾਨੂੰ ਸਮਝਾ ਰਹੇ ਨੇ ਕਿ ਇਹਦੇ ਬਾਰੇ ਨਾ ਤੁਸੀਂ ਚੱਕਰਾਂ 'ਚ ਪਾਓ। ਜਿਹਦੇ ਬਾਰੇ ਰੂਪ ਰੰਗ ਰੇਖ ਹੈ ਹੀ ਨਹੀਂ ਉਹਨੂੰ ਦੱਸੋਗੇ ਕੀ ਤੁਸੀਂ? ਕਿੱਥੇ ਲਿਖਿਆ ਵੀ ਨਾ ਚੱਕਰਾਂ 'ਚ ਪਾਓ? ਉਹਨਾਂ ਤੇ ਸਾਨੂੰ ਦੱਸਿਆ ਕਿ ਰੂਪ ਨਾ ਰੇਖ ਨਾ ਰੰਗ ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ। ਪ੍ਰਭ ਤ੍ਰੈ ਗੁਣਾ ਤੋਂ ਭਿੰਨ ਹੈ, ਵੱਖਰਾ। ਹਾਂ, ਜਿਹੋ ਜਿਹੇ ਰੱਬ ਲੋਕਾਂ ਨੇ ਮਿੱਥੇ ਹੋਏ ਸੀ ਉਹਨਾਂ ਸਾਰਿਆਂ ਰੱਬਾਂ ਤੋਂ ਗੁਰੂ ਸਾਹਿਬ ਨੇ ਸਾਡਾ ਖਹਿੜਾ ਛਡਾਇਆ। ਤੇ ਇਹ ਜਿਹੜਾ ਰੱਬ ਤੁਹਾਡੇ ਅੰਦਰ ਪਛਾਣ ਹੈ, ਘਟ ਘਟ ਮੈਂ ਹਰ ਜੂ ਬਸੈ, ਇਹ ਸਾਰਾ ਇਬੈ ਬੀਠਲ ਉਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ, ਪਾਣੀ ਮੈਂ ਦੇਖ ਮੁਖ ਜੈਸਾ, ਨਾਮੇ ਕੋ ਸੁਆਮੀ ਬੀਠਲ ਐਸਾ। ਇੱਥੋਂ ਤੱਕ ਵੀ ਗੁਰਬਾਣੀ 'ਚ ਲਿਖਿਆ ਹੋਇਆ ਕਿ ਕਬੀਰ ਮਨ ਨਿਰਮਲ ਭਇਆ, ਜੈਸੇ ਗੰਗਾ ਨੀਰ ਪਾਛੈ ਲਾਗੋ ਹਰ ਫਿਰੈ, ਕਹਿਤ ਕਬੀਰ ਕਬੀਰ। ਅਸੀਂ ਰੱਬ ਨੂੰ ਭਾਲਣ ਨਹੀਂ ਜਾਣਾ, ਰੱਬ ਤਾਂ ਸਾਡੇ ਪਿੱਛੇ ਪਿੱਛੇ ਆਵਾਜ਼ਾਂ ਮਾਰਦਾ ਫਿਰਦਾ ਹੈ। ਬਲਕਿ ਹੈ ਉਹ ਹੈ ਇਹਦੇ ਚੱਕਰ 'ਚ ਕਾਹਨੂੰ ਪੈਣਾ? ਹੈ ਹੀ ਨਹੀਂ। ਜਦੋਂ ਜੇ ਇੰਨਾ ਛੋਟੀ ਚੀਜ਼ ਆ ਰੱਬ ਜਿਹੜਾ ਸਾਡੇ ਮਗਰ ਮਗਰ ਫਿਰੂਗਾ। ਤੁਸੀਂ ਗੱਲ ਹੀ ਅਜੀਬ ਕਰ ਰਹੇ ਹੋ। ਮੈਂ ਤੁਹਾਨੂੰ ਇਹ ਪੁੱਛ ਰਿਹਾ, ਜਦ ਲਿਖਿਆ ਬਾਣੀ 'ਚ ਰੂਪ ਨਾ ਰੰਗ ਨਾ ਰੇਖ ਕਿਛ, ਤੁਸੀਂ ਇੱਕ ਗੱਲ ਤੇ ਰੁਕ ਗਏ ਹੋ। ਮੈਂ ਤਾਂ ਹੀ ਤੁਹਾਨੂੰ ਕਹਿਣਾ ਇੱਕ ਗੱਲ ਤੇ ਰੁਕਿਆ ਨਾ ਕਰੋ, ਅੱਗੇ ਚੱਲੋ, ਹੋਰ ਗੱਲ ਕਰੋ। ਮੈਂ ਹੋਰ ਦੱਸਣਾ ਤੁਹਾਨੂੰ। ਹਾਂ, ਇਹ ਜਿਹੜਾ ਸੰਸਾਰ ਹੈ, ਇਸ ਗੱਲ ਨੂੰ ਤੁਸੀਂ ਮੰਨਦੇ ਹੋ ਕਿ ਸੰਸਾਰ ਤ੍ਰੈ ਗੁਣ ਵਿੱਚ ਵਰਤਦਾ? ਬਾਣੀ 'ਚ ਆਇਆ ਤ੍ਰੈ ਗੁਣ ਮੈਂ ਵਰਤੇ ਸੰਸਾਰ। ਸੰਸਾਰ ਕਿਵੇਂ ਵਰਤਦਾ, ਕਿੰਨੇ ਗੁਣ ਨੇ, ਇਹਦੇ ਬਾਰੇ ਆਪਣੀ ਬੁੱਧੀ ਹੈ ਜਿਹੜੀ ਬਹੁਤ ਸੀਮਤ ਹੈ। ਇੱਕ ਜਿਹੜੀ ਰਾਈ ਦੇ ਦਾਣੇ ਜਿੰਨੀ ਸੀਮਤ ਬੁੱਧੀ ਐਡੇ ਵੱਡੇ ਪਸਾਰੇ ਦਾ ਬਿਆਨ ਨਹੀਂ ਕਰ ਸਕਦੀ। ਯਾਨੀ ਕਿ ਤੁਹਾਨੂੰ ਰੱਬ ਦੇ ਬਾਰੇ ਕੱਖ ਨਹੀਂ ਪਤਾ? ਬਿਲਕੁਲ ਰੱਬ ਬਾਰੇ ਮੈਨੂੰ ਕੱਖ ਨਹੀਂ ਪਤਾ, ਸਿੱਧੀ ਗੱਲ ਹੈ, ਕੱਖ ਨਹੀਂ ਪਤਾ। ਜਦੋਂ ਕਿ ਗੁਰਬਾਣੀ ਕਹਿ ਰਹੀ ਹੈ ਕਿ ਕਿਸੇ ਬੰਦੇ ਨੂੰ ਵੀ ਇਹਦੇ ਬਾਰੇ ਪਤਾ ਨਹੀਂ ਹੈ। ਮੈਂ ਤੁਹਾਨੂੰ ਇੱਕ ਸ਼ਬਦ ਜਿਹੜਾ 1167 ਵਾਲਾ ਜੇ ਕਹੋ ਤਾਂ ਇੱਥੋਂ ਤੱਕ ਗੁਰਬਾਣੀ 'ਚ ਲਿਖਿਆ ਹੋਇਆ ਹੈ ਕਿ ਸਾਰੇ 56 ਕਰੋੜ ਬੱਦਲ ਉਹਦੇ ਕੱਪੜੇ ਨੇ, ਸਾਰੀ ਧਰਤੀ ਉਹਦੀਆਂ ਖੜਾਵਾਂ ਨੇ, ਸਾਰਾ ਆਕਾਸ਼ ਉਹਦੀ ਟੋਪੀ ਹੈ, ਸਾਰੇ ਜੀਵਾਂ ਦਾ ਸਰੀਰ ਚਮੜਾ ਇਹ ਉਹਦੇ ਰਹਿਣ ਦੀ ਥਾਂ ਹੈ, ਉਹਦਾ ਘਰ ਹੈ। ਇਹੋ ਜਿਹੇ ਰੱਬ ਨੂੰ ਕਿੱਥੋਂ ਲੱਭ ਲਓਗੇ ਜਾ ਕੇ? ਰਹਿਣ ਦੀ ਥਾਂ ਹੈ ਕਿਸ ਦੇ? ਰੱਬ ਦੀ। ਹਾਂਜੀ, ਕਿਸ ਦੇ ਰਹਿਣ ਦੀ ਥਾਂ ਹੈ? ਰੱਬ ਦੇ। ਜਿਹੜਾ ਰੱਬ ਆਪਾਂ ਕਲਪੀ ਬੈਠੇ ਆ ਵੀ ਮੇਰਾ ਤਾਂ ਰੱਬ ਨਾਮਦੇਵ ਜੀ ਕਹਿੰਦੇ ਨੇ ਏਡਾ ਵੱਡਾ ਹੈ, ਸਾਰੀ ਧਰਤੀ ਉਹਦੀਆਂ ਖੜਾਵਾਂ ਨੇ, ਉਹਦੀ ਜੁੱਤੀ ਹੈ। ਰੱਬ ਨੂੰ ਕਲਪ ਰਹੇ ਨੇ? ਐਡਾ ਵੱਡਾ ਰੱਬ ਹੈ ਕਿਤੇ? ਕੁਝ ਦਿਖਦਾ ਕਿ ਇਹੋ ਜਿਹਾ? ਜੁੱਤੀ ਧਰਤੀ ਸਾਰੀ ਜੁੱਤੀਆਂ ਹੋਣ ਉਹਦੀਆਂ। ਤੇ ਫਿਰ ਤੁਸੀਂ ਗੱਲ ਫਿਰ ਕਹਿ ਕਿਹਨੂੰ ਰਹੇ ਨੇ? ਤੂੰ ਠਾਕੁਰ ਪਹਿਲਾਂ ਇਹ ਦੱਸੋ ਮੈਨੂੰ, ਏਡਾ ਵੱਡਾ ਰੱਬ ਕਿੱਥੇ ਹੈ ਉਹ ਜਿਹੜੇ ਦਾ ਸਾਰਾ ਆਕਾਸ਼ ਉਹਦੀ ਟੋਪੀ ਹੋਵੇ ਤੇ ਧਰਤੀ ਉਹਦੀ ਜੁੱਤੀਆਂ ਖੜਾਵਾਂ ਹੋਣ, 56,000 ਬੱਦਲ ਉਹਦੇ ਕੱਪੜੇ ਹੋਣ? ਕੋਈ ਹੈ ਇਹ ਜਿਹਾ ਰੱਬ? ਜਿਹੜਾ ਮੈਂ ਸਵਾਲ ਪੁੱਛੇ ਨਹੀਂ ਤੁਸੀਂ ਉਹਨਾਂ ਦੇ ਆਨਸਰ ਦੇਈ ਜਾ ਰਹੇ ਹੋ। ਮੈਂ ਤੁਹਾਨੂੰ ਤਾਂ ਕਹਿ ਰਿਹਾ ਕਿ ਏਡੇ ਤੁਸੀਂ ਮੇਰੇ ਤੋਂ ਰੱਬ ਦਾ ਸਰੂਪ ਪੁੱਛ ਰਹੇ ਹੋ। ਮੈਂ ਤੁਹਾਨੂੰ ਦੱਸ ਰਿਹਾ ਏਡੇ ਵੱਡੇ ਰੱਬ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਪੁੱਛਿਆ ਹੀ ਨਹੀਂ ਇੱਕ ਗੱਗਾ ਸਾਹਿਬ, ਮੈਂ ਉਹ ਤੇ ਕਹਿ ਰਿਹਾ ਜਿਹੜਾ ਸਵਾਲ ਮੈਂ ਪੁੱਛਿਆ ਹੀ ਨਹੀਂ ਹੈ, ਤੁਸੀਂ ਤੇ ਜਵਾਬ ਦੇ ਵਿੱਚ 100 ਪੰਕਤੀਆਂ ਬੋਲ ਜਾਓਗੇ, ਉਹਦਾ ਕੀ ਫਾਇਦਾ? ਨਾ ਫਾਇਦਾ, ਗੁਰਬਾਣੀ ਤਾਂ ਸਾਡੇ ਵਾਸਤੇ ਫਾਇਦੇਮੰਦ ਹੈ, ਕਿਉਂ ਨਹੀਂ ਹੈ ਫਾਇਦਾ? ਮੈਂ ਤੁਹਾਨੂੰ ਇਹ ਪੁੱਛਿਆ ਕਿ ਕਿਆ ਗੁਰਬਾਣੀ ਮੁਤਾਬਕ ਰੱਬ ਹੈ ਕਿ ਨਹੀਂ ਹੈ? ਉਹ ਕਿੱਡਾ ਵੱਡਾ ਹੈ ਮੈਂ ਨਹੀਂ ਪੁੱਛਿਆ। ਨਹੀਂ, ਜੇ ਤੁਸੀਂ ਕਹਿੰਦੇ ਹੋ ਗੁਰਬਾਣੀ ਦੀ ਪੰਕਤੀਆਂ ਬੋਲਣ ਦਾ ਕੀ ਫਾਇਦਾ, ਫਿਰ ਆਪਾਂ ਕਾਹਨੂੰ ਗੱਲ ਕਰੀਏ ਗੁਰਬਾਣੀ ਦੀ? ਨਹੀਂ, ਮੈਂ ਕਿਹਾ ਕਿ ਤੁਸੀਂ ਉਹ ਰੈਫਰੈਂਸ ਨਾ ਦਿਓ ਜਿਹੜੇ ਮੈਂ ਸਵਾਲ ਪੁੱਛੇ ਹੀ ਨਹੀਂ ਹੈ, ਉਹਨਾਂ ਦਾ ਰੈਫਰੈਂਸ ਨਾ ਦਿਓ। ਨਹੀਂ, ਮੈਂ ਆਪਣਾ ਪੱਖ ਤੁਹਾਡੇ ਸਾਹਮਣੇ ਰੱਖਣਾ ਹੈ ਕਿ ਰੱਬ ਦਾ ਸਰੂਪ ਬਾਰੇ ਕੋਈ ਬੰਦਾ ਸਾਡੇ ਚੋਂ ਜਦੋਂ ਬਿਆਨ ਹੀ ਨਹੀਂ ਕਰ ਸਕਦਾ, ਫਿਰ ਆਪਾਂ ਕਾਹਨੂੰ ਐਵੇਂ ਜ਼ੋਰ ਲਾਈਏ ਤੇ ਕਿਹਨਾਂ ਕੰਮਾਂ ਤੇ? ਕੱਗਾ ਸਾਹਿਬ, ਮੈਂ ਗੁਰਬਾਣੀ ਦੇ ਮੁਤਾਬਕ, ਗੁਰਬਾਣੀ ਨੇ ਤੇ ਜ਼ੋਰ ਲਾਇਆ ਨਾ। ਹੁਣ ਤੁਸੀਂ ਗੁਰਬਾਣੀ ਦੀ ਪੰਕਤੀਆਂ ਤੇ ਬੈਨ ਤੇ ਨਹੀਂ ਨਾ ਲਾ ਸਕਦੇ, ਮੈਂ ਤੇ ਨਹੀਂ ਨਾ ਲਾ ਸਕਦਾ ਬੈਨ। ਜੋ ਗੁਰਬਾਣੀ ਦੇ ਰੱਬ ਲੋਕਾਂ ਨੇ ਆਪੋ ਆਪਣੀ ਮਰਜ਼ੀ ਦੇ ਮੁਤਾਬਕ, ਸਾਰੇ ਡੇਰੇਦਾਰਾਂ ਨੇ, ਸਾਰਿਆਂ ਨੇ, ਪ੍ਰਚਾਰਕਾਂ ਨੇ ਉਂਝ ਸਹਿਭੰਗ ਕਹਿ ਦਿੰਦੇ ਨੇ, ਪਰ ਉਹ ਗੁਰੂਆਂ ਨੂੰ ਵੀ ਕਹਿ ਦਿੰਦੇ ਨੇ। ਰੱਬ ਆਪ ਗੁਰੂ ਦੇ ਰੂਪ ਵਿੱਚ ਧਰਤੀ ਤੇ ਪ੍ਰਗਟ ਹੋਇਆ, ਇਹ ਵੀ ਕਹੀ ਜਾਂਦੇ ਨੇ। ਗੁਰੂ ਗ੍ਰੰਥ ਸਾਹਿਬ ਆਪ ਰੱਬ ਦਾ ਰੂਪ ਹੈ, ਇਹ ਵੀ ਕਹੀ ਜਾਂਦੇ ਨੇ। ਤੇ ਦੂਜੀਆਂ ਧਿਰਾਂ ਨੇ 33 ਕਰੋੜ ਰੱਬ ਵੀ ਧਰਤੀ ਦੇ ਉੱਤੇ ਮੰਨ ਲਏ। ਇੱਕ ਮਿੱਟੀ ਦਾ ਥੜਾ, ਇੱਕ ਇੱਟਾਂ ਦਾ ਥੜਾ ਕਬਰ, ਉਹ ਵੀ ਲੋਕੀ ਰੱਬ ਮੰਨੀ ਬੈਠੇ ਨੇ ਇੱਥੇ ਤਾਂ ਧਰਤੀ ਦੇ ਉੱਤੇ। ਦੇਖੋ ਕੋਈ ਕੀ ਮੰਨ ਰਿਹਾ ਮੈਂ ਨਹੀਂ ਪੁੱਛਿਆ, ਮੈਂ ਗੁਰਬਾਣੀ ਦੇ ਮੁਤਾਬਕ ਪੁੱਛਿਆ। ਮੈਂ ਗੁਰਬਾਣੀ ਦੀ ਵਿਆਖਿਆ ਜਿਹੜੀ ਅੱਜ ਤੱਕ ਹੋਈ ਆ ਮੈਂ ਵੀ ਉਸੇ ਦੀ ਉਹ ਗੱਲ ਕਰ ਰਿਹਾ। ਨਹੀਂ, ਤੁਸੀਂ ਆਪਣੀ ਸਮਝ ਮੁਤਾਬਕ ਦੱਸੋ ਨਾ, ਤੁਸੀਂ ਬਾਬਿਆਂ ਦੇ ਪਿੱਛੇ ਦੀ ਸਮਝ ਨੂੰ ਨਾ ਦੱਸੋ। ਤੁਸੀਂ ਮੈਂ ਇਹੀ ਕਹਿ ਰਿਹਾ
ਕਿ ਜਿਹੜਾ ਰੱਬ ਆਪਾਂ ਕਹੀ ਜਾਂਦੇ ਆ ਕਿ ਇਹੋ ਜਿਹਾ ਹੁੰਦਾ ਇਹੋ ਜਿਹਾ ਹੁੰਦਾ, ਜਿਹਦੇ ਬਾਰੇ ਆਪਾਂ ਜਾਣਦੇ ਨਹੀਂ ਹਾਂ ਉਹਦੇ ਬਾਰੇ ਦੱਸਾਂਗੇ ਕਿਵੇਂ? ਮੈਂ ਤੁਹਾਨੂੰ ਇਹ ਵੀ ਬੇਨਤੀ ਕਰਦਾ, ਸਾਡੇ ਸਰੀਰ ਦੇ ਵਿੱਚ ਚਮੜੇ ਦੀਆਂ ਅੱਖਾਂ ਬਣੀਆਂ ਹੋਈਆਂ ਨੇ, ਕੈਮਰੇ ਦਾ ਰੂਪ ਕਿਵੇਂ ਲੈ ਗਈਆਂ ਅਸੀਂ ਨਹੀਂ ਦੱਸ ਸਕਦੇ। ਕੱਗਾ ਸਾਹਿਬ ਦੇਖੋ, ਮੈਂ ਕੁਛ ਨਹੀਂ ਕਿਹਾ, ਮੈਂ ਇੱਕ ਗੱਲ ਕਹੀ ਹੈ, ਮੇਰੀ ਗੱਲ ਨੂੰ ਥੋੜਾ ਜਿਹਾ ਧਿਆਨ ਨਾਲ ਤੁਸੀਂ ਬੇਨਤੀ ਸੁਣੋ ਕਿ ਗੁਰੂ ਸਾਹਿਬ ਨੇ ਰੱਬ ਦੇ ਬਾਰੇ ਇੱਕ ਗੱਲ ਕਹੀ ਹੈ। ਉਹਨਾਂ ਨੇ ਕਿਹਾ ਰੂਪ ਨਾ ਰੇਖ ਨਾ ਰੰਗ ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ। ਇਹ ਗੁਰੂ ਸਾਹਿਬ ਨੇ ਕਿਹਾ। ਹੁਣ ਤੁਸੀਂ ਗੁਰੂ ਸਾਹਿਬ ਦਾ ਮੂੰਹ ਫੜ ਲੋਗੇ ਵੀ ਤੁਸੀਂ ਕਿਉਂ ਕਿਹਾ? ਨਹੀਂ, ਮੈਂ ਇਹੀ ਤਾਂ ਕਹਿ ਰਿਹਾ, ਜਦੋਂ ਉਹ ਕਹਿੰਦੇ ਨੇ ਉਹਦਾ ਬਿਆਨ ਨਹੀਂ ਕੀਤਾ ਜਾ ਸਕਦਾ, ਉਹਦਾ ਰੂਪ ਰੇਖ ਰੰਗ ਹੈ ਹੀ ਕੁਛ ਨਹੀਂ, ਫਿਰ ਬਿਆਨ ਕਿਵੇਂ ਕਰੂਗਾ ਬੰਦਾ? ਉਹਨਾਂ ਨੇ ਕਿਹਾ ਕਿ ਤ੍ਰੈ ਗੁਣਾ ਤੋਂ ਪ੍ਰਭ ਭਿੰਨ ਹੈ, ਇਹ ਫੈਸਲਾ ਦਿੱਤਾ। ਹਾਂ, ਜਿਹੜਾ ਇਹਨਾਂ ਤਿੰਨਾਂ ਗੁਣਾਂ 'ਚ ਨਹੀਂ ਆਉਂਦਾ, ਨਾ ਉਹਦਾ ਰੂਪ ਹੈ, ਨਾ ਰੇਖ ਹੈ, ਨਾ ਰੰਗ ਹੈ, ਤਾਂ ਉਹਨੂੰ ਕੋਈ ਵੀ ਬੰਦਾ ਬਿਆਨ ਨਹੀਂ ਕਰ ਸਕਦਾ। ਹੁਣ ਗੱਲ ਇੱਥੇ ਪਹੁੰਚ ਗਈ ਕਿ ਉਹ ਤਿੰਨਾਂ ਗੁਣਾਂ ਦੇ ਵਿੱਚ ਨਹੀਂ ਆਉਂਦਾ, ਨਾ ਰੂਪ ਹੀ ਚਾਹੁੰਦਾ, ਨਾ ਰੇਖ ਹੀ ਚਾਹੁੰਦਾ, ਨਾ ਰੰਗ ਹੀ ਚਾਹੁੰਦਾ, ਫਿਰ ਇਹ ਕੁਦਰਤ ਦੱਸੋ ਕੀ ਹੈ? ਨਹੀਂ, ਮੈਂ ਤਾਂ ਉਹੀ ਕਹਿ ਰਿਹਾ ਵੀ ਉਹਦੇ ਬਾਰੇ ਬਿਆਨ ਹੀ ਨਹੀਂ ਕੋਈ ਬੰਦਾ ਕਰ ਸਕਦਾ, ਜਦੋਂ ਗੁਰੂ ਸਾਹਿਬਾਨ ਨੇ ਬਾਰ-ਬਾਰ ਲਿਖ ਦਿੱਤਾ ਕਿ ਉਦੋਂ ਬਿਆਨ ਨਹੀਂ ਕੀਤਾ ਜਾ ਸਕਦਾ। ਕੁਦਰਤ ਰੂਪ ਵਿੱਚ ਵੀ ਹੈ, ਰੇਖ ਵਿੱਚ ਵੀ ਹੈ ਤੇ ਰੰਗ ਵਿੱਚ ਵੀ ਹੈ। ਹੁਣ ਦੱਸੋ ਕੁਦਰਤ ਕੀ ਹੈ? ਇਸੇ ਤਰ੍ਹਾਂ ਤੇਰੀ ਕੁਦਰਤ ਤੂੰ ਹੈ ਜਾਣੈ, ਅਵਰ ਨਾ ਦੂਜਾ ਜਾਣੈ। ਤੇਰੀ ਕੁਦਰਤ ਮਤਲਬ ਤੂੰ ਆਪਣੇ ਆਪ ਤੋਂ ਕੁਦਰਤ ਬਣੀ ਹੈ, ਆਪੀ ਤੂੰ ਜਾਣਦਾ, ਦੂਜਾ ਨਹੀਂ ਜਾਣ ਸਕਦਾ। ਜਿਸ ਨੂੰ ਕਿਰਪਾ ਕਰੇ ਮੇਰੇ ਪਿਆਰੇ ਸੋਈ ਤੁਝੇ ਪਛਾਣੈ। ਇਹਨਾਂ ਗੁਣਾਂ ਨੂੰ, ਇਹਨਾਂ ਵਡਿਆਈਆਂ ਨੂੰ ਉਹ ਪਛਾਣ ਸਕਦਾ ਜਿਹਦਾ ਥੋੜਾ ਬਹੁਤਾ ਅਕਲ ਚੱਲਦੀ ਹੋਵੇ। ਤੇਰਿਆਂ ਭਗਤਾਂ ਕਉ ਬਲਿਹਾਰਾ, ਥਾਨ ਸੁਹਾਵਾ ਸਦਾ ਪ੍ਰਭ ਤੇਰਾ, ਤੇਰੇ ਰੰਗ ਅਪਾਰਾ। ਤੇ ਇੱਥੋਂ ਤੱਕ ਵੀ ਗੁਰਬਾਣੀ 'ਚ ਹੀ ਮੈਂ ਪੜ੍ਹ ਕੇ ਸੁਣਾ ਰਿਹਾ ਤੁਹਾਨੂੰ, 1185 ਪੰਨੇ ਤੇ ਹੈ, ਤੇਰੀ ਸੇਵਾ ਤੁਝ ਤੇ ਹੋਵੇ ਔਰ ਨਾ ਦੂਜਾ ਕਰਤਾ। ਜਿਹੜੀ ਕਹਿੰਦੇ ਆ ਅਸੀਂ ਉਹਨੂੰ ਖੁਸ਼ ਕਰਨ ਨੂੰ ਕੜਾਹ ਪ੍ਰਸ਼ਾਦ ਬਣਾਤਾ, ਲੰਗਰ ਬਣਾਤਾ, ਉਹਦੀ ਸੇਵਾ ਕਰਦੇ ਆ। ਮੇਰੀ ਗੱਲ ਸੁਣੋ, ਤੇ ਗੁਰੂ ਸਾਹਿਬ ਤਾਂ ਕਹਿੰਦੇ ਨੇ ਅਸੀਂ ਤੇਰੀ ਸੇਵਾ ਨਹੀਂ ਕਰ ਸਕਦੇ। ਤੇ ਇਹ ਸਾਰਾ ਕੁਝ ਤੂੰ ਵਡਦਾਤਾ, ਤੂੰ ਵਡਦਾਨਾ ਔਰ ਨਹੀਂ ਕੋ ਦੂਜਾ, ਤੂੰ ਸੰਭਲ ਸਮਰੱਥ ਸੁਆਮੀ ਮੇਰਾ ਹਉ ਕਿਆ ਜਾਣਾ ਤੇਰੀ ਪੂਜਾ। ਤੇਰਾ ਮਹਿਲ ਅਗੋਚਰ ਮੇਰੇ ਪਿਆਰੇ, ਬਿਖਮ ਤੇਰਾ ਹੈ ਭਾਣਾ, ਕਹੋ ਨਾਨਕ ਢਹਿ ਪਿਆ ਦੁਆਰਾ, ਰੱਖ ਲੇਵੋ ਮੁਗਧ ਅਜਾਣਾ। ਤੇਰਾ ਮਹਿਲ, ਤੇਰਾ ਰਹਿਣ ਦਾ ਥਾਂ ਕੀ ਕੁਛ ਹੈ, ਕਿਹੋ ਜਿਹਾ, ਕਿੱਡਾ ਵੱਡਾ ਹੈ, ਮੈਂ ਬਿਆਨ ਨਹੀਂ ਕਰ ਸਕਦਾ। ਮੈਂ ਤਾਂ ਬਸ ਨਮਸਕਾਰ ਹੀ ਕਰ ਸਕਦਾ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ। ਤੁਸੀਂ ਹੁਣੇ ਕਹਿ ਕੇ ਹਟੇ ਹੋ ਕਿ ਉਸ ਪ੍ਰਭ ਦਾ ਰੂਪ ਕੋਈ ਰੰਗ ਕੋਈ ਰੇਖ ਨਹੀਂ ਹੈ, ਤੇ ਕੀ ਗੱਲ ਕਰਨੀ ਹੈ? ਤੁਸੀਂ ਕਿਹਾ, ਮੈਂ ਤੁਹਾਡੀ ਗੱਲ ਪਰ ਤੁਹਾਡੀ ਗੱਲ ਨੂੰ ਸੀਰੀਅਸਲੀ ਲਿਆ ਕਿ ਤੁਸੀਂ ਕਿਹਾ ਕਿ ਜਿਸ ਰੱਬ ਦਾ ਰੂਪ ਨਹੀਂ, ਰੰਗ ਨਹੀਂ, ਰੇਖ ਨਹੀਂ, ਉਹਦੀ ਕੀ ਗੱਲ ਕਰਨੀ ਹੈ? ਜਿਹੜਾ ਤ੍ਰੈ ਤੋਂ ਜਿਹੜਾ ਭਿੰਨ ਹੈ, ਮੈਂ ਉਹਦੀ ਕੀ ਗੱਲ ਕਰਨੀ ਹੈ? ਇਹ ਸਾਡੇ ਸਾਹਮਣੇ ਕੁਦਰਤ ਹੈ। ਕੁਦਰਤ ਦਾ ਤੇ ਰੂਪ ਵੀ ਹੈ, ਰੰਗ ਵੀ ਹੈ ਤੇ ਰੇਖ ਵੀ ਹੈ। ਹੁਣ ਮੈਨੂੰ ਦੱਸੋ ਕੁਦਰਤ ਕੀ ਹੈ? ਜਿਹੜਾ ਕੋਈ ਸਾਨੂੰ ਨਜ਼ਰ ਆਉਂਦਾ ਇਹਨੂੰ ਕੁਦਰਤ ਕਹਿੰਦੇ ਨੇ। ਜਿਹੜਾ ਕਿ ਸਾਨੂੰ ਇਹਦੇ ਪਿੱਛੇ ਕੋਈ, ਜਿਵੇਂ ਕਿ ਇੱਕ ਨਿਯਮ ਹੈ, ਉਹ ਨਿਯਮ ਦੇਖਣ ਵਾਲਾ ਨਹੀਂ ਹੈ ਕਿ ਇਹ ਸੂਰਜ ਕਿਵੇਂ ਚੜ੍ਹਦਾ ਹੈ, ਕਿੱਥੋਂ ਚੜ੍ਹਦਾ ਹੈ, ਤੇ ਕਿੰਨੀ ਜਿਹੜੀ ਆ ਕਿਹੜੇ ਕਿਹੜੇ ਦੇਸ਼ਾਂ ਦੇ ਵਿੱਚੋਂ ਦੀ ਲੰਘ ਕੇ ਆਉਂਦਾ, ਹੋਰ ਕਿੰਨੀਆਂ ਧਰਤੀਆਂ ਨੇ ਇਹਦੇ ਆਲੇ ਦੁਆਲੇ। ਇਹਨਾਂ ਸਾਰੀਆਂ ਗੱਲਾਂ ਦਾ ਸਾਨੂੰ ਨਹੀਂ ਪਤਾ, ਇਹ ਬਿਆਨ ਨਹੀਂ ਕਰ ਸਕਦੇ। ਇਹ ਕੁਦਰਤ ਦੇ ਨਿਯਮ ਨੇ, ਇੱਕ ਦੂਜੇ ਨਾਲ ਕਿਉਂ ਨਹੀਂ ਟਕਰਾਉਂਦੇ, ਇਹ ਹਵਾ ਕਿੱਥੋਂ ਆਉਂਦੀ ਹੈ, ਪਾਣੀ ਕਿੱਥੋਂ ਆਉਂਦਾ ਹੈ, ਤੇ ਇਸੇ ਤਰ੍ਹਾਂ ਜੀਵ ਜੰਤੂ ਕਿਵੇਂ ਪੈਦਾ ਹੋ ਜਾਂਦੇ ਨੇ। ਇਹ ਕੁਦਰਤ ਦੇ ਜਿਹੜੇ ਨਿਯਮ ਨੇ, ਇਹਨੂੰ ਅਸੀਂ ਬਿਆਨ ਨਹੀਂ ਕਰ ਸਕਦੇ। ਉਹ ਗੱਲ ਹੈ। ਮੈਂ ਇਹ ਗੱਲ ਕਹਿ ਰਿਹਾ ਕਿ ਕੁਦਰਤ ਦਾ ਰੂਪ ਤੇ ਹੈ ਨਾ। ਰੂਪ ਕਿਵੇਂ? ਕੁਦਰਤ ਦਾ ਰੂਪ ਤਾਂ ਜਿਹੜੀ ਆ ਦਿਸਣ ਵਾਲੀ ਦੋ ਤਰ੍ਹਾਂ ਦੀ ਹੈ ਨਾ। ਇੱਕ ਤਾਂ ਦਿਸਣ ਵਾਲੀਆਂ ਚੀਜ਼ਾਂ, ਇੱਕ ਜਿਹੜੀ ਅਦੇਖੇ ਦੇ ਪਿੱਛੇ ਇਹਨਾਂ ਚੀਜ਼ਾਂ ਦੇ ਨਿਯਮ ਨੇ ਜਿਹੜੇ ਬਣੇ। ਕਿਵੇਂ ਸਾਡਾ ਸਰੀਰ ਇੰਨੇ ਛੋਟੇ ਨਰ ਮਾਦਾ ਦੇ ਸੁਮੇਲ ਤੋਂ ਹੌਲੀ ਹੌਲੀ ਕਿਵੇਂ ਵਿਕਸਿਤ ਹੁੰਦਾ ਹੈ। ਜਦੋਂ ਉਹ ਸੈੱਲ ਵੀ ਸਾਡੇ ਛੋਟੇ ਸਪਰਮਸ ਨਹੀਂ ਸੀ, ਉਦੋਂ ਉਹ ਕਿੱਥੇ ਸੀ, ਕੀ ਕਰਦੇ ਸੀ, ਉਹ ਚੀਜ਼ਾਂ ਅਸੀਂ ਦੱਸ ਨਹੀਂ ਸਕਦੇ, ਨਾ ਉਹ ਦਿਸਦੀਆਂ ਨੇ। ਮੈਂ ਇਹੀ ਗੱਲ ਕਹਿ ਰਿਹਾ ਕੱਗਾ ਸਾਹਿਬ ਕਿ ਇਹ ਕੁਦਰਤ ਇਸ ਲਈ ਦਿਸ ਰਹੀ ਹੈ, ਇਹਦੀ ਰੇਖਾਕ੍ਰਿਤੀ ਵੀ ਸਾਨੂੰ ਦਿਸ ਰਹੀ ਹੈ, ਇਹਦਾ ਰੰਗ ਵੀ ਸਾਨੂੰ ਦਿਸ ਰਿਹਾ। ਤੇ ਤੁਸੀਂ ਇਹ ਕਹਿ ਕੇ ਹਟੇ ਹੋ ਕਿ ਪ੍ਰਭ ਜਿਹੜਾ, ਰੱਬ ਜਿਹੜਾ, ਉਹਦਾ ਨਾ ਰੂਪ ਹੈ, ਨਾ ਰੇਖ ਹੈ, ਨਾ ਰੰਗ ਹੈ। ਇਹਦਾ ਮਤਲਬ ਦੋ ਗੱਲਾਂ ਹੋ ਗਈਆਂ ਨਾ, ਇੱਕ ਹੋ ਗਿਆ ਰੱਬ, ਇੱਕ ਹੋ ਗਈ ਕੁਦਰਤ ਜਿਹੜੀ ਦਿਸਦੀ ਹੈ। ਇਹ ਤਾਂ ਰੋਜ਼ਾਨਾ ਆਪਾਂ ਗੱਲਾਂ ਕਰਦੇ ਹਾਂ, ਕੁਦਰਤ ਤਾਂ ਸਾਹਮਣੇ ਨਜ਼ਰ ਆਉਂਦੀ ਹੈ, ਪਰ ਉਹ ਨਿਯਮ ਕਿਹੜੇ ਚ ਵੱਜਦੀ ਹੈ, ਕਿਵੇਂ ਚੱਲਦੀ ਹੈ ਧਰਤੀ, ਇਸ ਤਰ੍ਹਾਂ ਹਵਾ ਚ ਉੱਡਦੀ ਫਿਰਦੀ ਹੈ, ਇਹ ਨਿਯਮ ਕਿਵੇਂ ਬਣ ਗਿਆ, ਇਹ ਚੀਜ਼ਾਂ ਸਾਡੀ ਸਮਝ ਤੋਂ ਪਰੇ ਨੇ, ਸਾਨੂੰ ਦਿਸਦੀਆਂ ਨਹੀਂ। ਠੀਕ ਹੈ, ਤੇ ਲੇਕਿਨ ਗੁਰੂ ਸਾਹਿਬ ਨੇ ਤੇ ਇਹ ਫੈਸਲਾ ਦੇ ਦਿੱਤਾ ਨਾ। ਗੁਰੂ ਸਾਹਿਬ ਨੇ ਤੇ ਗੱਲ ਕਹੀ ਆ, ਵਾਹਿਗੁਰੂ ਸਭ ਤੇਰੀ ਰਚਨਾ। ਇਹ ਕੀਤਾ ਜੋ ਸਾਡੀ ਸਮਝ ਚ ਆਉਂਦਾ ਜਾਂ ਨਹੀਂ ਆਉਂਦਾ, ਪਰ ਕੀਤਾ ਸਾਰਾ ਤੇਰਾ ਹੀ ਹੈ। ਨਹੀਂ, ਗੱਲ ਤਾਂ ਉਹੀ ਹੈ ਜਿਹੜਾ ਮੈਂ ਹੁਣੇ ਦੱਸ ਕੇ ਹਟਿਆ, ਤੇਰੀ ਕੁਦਰਤ ਤੂੰ ਹੈ ਜਾਣੈ। ਇਹ ਅਸੀਂ ਬਾਰ-ਬਾਰ ਗੁਰਬਾਣੀ ਚ ਆਉਂਦਾ ਹੈ ਕਿ ਇਹਦੇ ਬਾਰੇ ਬਿਆਨ ਨਹੀਂ ਕੀਤਾ ਜਾ, ਤੂੰ ਹੀ ਜਾਣਦਾ, ਜਿਹੜਾ ਕੋਈ ਜਾਣਦਾ, ਜਿਹੜਾ ਇਹਦੇ ਪਿੱਛੇ ਕੰਮ ਕਰ ਰਹੀ ਹੈ। ਉਹ ਕਿਹਨੂੰ ਕਹਿ ਰਹੇ ਨੇ? ਤੇਰਾ ਕੌਣ ਹੈ? ਤੂੰ ਕੌਣ ਹੈ? ਕੋਈ ਪਤਾ ਨਹੀਂ। ਇਹ ਜਿਹੜਾ ਨਿਯਮ, ਮੈਂ ਤਾਂ ਨਿਯਮ ਮੰਨਦਾ। ਅੱਛਾ, ਕਿਸੇ ਨੂੰ ਪਤਾ ਹੀ ਨਹੀਂ ਉਹ ਕਹੀ ਜਾ ਰਹੇ ਨੇ? ਨਾ, ਤਾਂ ਨਹੀਂ ਪਤਾ ਕਿਸੇ ਨੂੰ। ਉਹਨਾਂ ਨੂੰ ਨਹੀਂ ਪਤਾ ਬਈ ਕਿਹਨੂੰ ਕਹਿ ਰਹੇ ਨੇ। ਗੁਰਬਾਣੀ, ਗੁਰੂ ਸਾਹਿਬ ਨੇ ਆਪ ਕਿਹਾ ਕਿ ਮੈਂ ਨਹੀਂ ਜਾਣ ਸਕਦਾ ਇਹਨਾਂ ਗੱਲਾਂ ਨੂੰ, ਬਹੁਤ ਉੱਚੇ ਲੈਵਲ ਦੀਆਂ ਗੱਲਾਂ ਨੇ। ਤੁਸੀਂ ਆਪ ਤੇ ਇੰਨੇ ਸ਼ਬਦ ਬੋਲਣਗੇ ਜਿੱਥੇ ਉਹ ਕਹਿ ਰਹੇ ਨੇ ਤੂੰ ਠਾਕੁਰ ਤੁਮ ਪੇ ਅਰਦਾਸ, ਸਭ ਤੇਰੀ ਕੁਦਰਤ।
ਸਭ ਤੇਰੀ ਇਸੇ ਕਰਕੇ ਤਾਂ ਮੈਂ ਕਹਿ ਰਿਹਾ ਸਮਝਾਉਣ ਵਾਸਤੇ ਕਿ ਗੁਰੂ ਸਾਹਿਬ ਇਹਨਾਂ ਸ਼ਬਦਾਂ 'ਚ ਇਹ ਕਹਿ ਰਹੇ ਨੇ ਕਿ ਉਹਨੂੰ ਨਹੀਂ ਜਾਣਿਆ ਜਾ ਸਕਦਾ। ਉਹ ਪੂਰਾ ਨਹੀਂ ਜਾਣਿਆ ਜਾ ਸਕਦਾ ਨਾ ਘੱਗਾ ਸਾਹਿਬ, ਇਹ ਗੱਲ ਥੋੜੀ ਕਹੀ ਹੈ ਉਹਨਾਂ ਨੇ ਕਿ ਮੈਂ ਪਹਿਲਾਂ ਵੀ ਤੁਹਾਨੂੰ ਬੇਨਤੀ ਕੀਤੀ ਹੈ ਕਿ ਸਾਡੇ ਧਰਤੀ ਦੇ ਉੱਤੇ ਸਿੱਖਾਂ ਦਾ ਸੱਤਿਆਨਾਸ਼ ਹੋ ਗਿਆ, ਅਸੀਂ ਪਛੜ ਗਏ, ਅਸੀਂ ਅਨਪੜ੍ਹ ਰਹਿ ਗਏ, ਅਸੀਂ ਗੁਲਾਮ ਹੋ ਗਏ ਤੇ ਅਸੀਂ ਉਜੱਡ ਬਣ ਗਏ, ਅਸੀਂ ਡਰਪੋਕ ਹੋ ਗਏ, ਅਸੀਂ ਵਿਕਾਊ ਹੋ ਗਏ। ਇਹਨਾਂ ਕੰਮਾਂ ਵੱਲ ਧਿਆਨ ਦੇ ਲਿਆ ਕਰੋ। ਰੱਬ ਜਿਹੜਾ ਕੋ ਕਰਦਾ ਉਹਨੂੰ ਕਰੀ ਜਾਣ ਦਿਓ। ਵੀਰ ਘੱਗਾ ਸਾਹਿਬ ਗੱਲ ਸੁਣੋ, ਦੇਖੋ ਤੁਸੀਂ ਵੀ ਪੜ੍ਹੇ ਲਿਖੇ ਹੋ, ਜਿਹੜੀ ਵੀ ਤੁਸੀਂ ਕੀਤੀ ਤੁਸੀਂ ਪੜ੍ਹੇ ਲਿਖੇ ਹੋ, ਤੇ ਅਨਪੜ੍ਹ ਮੈਂ ਵੀ ਨਹੀਂ ਤੇ ਅਨਪੜ੍ਹ ਸੁਰਤੇ ਵੀ ਨਹੀਂ। ਸਾਰਿਆਂ ਨੂੰ ਨਾ ਇਹ ਕਹਿ ਦਈਏ ਕਿ ਪੂਰੇ 2.5 ਕਰੋੜ ਸਿੱਖਾਂ ਨੂੰ ਅਸੀਂ ਕਹਿ ਦਈਏ ਕਿ ਉਹ ਅਨਪੜ੍ਹ ਤੇ ਜਾਹਿਲ ਨੇ। ਆਪਾਂ ਕਿੱਥੇ ਖੜੇ ਹਾਂ ਅੱਜ ਦੇਖ ਲਓ ਵੀ ਸਾਰੇ ਦੁਨੀਆ ਦੇ ਵਿੱਚੋਂ ਅਸੀਂ ਕਿੱਥੇ ਖੜੇ ਹਾਂ, ਪੰਜਾਬ ਦੇ ਵਿੱਚ, ਸਿੱਖਾਂ ਦੇ ਵਿੱਚ ਕੀ ਕੁਝ ਵਾਪਰ ਰਿਹਾ, ਕਿਹਨੂੰ ਪੂਜ ਰਹੇ ਹਾਂ ਤੇ ਕੀ ਅੱਜ ਕਰ ਰਹੇ ਹਾਂ। ਨਿੱਕੀਆਂ ਨਿੱਕੀਆਂ ਗੱਲਾਂ ਤੇ ਲੜ ਰਹੇ ਹਾਂ, ਮਰ ਰਹੇ ਹਾਂ, ਤੇ ਗੁਰਦੁਆਰਿਆਂ ਦੇ ਜਿਹੜਾ ਪ੍ਰਬੰਧ ਹੈ ਕਿਹੋ ਜਿਹਾ ਹੋ ਰਿਹਾ ਹੈ, ਰਾਜਨੀਤੀ ਸਾਡੀ ਕਿੱਥੇ ਪਹੁੰਚ ਗਈ ਸਾਨੂੰ ਨਜ਼ਰ ਨਹੀਂ ਆਇਆ। ਦੇਖੋ ਤੁਸੀਂ ਕੱਲ ਇੱਕ ਗੱਲ ਕਹੀ ਸੀ ਮੈਨੂੰ, ਬੜੀ ਅੱਛੀ ਤੁਸੀਂ ਗੱਲ ਕਹੀ ਕਿ ਦੇਖੋ ਇਹ ਸੰਤ ਸ਼ਬਦ, ਬ੍ਰਹਮ ਗਿਆਨੀ ਸ਼ਬਦ ਜਿਹੜੇ ਨੇ ਇਹ ਤੇ ਹੁਣ ਹੋ ਗਏ ਨਾ, ਇਹ ਮਾੜੇ ਸ਼ਬਦ ਹੋ ਗਏ ਨੇ, ਠੀਕ ਹੈ ਜੀ, ਸਾਨੂੰ ਨਹੀਂ ਕਹਿਣੇ ਚਾਹੀਦੇ। ਹੁਣ ਤੁਸੀਂ ਇਹਦੇ ਦੁਆਰੇ ਦੇਖੋ, ਭਾਈ ਸ਼ਬਦ, ਪ੍ਰਚਾਰਕ ਸ਼ਬਦ, ਇਹ ਵੀ ਸਾਰੇ ਜਿਹੜੇ ਨਾ ਇਹ ਹੁਣ ਕੋਈ ਉਹਨਾਂ ਨੂੰ ਮੰਗ ਖਾਣਾ ਕਹਿ ਰਿਹਾ, ਕੋਈ ਕੁਝ ਕਹਿ ਰਿਹਾ, ਕੋਈ ਲੁੱਟੇਰੇ ਕਹਿ ਰਿਹਾ, ਕੋਈ ਲੁੱਟਣ ਵਾਲੇ ਕਹਿ ਰਿਹਾ, ਤੇ ਇਹਦਾ ਮਤਲਬ ਹੁਣ ਭਾਈ ਸ਼ਬਦ ਵੀ ਨਹੀਂ ਸਾਨੂੰ ਵਰਤਣਾ ਚਾਹੀਦਾ। ਸਿੱਖ ਕੋਈ ਵੀ ਬੰਦਾ ਜਦੋਂ ਮਾੜੇ ਕੰਮ ਕਰੂਗਾ ਉਹਦਾ ਨਾਮ ਕਲੰਕਿਤ ਹੋਊਗਾ। ਭਾਈ ਸ਼ਬਦ ਪੰਜਾਂ ਪਿਆਰਿਆਂ ਨਾਲ ਜੁੜਦਾ ਸੀ। ਗੁਰੂ ਸਾਹਿਬ ਨੇ ਭਾਈ ਮਰਦਾਨੇ ਨੂੰ ਆਖਿਆ, ਜਿਹੜੇ ਬਹੁਤ ਸਤਿਕਾਰਯੋਗ ਸਿੱਖ ਸੀ ਉਹਨਾਂ ਨੂੰ ਭਾਈ ਕਹਿੰਦੇ ਸੀ। ਅੱਜ ਸੱਚਮੁੱਚੀ ਭਾਈ ਜਿਹੜੇ ਨੇ ਉਹ ਕਿੰਨੀ ਕੁ ਉਹਨਾਂ ਦੀ ਕਦਰ ਹੈ। ਇੱਕ ਗੁਰਦੁਆਰੇ ਦਾ ਪ੍ਰਧਾਨ ਆਪਣੇ ਆਪ ਨੂੰ ਭਾਈ ਅਖਵਾਉਣ ਨੂੰ ਤਿਆਰ ਨਹੀਂ, ਉਹ ਸਰਦਾਰ ਅਖਵਾਉਂਦਾ ਹੈ, ਤੇ ਗੁਰਦੁਆਰੇ ਦੇ ਗ੍ਰੰਥੀ ਨੂੰ, ਕੀਰਤਨੀਏ ਨੂੰ, ਕਥਾਵਾਚਕ ਨੂੰ ਭਾਈ ਕਹਿੰਦੇ ਨੇ। ਇਹ ਭਾਈ ਨੀਵੇਂ ਪੱਧਰ ਤੇ ਚਲਿਆ ਗਿਆ, ਪ੍ਰਧਾਨ ਵਗੈਰਾ ਉੱਚੇ ਦਰਜੇ ਤੇ ਚਲੇ ਗਏ। ਸਾਡੇ ਸਾਹਮਣੇ ਹੈ ਸਾਰਾ ਕੁਝ। ਘੱਗਾ ਸਾਹਿਬ ਦੇਖੋ, ਜਿਹੜੇ ਗੁਰੂ ਸਾਹਿਬ ਨੇ ਕਹਿਤਾ ਤ੍ਰੈਗੁਣ ਮਾਇਆ ਬ੍ਰਹਮ ਤੇ ਕੀਨੀ, ਹੁਣ ਉਹਨਾਂ ਨੇ ਕਿਹਾ ਬ੍ਰਹਮ ਨੇ ਤ੍ਰੈਗੁਣ ਮਾਇਆ ਰਚੀ ਹੈ। ਇਹ ਤੇ ਸਾਫ਼ ਹੈ, ਇਹਦੇ ਵਿੱਚ ਅਸੀਂ ਕਿਸ ਤਰ੍ਹਾਂ ਇਨਕਾਰੀ ਹੋਈ ਹੈ ਕਿ ਉਹ ਨਹੀਂ ਕਹਿ ਰਹੇ। ਮੈਂ ਤਾਂ ਇਹ ਕਹਿ ਰਿਹਾ ਤੁਹਾਨੂੰ ਕਿ ਇਹ ਚੀਜ਼ਾਂ ਸਾਡੇ ਵਿਸ਼ੇ ਤੇ ਸਾਡੇ ਜ਼ਿੰਦਗੀ 'ਚ ਕੰਮ ਆਉਣ ਵਾਲੀਆਂ ਨਹੀਂ ਹੈਗੀਆਂ। ਇਹ ਸਾਡੇ ਕਿਸੇ ਵੀ ਕੰਮ ਨਹੀਂ ਆਉਣੀਆਂ। ਫਿਰ ਗੁਰੂ ਸਾਹਿਬ ਦੀ ਗੁਰਬਾਣੀ ਕਿਸੇ ਕੰਮ ਦੀ ਨਹੀਂ ਹੁਣ। ਗੁਰਬਾਣੀ ਕੰਮ ਦੀ ਹੈਗੀ, ਪਰ ਉਹਦੇ ਵਿੱਚ ਅੱਜ ਦੇਖਣਾ ਕਿ ਅੱਜ ਅਸੀਂ ਸਮਾਜ ਦੇ ਲੋਕਾਂ ਦੇ ਭਲੇ ਵਾਸਤੇ ਕੀ ਸੇਧ ਦੇਣੀ ਹੈ ਤੇ ਕਿਹੜੇ ਸ਼ਬਦ ਉਹਨਾਂ ਦੇ ਸਾਹਮਣੇ ਰੱਖਣੇ ਨੇ। ਜਿਵੇਂ ਅੱਜ ਸਾਨੂੰ ਉੱਲੂ ਬਣਾਉਣ ਵਾਸਤੇ, ਮੈਂ ਜਾਣ ਕੇ ਕਹਿ ਰਿਹਾ ਸ਼ਬਦ, ਉੱਲੂ ਬਣਾਉਣ ਵਾਸਤੇ ਕੀਰਤਨ ਨੂੰ ਇੰਨੀ ਮਹਾਨਤਾ ਦੇ ਦਿੱਤੀ। ਸਾਰੇ ਪਾਸੇ ਕੀਰਤਨ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਪਰ ਸਭ ਤੇ ਉੱਤਮ ਹਰ ਕੀ ਕਥਾ, ਇਹ ਗੱਲ ਭੁਲਾ ਦਿੱਤੀ ਗਈ। ਗੁਰੂ ਦਾ ਉਪਦੇਸ਼ ਸ਼ਬਦ ਹੈ, ਇਹ ਭੁਲਾ ਦਿੱਤਾ ਗਿਆ। ਗੁਰ ਕੀਆਂ ਕਥਾ ਕਹਾਣੀਆਂ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਭੁਲਾ ਦਿੱਤਾ ਗਿਆ। ਇੱਕੋ ਗੱਲ ਨੂੰ ਜਿਹਦਾ ਪ੍ਰਚਾਰ ਲਗਾਤਾਰ ਹੋਈ ਜਾਵੇ, ਫਿਰ ਉਹ ਲੋਕਾਂ ਦੇ ਮਨਾਂ 'ਚ ਬਹਿ ਜਾਂਦੀ ਹੈ, ਬਾਕੀ ਪਛੜ ਜਾਂਦੀਆਂ ਨੇ। ਤੋਂ ਇਸੇ ਤਰ੍ਹਾਂ ਅੱਜ ਜਿਹੜੇ ਸਮਾਜ ਨੂੰ ਚੰਗੀ ਸੇਧ ਦੇਣ ਵਾਲੇ ਅਰਥ ਨੇ ਉਹ ਆਪਾਂ ਕਰੀਏ, ਤਾਂ ਕਿ ਸਾਨੂੰ ਮਾੜੀ ਮੋਟੀ ਗੁਰਬਾਣੀ ਦੀ ਸਮਝ ਆਵੇ ਤੇ ਅਕਲਬੰਦ ਬਣ ਜਾਈਏ। ਵੀਰ ਜੀ ਮੈਂ ਬੇਨਤੀ ਹੈ ਘੱਗਾ ਸਾਹਿਬ, ਅਸੀਂ ਸਬਜੈਕਟ ਤੇ ਰਹੀਏ, ਅਸੀਂ ਕੀਰਤਨ ਵਾਲੇ ਸਬਜੈਕਟ ਵਾਲੇ ਪਾਸੇ ਨਾ ਜਾਈਏ। ਅਸੀਂ ਸਿੱਧਾ, ਹੁਣ ਗੁਰੂ ਸਾਹਿਬ ਨੇ ਕਿਹਾ ਨਾਨਕ ਸੱਚ ਦਾਤਾਰ ਸ਼ਨਾਖਤ ਕੁਦਰਤੀ, ਵਾਹਿਗੁਰੂ ਸਭ ਤੇਰੀ ਰਚਨਾ, ਤ੍ਰੈਗੁਣ ਮਾਇਆ ਬ੍ਰਹਮ ਤੇ ਕੀਨੀ। ਸਾਫ਼ ਸ਼ਬਦ ਕਹਿ ਰਹੇ ਨੇ ਕਿ ਬ੍ਰਹਮ ਨੇ ਤ੍ਰੈਗੁਣ ਮਾਇਆ ਰਚੀ ਹੈ, ਔਰ ਨਾਲ ਇਹ ਵੀ ਕਹਿ ਰਹੇ ਨੇ ਕਿ ਰੂਪ ਨ ਰੇਖ ਨ ਰੰਗ ਕਿਛ, ਤ੍ਰੈਗੁਣ ਤੇ ਪ੍ਰਭ ਭਿੰਨ। ਉਹ ਮਜ਼ਾਕ ਥੋੜੀ ਕਰ ਰਹੇ ਨੇ, ਏਡਾ ਵੱਡਾ ਝੂਠ ਥੋੜੀ ਬੋਲ ਰਹੇ ਨੇ ਸਾਡੇ ਨਾਲ। ਮੈਂ ਤੁਹਾਨੂੰ ਪਹਿਲਾਂ ਵੀ ਇਹੀ ਬੇਨਤੀ ਕੀਤੀ ਹੈ, ਜਿਹੜੇ ਸ਼ਬਦਾਂ ਦੇ ਇੰਨੇ ਪ੍ਰਮਾਣ ਮੈਂ ਦੇਤੇ ਨੇ ਉਹ ਤੁਹਾਨੂੰ ਫਿੱਟ ਨਹੀਂ ਆਏ ਜੀ। ਇੱਥੇ ਦੇਖ ਲਓ, ਅਸੀਂ ਰਹਿ ਰਾਸ ਦੇ ਵਿੱਚ ਰੋਜ਼ਾਨਾ ਪੜ੍ਹਦੇ ਹਾਂ, ਸੁਣ ਵੱਡਾ ਆਖਾ ਸਭ ਕੋਈ, ਸੁਣ ਕੇ ਇੱਕ ਦੂਜੇ ਤੋਂ ਸਾਰੇ ਕਹੀਏ ਰੱਬ ਬਹੁਤ ਵੱਡਾ ਹੈ, ਰੱਬ ਬਹੁਤ ਵੱਡਾ ਹੈ, ਕੇਵੜ ਵੱਡਾ ਡੀਠਾ ਹੋਏ। ਤੇ ਜੇ ਤੁਸੀਂ ਦੇਖਿਆ ਹੋਵੇ ਤਾਂ ਹੀ ਤੁਹਾਨੂੰ ਪਤਾ ਲੱਗੇ ਕੋਈ ਵੱਡਾ ਹੁੰਦਾ, ਤੁਸੀਂ ਦੇਖਿਆ ਤਾਂ ਹੈ ਨਹੀਂ ਬਈ। ਦੇਖਿਆ ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਤੁਸੀਂ ਉਹਦੀ ਕੀਮਤ ਨਹੀਂ ਪਾ ਸਕਦੇ। ਜਿਹੜੇ ਇਹ ਮੇਰੇ ਵਾਲੀਆਂ ਪੰਕਤੀਆਂ ਨੇ, ਇਹ ਤੁਹਾਨੂੰ ਰਾਸ ਕਿਉਂ ਨਹੀਂ ਆਉਂਦੀਆਂ? ਆ ਸਾਰੀਆਂ ਨੇ, ਮੈਨੂੰ ਰਾਸ ਸਾਰੀਆਂ, ਮੈਂ ਤੁਹਾਡੀ ਗੱਲ ਸਮਝ ਰਿਹਾ। ਅਗਰ ਸਪੋਜ਼ ਕਰੋ ਤੁਸੀਂ ਅੱਖਾਂ ਬੰਦ ਕਰਕੇ ਕਿਸੇ ਬੰਦੇ ਦੀ ਉਂਗਲੀ ਪਕੜ ਲਓ, ਅੱਖਾਂ ਬੰਦ ਕਰਕੇ, ਤੁਸੀਂ ਇੰਨਾ ਤੇ ਮੰਨੋਗੇ ਨਾ, ਹਾਂ ਇਹ ਉਂਗਲੀ ਹੈ, ਬਾਕੀ ਇਹਦਾ ਕੱਦ ਬੁੱਤ ਕਿਤਨਾ ਵੱਡਾ ਹੈ ਮੈਨੂੰ ਨਹੀਂ ਪਤਾ। ਅਗਰ ਇਹ ਗੱਲ ਤੁਸੀਂ ਕਹੋਗੇ ਤਾਂ ਤੁਸੀਂ ਸਹੀ ਕਹਿ ਰਹੇ ਹੋ ਨਾ, ਗੱਲ ਥੋੜੀ ਕਹੋਗੇ। ਹੁਣ ਪ੍ਰਮਾਤਮਾ ਦੀ ਬਾਰੇ ਚ ਗੁਰਬਾਣੀ ਚ ਗੱਲ ਕੀਤੀ ਹੈ, ਉਹਨਾਂ ਨੇ ਕਿਹਾ ਕਿ ਪ੍ਰਮਾਤਮਾ ਹੈ, ਉਹ ਠਾਕੁਰ ਹੈ, ਤੁਮ ਪੇ ਅਰਦਾਸ ਹੈ, ਉਹ ਤੇ ਅਰਦਾਸ ਕਰ ਰਹੇ ਨੇ, ਔਰ ਇਹ ਕਹਿ ਰਹੇ ਨੇ ਕਿ ਵੀ ਹੈ ਜੋ ਵੀ ਉਹ ਹੈ, ਜਿਹੜਾ ਪ੍ਰਮਾਤਮਾ ਉਹ ਬੇਅੰਤ ਹੈ, ਉਹ ਤੁਲਿਆ ਨਹੀਂ ਜਾ ਸਕਦਾ, ਅਤੁੱਲ ਹੈ। ਤੇ ਉਹਨਾਂ ਨੂੰ ਕੁਛ ਪਤਾ ਚੱਲਿਆ ਤੇ ਬਿਆਨ ਦਿੱਤਾ ਨਾ ਵੀ ਉਹ ਅਤੁੱਲ ਹੈ। ਇਹ ਥੋੜੀ ਕਿ ਪਤਾ ਹੀ ਨਹੀਂ ਹੈ ਕਿ ਚੀਜ਼ ਹੈ ਹੀ ਨਹੀਂ, ਉਹਨੂੰ ਉਹ ਨੂੰ ਕਹੀ ਜਾ ਰਹੇ। ਅੱਛਾ, ਗੁਰਬਾਣੀ ਇਹ ਵੀ ਕਹਿੰਦੀ ਹੈ ਕਿ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਬਹੁਤ ਗੁਣਵਾਨ ਹੈ, ਤੇਰੇ 'ਚ ਬੇਅੰਤ ਗੁਣ ਨੇ, ਮੈਂ ਬਿਆਨ ਨਹੀਂ ਕਰ ਸਕਦਾ। ਇਹ ਗੱਲਾਂ ਤਾਂ ਆਪਾਂ ਕਰ ਲਈਆਂ। ਇਹਦਾ ਮਤਲਬ ਮੈਂ ਹੁਣ ਇਹ ਤੁਹਾਨੂੰ ਪੁੱਛਣਾ ਚਾਹੁੰਦਾ, ਮਤਲਬ ਜੇ ਰੱਬ ਏਡਾ ਵੱਡਾ ਮਹਾਨ ਹੈ, ਏਡਾ ਵੱਡਾ ਗੁਣਵਾਨ ਹੈ, ਸਾਡਾ ਮਾਤਾ ਪਿਤਾ ਹੈ,
ਤਾਂ ਗੁਰੂ ਅਰਜਨ ਸਾਹਿਬ ਨੂੰ ਤਸੀਹੇ ਕਿਉਂ ਦਿੱਤੇ ਗਏ, ਉਹਨੇ ਆ ਕੇ ਕਿਉਂ ਸੰਭਾਲ ਨਹੀਂ ਕੀਤੀ, ਗੁਰੂ ਤੇਗ ਬਹਾਦਰ ਨੂੰ ਇਸ ਤਰ੍ਹਾਂ ਕਿਉਂ ਸ਼ਹੀਦ ਕੀਤਾ ਗਿਆ। ਛੋਟੇ ਸਾਹਿਬਜ਼ਾਦੇ ਜਾਂ ਵੱਡੇ ਸਾਹਿਬਜ਼ਾਦੇ, ਵੱਡੇ ਘੱਲੂਘਾਰੇ, ਛੋਟੇ ਘੱਲੂਘਾਰੇ ਜਿਹੜੇ ਸਿੱਖਾਂ ਤੇ ਅੱਜ ਤੱਕ ਜ਼ੁਲਮ ਹੁੰਦੇ ਆ ਰਹੇ ਨੇ, ਜਾਂ 1984 ਦਾ ਜਿਹੜਾ ਦਰਬਾਰ ਸਾਹਿਬ ਦਾ ਅਸੀਂ ਹਮਲਾ ਗਿਣਦੇ ਹਾਂ, ਇਹ ਜਿਹੜਾ ਰੱਬ ਸਾਡਾ ਮਾਤਾ ਪਿਤਾ ਹੈ, ਸੌਰੀ ਕਲਾਂ ਦਾ ਸਮਰੱਥਾ ਹੈ, ਸਭ ਨੂੰ ਚਲਾਉਣ ਵਾਲਾ ਹੈ, ਉਹ ਇਹਨਾਂ ਜ਼ੁਲਮਾਂ ਨੂੰ ਕਿਉਂ ਨਹੀਂ ਰੋਕਦਾ, ਸਾਰੇ ਪਾਸੇ ਚੰਗੇ ਹੀ ਚੰਗੇ ਕੰਮ ਕਿਉਂ ਨਹੀਂ ਕਰਦਾ? ਇਹਦਾ ਉੱਤਰ ਤੇ ਤੁਸੀਂ ਗੁਰਬਾਣੀ ਚ ਲੱਭੋ ਨਾ। ਕਿਉਂ ਮੈਂ ਤੁਹਾਨੂੰ ਪੁੱਛਿਆ ਨਾ, ਤੁਸੀਂ ਗੁਰਬਾਣੀ ਪੜ੍ਹੀ ਹੋਈ ਹੈ। ਹੁਣ ਮੈਂ ਦੱਸਣਾ ਤੁਹਾਨੂੰ, ਹੁਣ ਮੈਂ ਤੁਹਾਨੂੰ ਜਵਾਬ ਦਿਆਂ। ਹਾਂ ਮੈਂ ਤੁਹਾਨੂੰ ਜਵਾਬ ਦੇਣਾ। ਦੇਖੋ ਕੁਦਰਤ ਹੈ ਨਾ, ਕੁਦਰਤ, ਚਲੋ ਗੱਲ ਕਰੋ। ਕੁਦਰਤ ਹੈ ਨਾ, ਕੁਦਰਤ ਨੂੰ ਤੁਸੀਂ ਮੰਨਦੇ ਹੋ, ਮੈਂ ਵੀ ਮੰਨਦਾ, ਕੁਦਰਤ ਦਿਸਦੀ ਹੈ, ਸਭ ਨੂੰ ਦਿਸਦੀ ਹੈ। ਅਗਰ ਪ੍ਰਮਾਤਮਾ ਜਿਹੜਾ ਉਹ ਸਾਡੀ ਪੂਰਾ ਸਮਝ ਚ ਨਹੀਂ ਹੈ ਉਹ ਜ਼ਰੂਰ ਬਾਣੀ ਚ ਲਿਖਿਆ ਕਿ ਪ੍ਰਮਾਤਮਾ ਦੇ ਹੈ ਹੀ ਹੈ, ਲੇਕਿਨ ਹੈ ਕਿਤਾ ਵੱਡਾ, ਉਹ ਅਤੁੱਲ ਤੇ ਅਤੋਲ ਹੈ, ਬੇਅੰਤ ਹੈ, ਉਹਨੂੰ ਪੂਰਾ ਤੋਲਿਆ ਨਹੀਂ ਜਾ ਸਕਦਾ, ਉਹਦਾ ਪੂਰਾ ਲੇਖਾ ਨਹੀਂ ਕੀਤਾ ਜਾ ਸਕਦਾ। ਪਹਿਲੀ ਗੱਲ ਤਾਂ ਇਹ ਕਿ ਅਗਰ ਤੇ ਰੱਬ ਹੁੰਦਾ ਹੀ ਨਾ ਤੇ ਗੁਰੂ ਸਾਹਿਬ ਇਹ ਗੱਲ ਕਹਿੰਦੇ ਹੀ ਨਾ। ਤਾਂ ਚਾਰ ਵਾਕ ਵਰਗਾ ਕਹਿ ਦਿੰਦੇ, ਚਾਰ ਵਾਕ ਰਿਸ਼ੀ ਨੇ ਕਿਹਾ ਕਿ ਬਈ ਰੱਬ ਤੇ ਹੈ ਹੀ ਨਹੀਂ ਹੈ, ਗੁਰੂ ਸਾਹਿਬ ਕਹਿ ਦਿੰਦੇ। ਬੁੱਧ ਮਤ ਨੇ ਕਿਹਾ ਕਿ ਰੱਬ ਤੇ ਹੈ ਹੀ ਨਹੀਂ ਹੈ, ਗੁਰੂ ਸਾਹਿਬ ਵੀ ਕਹਿ ਦਿੰਦੇ। ਗੁਰਬਾਣੀ ਵਿੱਚ ਕਿਤੇ ਇੱਕ ਸ਼ਬਦ ਵੀ ਐਸਾ ਨਹੀਂ ਆਇਆ ਜਿੱਥੇ ਗੁਰੂ ਸਾਹਿਬ ਨੇ ਕਿਹਾ ਹੈ ਕਿ ਰੱਬ ਨਹੀਂ ਹੈ, ਇਹ ਮਜ਼ਾਕ ਹੈ, ਇਹ ਝੂਠ ਹੈ। ਠੀਕ ਹੈ ਜੀ। ਹੁਣ ਆ ਗਈ ਗੱਲ ਤੁਹਾਡਾ ਜਵਾਬ। ਅਗਰ ਇਹ ਕੁਦਰਤ ਹੈ ਤੇ ਦੱਸੋ ਕੁਦਰਤ ਦੇ ਨਿਯਮ ਇਹ ਵਿਤਕਰਾ ਕਿਉਂ ਕਰ ਰਹੇ ਸਾਰਿਆਂ ਦੇ ਨਾਲ? ਕੁਦਰਤ ਦੇ ਨਿਯਮਾਂ ਵਿੱਚ ਬਿਮਾਰੀ ਕਿਉਂ ਹੈ? ਕੁਦਰਤ ਦੇ ਨਿਯਮਾਂ ਵਿੱਚ ਹੈਜ਼ਾ, ਪਲੇਗ ਕਿਉਂ ਹੈ? ਸੁਨਾਮੀ ਕਿਉਂ ਹੈ? ਤੂਫਾਨ ਕਿਉਂ ਹੈ? ਅੱਗ ਕਿਉਂ ਹੈ? ਬਾਰਿਸ਼ ਕਿਉਂ ਹੈ? ਕੁਦਰਤ ਬੰਦਿਆਂ ਦੀ ਜਾਨ ਕਿਉਂ ਲੈਂਦੀ ਹੈ? ਅਗਰ ਇਹ ਸਾਰੀਆਂ ਗੱਲਾਂ ਗੁਰੂ ਸਾਹਿਬ ਨੇ ਕੁਦਰਤ ਵਾਸਤੇ ਕਹੀਆਂ ਤੇ ਕੁਦਰਤ ਇਤਨੀ ਨਿਰਦਈ ਕਿਉਂ ਹੈ ਕਿ ਇੱਕ ਸੁਨਾਮੀ ਆਉਂਦੀ ਹੈ, ਰਾਤੀ ਘਰੇ ਸੁੱਤੇ ਲੋਕ ਮਾਰੇ ਜਾਂਦੇ ਨੇ, ਤੂਫਾਨ ਆਉਂਦਾ ਲੋਕ ਮਕਾਨ ਉੱਡ ਜਾਂਦੇ ਨੇ, ਬਿਜਲੀ ਪੈਂਦੀ ਘਰ ਫੂਕੇ ਜਾਂਦੇ ਨੇ, ਹੈਜ਼ਾ ਫੈਲਦਾ ਲੱਖਾਂ ਜਾਨਾਂ ਚਲੀਆਂ ਜਾਂਦੀਆਂ ਨੇ, ਪਲੇਗ ਫੈਲਦਾ ਲੱਖਾਂ ਜਾਨਾਂ ਚਲੀਆਂ ਜਾਂਦੀਆਂ ਨੇ, ਕੋਰੋਨਾ ਆ ਗਿਆ ਹੁਣ ਲੱਖਾਂ ਜਾਨਾਂ ਜਾ ਰਹੀਆਂ ਨੇ। ਕੁਦਰਤ ਮੈਂ ਸਵਾਲ ਕੀਤਾ ਸੀ ਕਿ ਰੱਬ ਨੂੰ ਉਹਨਾਂ ਨੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਦੀ ਗੱਲ ਮੈਂ ਸ਼ੁਰੂ ਕੀਤੀ ਸੀ, ਤੁਸੀਂ ਤਾਂ ਕੁਦਰਤ ਤੇ ਹੈਗੇ, ਕੁਦਰਤ ਤਾਂ ਮੈਂ ਵੀ ਮੰਨੀ ਜਾਣਾ ਵੀ ਕੁਦਰਤ ਹੈਗੀ ਹੈ। ਤੇ ਕੁਦਰਤ ਕਿਉਂ ਕਰ ਰਹੀ ਹੈ? ਮੈਂ ਤੁਹਾਨੂੰ ਵੀ ਕੁਦਰਤ ਗੱਲ ਉਹੀ ਹੈ, ਇਹ ਤਾਂ ਸਾਡੇ ਕੁਦਰਤ ਦੇ ਵਿੱਚ ਜੋ ਨਿਯਮ ਨੇ ਉਹਨਾਂ ਦਾ ਵਿਗਾੜ ਆ ਜਾਂਦਾ, ਬਿਮਾਰੀਆਂ ਫੈਲਦੀਆਂ ਨੇ ਤੇ ਇਲਾਜ ਵੀ ਹੁੰਦਾ ਹੈ, ਡਾਕਟਰ ਵੀ ਕਿੰਨੇ ਪੈਦਾ ਹੋ ਗਏ ਨੇ ਅੱਜ, ਦਿਲ ਅੱਖਾਂ ਜਿਹੜੇ ਹੋਰ ਮਿਹਦੇ ਵਗੈਰਾ ਦੀਆਂ ਪੇਟ ਦੇ ਵਿੱਚੋਂ ਜਿਹੜੇ ਪੁਰਜੇ ਨੇ ਬੰਦਿਆਂ ਦੇ ਇੱਕ ਦੂਜੇ 'ਚ ਬਦਲ ਕੇ ਪਾ ਦਿੱਤੇ ਜਾਂਦੇ ਨੇ, ਕਿੰਨਾ ਕੁਛ ਵਿਗਿਆਨੀਆਂ ਨੇ ਕਰ ਲਿਆ। ਇਹ ਤਾਂ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਇਹਨਾਂ ਨੇ ਕਰ ਲਿਆ। ਪਰ ਇੱਥੇ ਗੱਲ ਉਹ ਹੋ ਰਹੀ ਸੀ ਕਿ ਜੇ ਰੱਬ ਇੰਨਾ ਨੇਕ ਹੈ, ਭਲਾ ਹੈ, ਤੇ ਉਹ ਫਿਰ ਬੁਰੇ ਕੰਮ ਕਿਉਂ ਕਰਨ ਦਿੰਦਾ ਹੈ? ਗੱਲ ਤਾਂ ਇਹ ਸੀ ਮੇਰਾ ਸਵਾਲ। ਤੇ ਇਹੀ ਗੱਲ ਕਹਿ ਰਹੇ ਹਾਂ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਰੱਬ ਐਸਾ ਕਿਉਂ ਕਰ ਦਿੰਦਾ, ਠੀਕ ਹੈ ਨਾ, ਐਸਾ ਰੱਬ ਕਿਉਂ ਕਰ ਦਿੰਦਾ, ਤੇ ਤੁਸੀਂ ਇਹ ਨਾਲ ਕਹਿ ਰਹੇ ਹੋ ਕਿ ਰੱਬ ਦਾ ਜਦ ਅੰਤ ਨਹੀਂ ਹੈ, ਸਾਨੂੰ ਪੂਰਾ ਅਜੇ ਪਤਾ ਨਹੀਂ ਹੈ ਕਿ ਰੱਬ ਐਸਾ ਕਿਉਂ ਕਰਦਾ, ਤੇ ਫਿਰ ਮੈਂ ਇਹਦਾ ਜਵਾਬ ਕਿੱਥੋਂ ਦਿਆਂ ਤੁਹਾਨੂੰ? ਮੈਂ ਇਹ ਤੁਹਾਨੂੰ ਤੁਸੀਂ ਮੈਨੂੰ ਤਾਂ ਬਾਰ-ਬਾਰ ਸਵਾਲ ਕਰਦੇ ਸੀ ਨਾ, ਰੱਬ ਹੈਗਾ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਰੱਬ ਦੀ ਪੂਰੀ ਤੇ ਗੁਰਬਾਣੀ 'ਚ ਇਹ ਵੀ ਤਾਂ ਲਿਖਿਆ ਹੈ ਕਿ ਉਹ ਸਾਰੇ ਕੰਮ ਕਰਨ ਵਾਲਾ, ਜਿਹੜਾ ਜੇ ਐਂ ਪੰਕਤੀਆਂ ਅਧੂਰੀਆਂ ਲੈ ਕੇ ਆਪਾਂ ਅਰਥ ਕਰਾਂਗੇ, ਜੇ ਉਹ ਸਾਡਾ ਮਾਤਾ ਪਿਤਾ ਹੈ ਤੇ ਮਾਤਾ ਪਿਤਾ ਬੱਚਿਆਂ ਵਾਸਤੇ ਕਦੀ ਜ਼ੁਲਮ ਨਹੀਂ ਕਰਦੇ ਹੁੰਦੇ, ਤੇ ਗੁਰੂ ਸਾਹਿਬ ਤੇ ਸਿੱਖਾਂ ਤੇ ਜਾਂ ਹੋਰ ਦੁਨੀਆ ਦੇ ਵਿੱਚ ਵੱਡੇ ਵੱਡੇ ਜ਼ੁਲਮ ਹੋਏ ਨੇ, ਸੈਕੰਡ ਵਰਲਡ ਵਾਰ ਲੱਗ ਗਈ, ਫਸਟ ਵਰਲਡ ਵਾਰ ਲੱਗ ਗਈ, ਐਟਮ ਬੰਬ ਸੁੱਟ ਦਿੱਤੇ ਗਏ, ਕਿੰਨਾ ਕੁਛ ਹੋ ਗਿਆ, ਤੇ ਇਹ ਰੱਬ ਹੀ ਕਰਦਾ ਸਾਰਾ ਕੁਛ ਇਹੋ ਜਿਹੇ ਮਾੜੇ ਕੰਮ। ਤੇ ਫਿਰ ਜੇ ਤੁਸੀਂ ਰੱਬ ਨੂੰ ਨਹੀਂ ਮੰਨਦੇ ਫਿਰ ਕੌਣ ਕਰਦਾ ਇਹ ਕੰਮ? ਇਹੀ ਤਾਂ ਮੈਂ ਪੁੱਛ ਰਿਹਾ ਤੁਹਾਨੂੰ, ਜੇ ਤੁਸੀਂ ਕਹਿੰਦੇ ਹੋ ਰੱਬ ਹੈਗਾ, ਮੈਂ ਪੁੱਛ ਰਿਹਾ ਵੀ ਰੱਬ ਇਹਨਾਂ ਨੂੰ ਰੋਕਦਾ ਕਿਉਂ ਨਹੀਂ ਮਾੜੇ ਕੰਮਾਂ ਨੂੰ? ਮੈਂ ਉਹੀ ਤੇ ਗੱਲ ਕਹਿ ਰਿਹਾ ਵੀ ਰੱਬ ਦੇ, ਜਦ ਤੁਸੀਂ ਖੁਦ ਮੰਨ ਚੁੱਕੇ ਹੋ ਕਿ ਰੱਬ ਦੀ ਪੂਰੀ ਖੇਡ ਦਾ ਅੰਤ ਅਜੇ ਅਸੀਂ ਨਹੀਂ ਪਾਇਆ, ਹਾਂ, ਉਹਦੇ ਅੰਤ ਉਹਦਾ ਪੂਰਾ ਲੇਖਾ ਜੋਖਾ ਸਾਨੂੰ ਨਹੀਂ ਪਤਾ ਕਿ ਵੀ ਕਿਉਂ ਕਰਦਾ, ਕਿਸ ਤਰ੍ਹਾਂ ਕਰਦਾ, ਠੀਕ ਹੈ ਨਾ, ਤੇ ਤੁਸੀਂ ਆਪ ਹੀ ਜਵਾਬ ਦੇ ਬੈਠੇ ਹੋ ਇਸ ਗੱਲ ਦਾ। ਇਸੇ ਕਰਕੇ ਤਾਂ ਮੈਂ ਕਹਿ ਰਿਹਾ ਜਿਹਦੇ ਬਾਰੇ ਅਸੀਂ ਨਹੀਂ ਜਾਣਦੇ ਉਹਦੀ ਥਾਂ ਤੇ ਆਪਾਂ ਸਾਡੇ ਸਮਾਜ ਨੂੰ ਸੁਧਾਰਨ ਵਾਸਤੇ ਰਲ ਮਿਲ ਕੇ ਕੰਮ ਕਰੀਏ ਕਿ ਅਸੀਂ ਕਿਵੇਂ ਤਰੱਕੀ ਕਰੀਏ। ਜਿਵੇਂ ਯਹੂਦੀਆਂ ਨੇ ਗਿਆਨ ਦੇ ਨਾਲ, ਅਕਲ ਦੇ ਨਾਲ ਆਪਣਾ ਸਿਰ ਜੋੜ ਕੇ ਬੈਠੇ ਤੇ ਉਹਨਾਂ ਨੇ ਦੁਨੀਆ ਦੇ ਉੱਤੇ ਲਗਭਗ ਪਿੱਛੇ ਰਹਿ ਕੇ ਕਬਜ਼ੇ ਵਾਂਗੂ ਕੀਤਾ ਹੋਇਆ, ਸਾਰੀਆਂ ਦੁਨੀਆ ਦੀਆਂ ਬੈਂਕਾਂ ਅਤੇ ਜਿਹੜੇ ਹਥਿਆਰਬੰਦ ਤੌਰ ਤਰੀਕੇ ਨੇ ਉਹਨਾਂ ਨੇ ਪਿੱਛੇ ਰਹਿ ਕੇ ਕਬਜ਼ਾ ਕੀਤਾ ਹੋਇਆ। ਜਿਵੇਂ ਅਮਰੀਕਾ, ਜਿਵੇਂ ਰੂਸ, ਕਿਹੜੇ ਨੂੰ ਕਿਵੇਂ ਚਲਾਉਣਾ ਹੈ, ਕਦੋਂ ਜੰਗ ਲਾਉਣੀ ਹੈ, ਤੇ ਇਹ ਸਾਰਾ ਉਹਨਾਂ ਦੇ ਲੋਕਾਂ ਦੇ ਹੱਥ 'ਚ ਇੱਕ ਤਰ੍ਹਾਂ ਦਾ ਰਿਮੋਟ ਕੰਟਰੋਲ ਹੈ। ਅਸੀਂ ਕੋਈ ਇਹੋ ਜਿਹੇ ਸਿਆਣੇ ਬਣੀਏ ਨਾ ਕਿ ਰੱਬ ਬਾਰੇ ਸਾਰਾ ਦਿਨ ਬੈਠੇ ਗੱਲਾਂ ਕਰੀ ਜਾਈਏ, ਅਸੀਂ ਰੱਬ ਦੇ ਨਿਯਮਾਂ ਨੂੰ ਸਮਝ ਕੇ ਆਪਣੇ ਲੋਕਾਂ ਦੇ ਭਲੇ ਵਾਸਤੇ ਕੰਮ ਕਰੀਏ। ਚਲੋ ਯਹੂਦੀ ਤੇ ਰੱਬ ਨੂੰ ਬੜਾ ਜ਼ਿਆਦਾ ਮੰਨਦੇ ਨੇ, ਇਹ ਵੀ ਨਾ ਸੁਣ ਲਓ ਤੁਸੀਂ। ਮੈਂ ਦੂਸਰੀ ਗੱਲ ਤੇ, ਪਰ ਉਹਨਾਂ ਨੇ ਪੰਗਾ ਨਹੀਂ ਲਿਆ ਰੱਬ ਬਾਰੇ, ਹੁਣ ਅੱਜ ਕੱਲ੍ਹ ਬੰਦ ਕਰਤਾ ਉਹਨਾਂ ਨੇ। ਚਲੋ ਚੈਪਟਰ ਨੂੰ ਬੰਦ ਕਰਨੇ ਆ, ਇਸ ਸਵਾਲ ਨੂੰ ਬੰਦ ਕਰਨੇ, ਅਗਲੇ ਸਵਾਲ ਤੇ ਆਉਂਦੇ ਆ। ਮੈਨੂੰ ਇਹ ਦੱਸੋ ਤੁਸੀਂ ਕਿ ਦੇ ਵਿੱਚ ਐਸਾ ਕਿਹੜਾ ਨਿਯਮ ਹੈ ਜਿਹੜਾ ਕੁਦਰਤ ਦੇ ਵਿੱਚੋਂ ਬਾਹਰੋਂ ਆਇਆ, ਗੈਰ ਕੁਦਰਤੀ ਹੈ? ਇਹੋ ਜਿਹਾ ਕੋਈ ਬਿਆਨ ਨਹੀਂ ਕਰ ਸਕਦੇ ਜੀ ਆਪਾਂ ਵੀ ਜਿਹੜਾ ਬਾਹਰੋਂ ਕਿਤੋਂ ਨਿਯਮ ਆਇਆ। ਬਈ ਕੁਦਰਤ ਦੇ ਵਿੱਚ ਕੋਈ ਗੈਰ ਕੁਦਰਤੀ ਨਿਯਮ ਹੈ?
ਗੈਰ ਕੁਦਰਤੀ ਆਪਾਂ ਉਹਨੂੰ ਕਹਿ ਦਿੰਦੇ ਹਾਂ ਇੱਕ ਤਰ੍ਹਾਂ ਦਾ ਆਪਣੇ ਮਨ ਨੂੰ ਸਮਝਾਉਣ ਵਾਸਤੇ ਜਾਂ ਲੋਕਾਂ ਨੂੰ ਸਮਝਾਉਣ ਵਾਸਤੇ। ਜਿਹੜੀ ਗੱਲ ਜਿਵੇਂ ਤੂਫਾਨ ਆ ਗਿਆ, ਆਪਾਂ ਕਹਿੰਦੇ ਵੀ ਤਾਂ ਤੂਫਾਨ ਆ ਗਿਆ, ਭਾਵੇਂ ਉਹ ਹੈ ਕੁਦਰਤ ਦੇ ਨਿਯਮਾਂ ਦੇ ਵਿੱਚ ਹੀ, ਪਰ ਅਸੀਂ ਕਹਿ ਦਿੰਦੇ ਵੀ ਤਾਂ ਗੈਰ ਕੁਦਰਤੀ ਘਟਨਾ ਵਾਪਰ ਗਈ। ਬਿਮਾਰੀ ਅਸੀਂ ਕਹਿ ਦਿੰਦੇ ਹਾਂ ਤਾਂ ਗੈਰ ਕੁਦਰਤੀ ਘਟਨਾ ਵਾਪਰ ਗਈ, ਅਚਨਚੇਤੀ ਹੋ ਗਈ। ਜਿਹੜੀ ਸਾਡੀ ਸਮਝ ਦੇ ਵਿੱਚ ਨਹੀਂ ਆਉਂਦੀ ਉਹਨੂੰ ਅਸੀਂ ਗੈਰ ਕੁਦਰਤੀ ਕਹਿ ਦਿੰਦੇ ਹਾਂ। ਹੋ ਰਿਹਾ ਕੁਦਰਤ ਦੇ ਨਿਯਮਾਂ ਦੇ ਵਿੱਚ ਨਹੀਂ, ਹੋ ਰਿਹਾ ਨਿਯਮਾਂ ਦੇ ਵਿੱਚ ਹੈ। ਇਹਦਾ ਮਤਲਬ ਕੁਦਰਤ ਕੋਈ ਵੀ ਐਸੀ ਘਟਨਾ ਜਿਹੜੀ ਵਾਪਰਦੀ ਹੈ ਉਹ ਕੁਦਰਤ ਦੇ ਨਿਯਮਾਂ ਤੋਂ ਬਾਹਰ ਨਹੀਂ ਵਾਪਰਦੀ। ਇਸ ਗੱਲ ਨੂੰ ਮੰਨ ਨਹੀਂ ਵਾਪਰਦੀ, ਨਹੀਂ ਵਾਪਰਦੀ। ਇਹਦਾ ਮਤਲਬ ਇਹ ਹੋਇਆ ਕਿ ਦੇਖੋ ਕੁਦਰਤ ਦੇ ਅੰਦਰ ਜਿਹੜੀ ਵੀ ਘਟਨਾ ਵਾਪਰ ਰਹੀ ਹੈ ਉਹ ਕੁਦਰਤ ਦੇ ਨਿਯਮਾਂ ਅੰਦਰ ਵਾਪਰ ਰਹੀ ਹੈ। ਅਗਰ ਤੁਸੀਂ ਕੀ ਕਹਿ ਰਹੇ ਹੋ ਇਸ ਗੱਲ ਤੇ ਕਾਇਮ ਹੋ, ਫਿਰ ਇਸੀ ਗੱਲ ਦੇ ਵਿੱਚ ਤੁਹਾਡਾ ਜਵਾਬ ਹੈ ਕਿ ਇਸ ਧਰਤੀ ਤੇ ਜੋ ਕੁਝ ਵੀ ਹੋ ਰਿਹਾ ਨਾ ਉਹ ਕੁਦਰਤ ਦੇ ਨਿਯਮਾਂ ਦੇ ਵਿੱਚ ਹੀ ਹੋ ਰਿਹਾ। ਇੱਥੇ ਨਾ ਇਹ ਧਿਆਨ ਰਵੇ, ਇਸ ਧਰਤੀ ਦਾ ਬਾਦਸ਼ਾਹ ਗੁਰਬਾਣੀ ਨੇ ਮਨੁੱਖ ਨੂੰ ਮੰਨਿਆ ਹੋਇਆ। ਸਾਰੇ ਜੀਵਾਂ ਦੇ ਵਿੱਚੋਂ ਸ਼੍ਰੋਮਣੀ ਜੀਵ ਹੈ ਇਨਸਾਨ। ਤੇ ਇਨਸਾਨ ਨੇ ਧਰਤੀ ਦੇ ਉੱਤੇ ਬਹੁਤ ਕੁਝ ਪਹਿਲਾਂ ਕੀਤਾ ਹੈ ਤੇ ਅੱਗੋਂ ਨੂੰ ਕਰਨਾ ਹੈ। ਸਾਰੇ ਜੀਵ ਜੰਤੂ ਇਹਦੇ ਕੰਟਰੋਲ 'ਚ ਨੇ, ਭਾਵ ਕਿ ਉਹਨਾਂ ਨੂੰ ਮਾਰਨਾ ਹੈ ਕਿ ਉਹਨਾਂ ਨੂੰ ਛੱਡਣਾ ਹੈ। ਕਿੰਨੀਆਂ ਨਸਲਾਂ, ਕਿੰਨੇ ਜੀਵ ਜੰਤੂ ਅੱਜ ਜਿਹੜੇ ਪਿੰਜਰਿਆਂ 'ਚ ਬੰਦ ਤਾਂ ਰਹਿ ਗਏ ਨੇ ਜਿਉਂਦੇ, ਨਹੀਂ ਤਾਂ ਜੰਗਲਾਂ 'ਚੋਂ ਖਤਮ ਹੋ ਗਏ ਨੇ। ਇਸ ਤਰ੍ਹਾਂ ਹੁਣ ਧਰਤੀ ਦੇ ਉੱਤੇ ਬੰਦੇ ਨੇ ਤਾਕਤ ਹਾਸਲ ਕਰਕੇ ਬਹੁਤ ਸਾਰੀਆਂ ਚੀਜ਼ਾਂ ਤੇ ਕੰਟਰੋਲ ਕਰ ਲਿਆ। ਕੁਦਰਤ ਨੂੰ ਕਿਵੇਂ ਵਰਤਣਾ ਇਹ ਬੰਦੇ ਨੇ ਸਿੱਖ ਲਿਆ। ਯਾਨੀ ਕਿ ਬੰਦਾ ਕਿਹੜੇ ਬੰਦੇ ਨੇ ਕਿਸ ਲਈ ਜੀਣਾ ਤੇ ਕਿਸ ਲਈ ਪੈਦਾ ਹੋਣਾ, ਕਿਸ ਲਈ ਮਰਨਾ, ਇਹ ਬੰਦੇ ਦੇ ਹੱਥ 'ਚ ਅੱਜ ਆ ਚੁੱਕਿਆ। ਅੱਗੇ 10-10 ਬੱਚੇ ਵੀ ਹੋ ਜਾਂਦੇ ਸੀ, ਅੱਜ ਇੱਕ ਹੋਣਾ ਕਿ ਦੋ ਹੋਣਾ, ਇਹ ਵਿਗਿਆਨੀਆਂ ਨੇ ਹੀ ਲੱਭਿਆ ਸਾਰਾ ਕੁਝ। ਚਲੋ ਨਹੀਂ, ਮੈਂ ਕਹਿ ਰਿਹਾ ਕਿ ਕੰਟਰੋਲ ਵਿਗਿਆਨੀਆਂ ਨੇ ਲੱਭ ਤੇ ਲਿਆ ਵੀ ਬੱਚਾ ਪੈਦਾ ਕਿਸ ਤਰ੍ਹਾਂ ਹੁੰਦਾ, ਲੇਕਿਨ ਕਿਸ ਵੇਲੇ ਕਿਸ ਨੇ ਪੈਦਾ ਹੋਣਾ ਹੈ ਤੇ ਕਿਸ ਵੇਲੇ ਕਿਸ ਨੇ ਮਰਨਾ ਹੈ ਤੇ ਕਿਸ ਵੇਲੇ ਕਿਸੇ ਦਾ ਐਕਸੀਡੈਂਟ ਹੋਣਾ ਹੈ, ਇਹ ਸਾਰਾ ਬੰਦੇ ਦੇ ਹੱਥ 'ਚ ਹੈ। ਇਹ ਸਾਰੇ ਨਿਯਮ ਲਾਲ ਬੱਤੀਆਂ ਦੇ, ਸੜਕ ਦੇ ਜਿਹੜੇ ਨਿਯਮ ਨੇ, ਡਰਾਈਵਿੰਗ ਦੀ ਟ੍ਰੇਨਿੰਗ ਹੈ, ਜਿਹੜੀ ਗੱਡੀਆਂ ਦੀ ਚੈਕਿੰਗ ਹੈ, ਚੰਗੀ ਮਾੜੀ ਗੱਡੀ ਉਹਦੀ ਹੈ ਜਿਹੜੀ ਸਰਵਿਸ ਸਮੇਂ ਸਿਰ ਕਰਾਉਣੀ, ਇਹ ਸਾਰੇ ਨਿਯਮ ਬਕਾਇਦਾ ਸਰਕਾਰ ਨੇ ਵੀ ਰਹਿਣ ਦੇ ਵਾਸਤੇ, ਲੋਕਾਂ ਦੇ ਭਲੇ ਵਾਸਤੇ ਬਣਾਏ ਹੋਏ ਨੇ। ਜਿਹੜਾ ਨਿਯਮਾਂ ਦੀ ਉਲੰਘਣਾ ਕਰੂਗਾ ਮਰੂਗਾ ਉਹ। ਯਾਨੀ ਕਿ ਹੁਣ ਕਰੋਨਾ ਨਾਲ ਜਿਹੜੇ ਮਰ ਰਹੇ ਨੇ ਇਹ ਬੰਦੇ ਦੇ ਹੱਥ 'ਚ ਹੈ। ਜਿਹੜੇ ਕਰੋਨਾ ਨਾਲ, ਕਰੋਨਾ ਤਾਂ ਹੈ ਹੀ ਨਹੀਂ, ਬਿਮਾਰੀ ਉਹ ਨਹੀਂ ਹੈ, ਤਾਂ ਝੂਠ ਹੈ ਸਾਰਾ ਫੈਲਾਇਆ ਹੋਇਆ। ਚਲੋ ਉਹ ਵਿਸ਼ਾ ਵੱਖਰਾ ਹੋ ਜਾਏਗਾ ਫਿਰ। ਅੱਛਾ, ਹੁਣ ਤੁਹਾਨੂੰ ਮੈਂ ਇੱਕ ਸਵਾਲ ਪੁੱਛਣਾ ਕਿ ਦੇਖੋ ਤੁਸੀਂ ਕੁਦਰਤ ਨੂੰ ਮੰਨਦੇ ਹੋ, ਅਸੀਂ ਵੀ ਮੰਨਦੇ ਹਾਂ, ਕੁਦਰਤ ਹੈ ਸਾਹਮਣੇ, ਵਾਧਾ ਹੈ, ਮੈਟਰ ਹੈ, ਸਾਇੰਟਿਸਟਾਂ ਨੇ ਸਾਰੀ ਖੋਜ ਕੀਤੀ ਹੈ ਵੀ ਹੈ ਇਹ ਐਟਮ ਦਾ ਬਿਹੇਵੀਅਰ ਕੀ ਹੈ, ਇਹ ਵੀ ਸਾਇੰਟਿਸਟਾਂ ਨੇ ਲੱਭਿਆ, ਬਹੁਤ ਚਿਰ ਪਹਿਲਾਂ ਲੱਭਿਆ। ਹੁਣ ਹੋਰ ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੀਆਂ ਕਾਢਾਂ ਕੁਦਰਤ ਦੇ ਬਾਰੇ ਇਨਸਾਨ ਜਾਣਦਾ ਜਾਂ ਕੱਢ ਰਿਹਾ, ਠੀਕ ਹੈ ਜੀ। ਹੁਣ ਜਿਹੜਾ ਬ੍ਰੇਨ ਹੈ ਸਾਡੇ, ਅਸੀਂ ਕਹਿੰਦੇ ਹਾਂ ਕਿ ਸਾਡੀ ਸੋਚਣ ਦੀ ਸ਼ਕਤੀ ਕਿੱਥੋਂ ਆਉਂਦੀ ਹੈ, ਤੇ ਸਾਇੰਟਿਸਟਾਂ ਨੇ ਕਿਹਾ, ਜਿਹੜੇ ਫਿਜ਼ਿਸਟ, ਜਿਹੜੇ ਸਾਇੰਸ ਨੂੰ ਮੰਨਣ ਵਾਲੇ ਨੇ, ਉਹ ਕਹਿੰਦੇ ਨੇ ਸਾਡੇ ਸੋਚਣ ਦੀ ਸ਼ਕਤੀ ਜਿਹੜੀ ਹੈ ਉਹ ਸਾਡੇ ਦਿਮਾਗੀ ਪੁਰਜੇ 'ਚੋਂ ਨਿਕਲਦੀ ਹੈ, ਦਿਮਾਗ 'ਚੋਂ ਨਿਕਲਦੀ ਹੈ। ਤੇ ਫਿਰ ਸਵਾਲ ਉੱਠਦਾ ਵੀ ਦਿਮਾਗ ਕੀ ਹੈ, ਤੇ ਦਿਮਾਗ ਦੇ ਸਟੇਟਸ ਨੂੰ ਅਸੀਂ ਕਹਿੰਦੇ ਹਾਂ ਇਹ ਜੈਵਿਕ ਸਥਿਤੀ ਹੈ, ਠੀਕ ਹੈ ਨਾ। ਦਿਮਾਗ ਦੀ ਸਥਿਤੀ ਜੈਵਿਕ ਸਥਿਤੀ ਹੈ। ਤੇ ਜਿਹੜੇ ਅਸੀਂ ਪੁੱਛਦੇ ਹਾਂ ਵੀ ਜੈਵਿਕ ਸਥਿਤੀ ਕੀ ਹੈ, ਤੇ ਅਸੀਂ ਕਹਿੰਦੇ ਹਾਂ ਇਹ ਮਾਦਾ ਹੈ, ਮੈਟਰ ਹੈ। ਮੈਟਰ ਤੋਂ ਹੀ ਇਨਸਾਨ ਬਣਿਆ, ਠੀਕ ਹੈ ਨਾ। ਜਿਲੇ ਮੈਟਰ ਤੋਂ ਇਨਸਾਨ ਬਣਿਆ ਤੇ ਮੈਟਰ ਜਿਹੜਾ ਮੈਟਰ ਦਾ ਜਿਹੜਾ ਇੰਟਰਪਲੇ ਹੈ ਪਾਰਟੀਕਲਸ ਦਾ, ਉਹ ਫਿਕਸ ਹੈ, ਡਿਟਰਮਾਈਂਡ ਹੈ, ਨਿਸ਼ਚਿਤ ਹੈ। ਤੇ ਤੁਸੀਂ ਕਿਆ ਸਮਝਦੇ ਹੋ ਕਿ ਇਹ ਜੋ ਕੁਦਰਤੀ ਵਰਤਾਰਾ ਹੈ ਇਹ ਸਾਰਾ ਨਿਸ਼ਚਿਤ ਹੈ, ਪਹਿਲੇ ਤੋਂ ਤੈਅ ਹੈ? ਜਿਵੇਂ ਮਤਲਬ ਕਿ ਪਹਿਲੇ ਤੋਂ ਤੈਅ, ਮਨੁੱਖ ਦਾ ਜੀਵ ਦਾ ਬਣਨਾ ਇਹ ਪਹਿਲੇ ਤੋਂ ਤੈਅ ਹੈ, ਭਾਵ ਕਿ ਇਸ ਤਰ੍ਹਾਂ ਦੇ ਅੰਗਾਂ ਵਾਲਾ ਜਾਂ ਇਸ ਤਰ੍ਹਾਂ ਦਾ ਬਣੂਗਾ, ਇਸ ਢੰਗ ਨਾਲ ਉਹਦੇ ਪੈਦਾ ਹੋਣ ਦੇ ਤੌਰ ਤਰੀਕੇ ਨੇ, ਇਹ ਨਿਸ਼ਚਿਤ ਹੈ। ਮੈਂ ਉਹਦੀ ਗੱਲ ਨਹੀਂ ਕਰ ਰਿਹਾ, ਉਹ ਤਾਂ ਸਭ ਨੂੰ ਪਤਾ ਬੱਚਾ ਕਿਸ ਤਰ੍ਹਾਂ ਪੈਦਾ ਹੁੰਦਾ, ਕਿਸ ਤਰ੍ਹਾਂ ਵੱਡਾ ਹੁੰਦਾ। ਮੈਂ ਇਹ ਗੱਲ ਕਰ ਰਿਹਾ ਕਿ ਇਸ ਕੁਦਰਤ ਵਿੱਚ ਜੋ ਕੁਝ ਹੋ ਰਿਹਾ, ਕਿਆ ਉਹ ਪਹਿਲੇ ਤੋਂ ਤੈਅ ਹੈ? ਇਹ ਹਾਲਾਤਾਂ ਦੇ ਅਨੁਸਾਰ, ਜਿਵੇਂ ਕਿ ਇਨਸਾਨ ਨੇ ਵੀ ਇੱਥੇ ਬਹੁਤ ਸਾਰਾ ਪ੍ਰਦੂਸ਼ਣ ਪੈਦਾ ਕੀਤਾ, ਜਾਂ ਐਟਮ ਬੰਬ ਚਲਾਏ, ਜਾਂ ਹੋਰ ਜਿਹੜੀਆਂ ਅਲਾਮਤਾਂ ਪੈਦਾ ਹੋਈਆਂ, ਉਹਦੇ ਕਰਕੇ ਵੀ ਕਈ ਵਾਰੀ ਤਬਦੀਲੀਆਂ ਆ ਜਾਂਦੀਆਂ ਨੇ। ਜਾਂ ਜਿਹੜੇ ਵਿਗਿਆਨੀ ਕੋਈ ਉਹ ਚੀਜ਼ਾਂ ਬਣਾਉਂਦੇ ਨੇ, ਉਹਦਾ ਟੈਸਟ ਕਰਦੇ ਹੋਏ ਨੇ, ਉਹਦਾ ਰਿਐਕਸ਼ਨ ਹੋ ਜਾਂਦਾ ਹੈ। ਇਸ ਤਰ੍ਹਾਂ ਕਈ ਚੀਜ਼ਾਂ ਦੇ ਵਿੱਚ ਕੁਦਰਤ ਦੇ ਨਿਯਮ ਨੇ, ਉਹਦੇ ਵਿੱਚ ਵਿਗਾੜ ਪੈਦਾ ਹੋ ਜਾਂਦਾ ਹੈ। ਨਹੀਂ, ਮੇਰਾ ਸਵਾਲ ਇੱਕ ਵਾਰੀ ਦੁਬਾਰਾ ਕੱਕਾ ਸਾਹਿਬ ਸੁਣ ਲਓ, ਸੌਰੀ ਅਗਰ ਮੈਂ ਤੁਹਾਨੂੰ ਸਹੀ ਤਰ੍ਹਾਂ ਨਹੀਂ ਪੁੱਛ ਪਾਇਆ, ਮੈਂ ਦੁਬਾਰਾ ਪੁੱਛ ਲੈਣਾ ਕਿ ਇਸ ਕਾਇਨਾਤ ਦੇ ਵਿੱਚ, ਇਸ ਕੁਦਰਤ ਦੇ ਵਿੱਚ ਜੋ ਕੁਝ ਵੀ ਹੋ ਰਿਹਾ, ਜੋ ਕੁਝ ਵੀ ਬੰਦਾ ਕਰ ਰਿਹਾ, ਜੋ ਕੁਝ ਵੀ ਵਾਪਰ ਰਿਹਾ, ਕੁਝ ਵੀ ਸਾਰਾ ਟੋਟਲ, ਕਿਆ ਪਹਿਲੇ ਤੋਂ ਤੈਅਸ਼ੁਦਾ? ਨਹੀਂ, ਉਹਦੇ ਬਾਰੇ ਆਪਾਂ ਕੋਈ ਬਿਆਨ ਨਹੀਂ ਕਰ ਸਕਦਾ ਕੋਈ ਬੰਦਾ ਕਿ ਪਹਿਲਾਂ ਤੋਂ, ਫਿਰ ਅਗਲਾ ਪੁੱਛੂਗਾ ਉਹ ਤੈਅ ਕਿਵੇਂ ਹੋਇਆ ਤੇ ਕਿਹਨੇ ਕੀਤਾ। ਫਿਰ ਆਮ ਤੌਰ ਤੇ ਇਹ ਸਵਾਲ ਉੱਠਦਾ, ਉਹਦੇ ਬਾਰੇ ਆਪਾਂ ਬਿਆਨ ਨਹੀਂ ਕਰ ਸਕਦੇ ਕਿ ਪਹਿਲਾਂ ਤੋਂ, ਕਦੋਂ ਤੋਂ ਇਹ ਨਿਯਮ ਬਣੇ ਹੋਏ ਨੇ ਤੇ ਕਿਹਨੇ ਬਣਾਏ ਨੇ, ਤੇ ਉਹਦਾ ਬਣਾਉਣ ਵਾਲਾ ਆਪ ਕਿੱਡਾ ਵੱਡਾ ਮਹਾਨ ਹੈ, ਕੀ ਹੈ, ਇਹਦੇ ਬਾਰੇ ਬਿਆਨ ਤੋਂ ਬਾਅਦ ਚੁੱਕਾ। ਪਰ ਸਾਇੰਟਿਸਟ ਕਹਿੰਦੇ ਨੇ ਕਿ ਸਭ ਕੁਝ ਤੈਅ ਹੈ। ਨਹੀਂ, ਹੋਣਾ ਤਾਂ ਹੈ, ਉਹਨਾਂ ਦੀ ਪਹੁੰਚ ਬਹੁਤ ਹੈ, ਉਹਨਾਂ ਨੇ ਇਹੀ ਚੀਜ਼ਾਂ ਟੈਸਟ ਕੀਤੀਆਂ ਹੋਣੀਆਂ, ਪਤਾ ਕੀਤਾ ਹੋਣਾ। ਤੇ ਜੇ ਉਹ ਤੈਅ ਹੈ ਸਭ ਕੁਝ, ਅਗਰ ਸਭ ਕੁਝ ਤੈਅ ਹੈ,
ਕਿ ਅਗਰ ਕਿਸੇ ਦਾ ਬਲਾਤਕਾਰ ਹੋਣਾ ਤੇ ਉਹ ਵੀ ਤੈਅ ਹੈ। ਅਗਰ ਕਿਸੇ ਨੇ ਇੱਥੇ ਇਹ ਧਰਤੀ ਦੀ ਬਹੁਤ ਛੋਟੀ ਮਾਮੂਲੀ ਗੱਲ ਹੈ ਇਹ। ਉਹ ਵੱਡੀਆਂ ਜਿਹੜੇ ਵਿਗਿਆਨੀ ਗੱਲਾਂ ਕਰਦੇ ਨੇ, ਉਹ ਵੱਡੀਆਂ ਗੱਲਾਂ ਕਰਦੇ ਨੇ ਜਿਹੜੇ ਕੁਦਰਤ ਦੇ ਜਿਹੜੇ ਨਿਯਮ ਨੇ ਵੱਡੇ। ਮਿਸਾਲ ਦੇ ਤੌਰ ਤੇ ਸੈਕਸ ਕਿਰਿਆ ਮਨੁੱਖ ਦੇ ਜਾਂ ਨਰ ਦੇ ਮਾਦਾ ਦੇ ਅੰਦਰ ਪੈਦਾ ਹੁੰਦੀ ਹੈ, ਜੇ ਸਮੇਂ ਸਿਰ ਪੂਰੀ ਨਾ ਹੋਵੇ ਤਾਂ ਉਹਦਾ ਕਿਤੇ ਨਾ ਕਿਤੇ ਬਲਾਤਕਾਰ ਜਾਂ ਹੋਰ ਭੈੜੇ ਕੰਮ ਵੀ ਹੋ ਜਾਂਦੇ ਨੇ। ਉਹ ਕਾਰਨ ਉਹਦਾ ਇੱਥੇ ਧਰਤੀ ਦੇ ਉੱਤੇ ਸਾਡੇ ਵਾਪਰ ਰਹੇ ਜਿਹੜੇ ਜਿਉਂ ਰਹੇ ਜੀਵਾਂ ਦੀ ਗੱਲ ਹੈ। ਜਿਹੜਾ ਵੱਡਾ ਲੈਵਲ ਹੈ ਵੀ ਧਰਤੀ ਨੇ ਕਿਸੇ ਨਾਲ ਟਕਰਾਉਣਾ ਹੈ, ਇੱਥੇ ਕਿਹੜੇ ਜੀਵ ਨੇ ਪੈਦਾ ਹੋਣਾ ਹੈ, ਕਿਹੜੀ ਨਸਲ ਨੇ ਖਤਮ ਹੋਣਾ ਹੈ, ਉਹ ਵੱਡੇ ਲੈਵਲ ਦੀਆਂ ਗੱਲਾਂ ਅੱਡ ਨੇ। ਨਹੀਂ, ਮੈਂ ਇਹ ਗੱਲ ਕਹਿ ਰਿਹਾ, ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਦਿਲ ਨੇ ਕਿਸ ਤਰ੍ਹਾਂ ਕੰਮ ਕਰਨਾ ਹੈ ਤੇ ਤੈਅ ਹੀ ਹੈ ਨਾ ਸਾਡੇ ਅੰਦਰ ਦਿਲ ਕਿਸ ਤਰ੍ਹਾਂ ਕੰਮ ਕਰਦਾ। ਫੇਫੜੇ ਦਿਲ ਨੂੰ ਵੀ ਹੋਰ ਜਿਹੜਾ ਲੰਮੇ ਸਮੇਂ ਤੱਕ ਕੰਮ ਕਰ ਸਕੇ। ਅੱਜ ਕੱਲ੍ਹ ਉਹ ਸਟੈਂਟ ਵਗੈਰਾ ਲੱਗ ਜਾਂਦੇ ਨੇ, ਕਿੰਨਾ ਕੁਛ ਹੋ ਜਾਂਦਾ। ਉੱਥੇ ਤੱਕ ਤੁਹਾਡੀ ਗੱਲ ਮੈਂ ਸਮਝ ਰਿਹਾ ਜੋ ਤੁਸੀਂ ਕਹਿਣਾ ਚਾਹ ਰਹੇ ਹੋ। ਵੀ ਅੱਖ ਕਿਸ ਤਰ੍ਹਾਂ ਦੇਖਦੀ ਹੈ ਇਹ ਵੀ ਤੈਅ ਹੈ ਕਿ ਇਸ ਤਰ੍ਹਾਂ ਅੱਖ ਬਣੇਗੀ, ਅੱਖ ਇਸ ਤਰ੍ਹਾਂ ਦੇਖਦੀ ਹੈ, ਫੇਫੜੇ ਏਦਾਂ ਕੰਮ ਕਰਦੇ ਨੇ, ਤੇ ਲੰਗਸ ਇਸ ਤਰ੍ਹਾਂ ਕੰਮ ਕਰਦੇ ਨੇ, ਲਿਵਰ ਇਸ ਤਰ੍ਹਾਂ ਕੰਮ ਕਰਦਾ, ਸਭ ਕੁਝ ਤੈਅ ਹੈ। ਮੈਂ ਉਸਦੀ ਗੱਲ ਨਹੀਂ ਕਰ ਰਿਹਾ, ਮੈਂ ਇਹ ਗੱਲ ਕਰ ਰਿਹਾ ਕਿ ਘਟਨਾਵਾਂ ਜੋ ਇਸ ਧਰਤੀ ਪਰ ਵਾਪਰਦੀਆਂ ਜੋ ਵੀ ਘਟਨਾਵਾਂ ਵੀ ਵਾਪਰਦੀਆਂ ਉਹ ਇਸ ਕੁਦਰਤ ਅਗਰ ਬਣੀਆਂ ਹੀ ਕੁਦਰਤ ਦੇ ਵਿੱਚ ਨਾ ਤੇ ਕੁਦਰਤ ਹੀ ਉਹਨਾਂ ਨੂੰ ਤੈਅ ਕਰਦੀ ਹੈ। ਕਿਆ ਇਹ ਤੁਸੀਂ ਮੰਨਦੇ ਹੋ ਕਿ ਕੁਦਰਤ ਤੈਅ ਕਰਦੀ ਹੈ? ਇਹ ਤੈਅਸ਼ੁਦਾ ਇੱਥੇ ਨਾ ਮਨੁੱਖ ਕੋਲੇ ਇੰਨੀ ਤਾਕਤ ਹੈ, ਰੋਜ਼ਾਨਾ ਫਿੱਟ ਸਿਆਪਾ ਪਾਉਂਦੇ ਹਾਂ ਆਪਾਂ ਕਿ ਪੰਜਾਬ ਦੇ ਵਿੱਚ ਪਾਣੀ ਥੱਲੇ ਜਾ ਰਿਹਾ ਹੈ, ਦਰਿਆਵਾਂ ਦਾ ਪਾਣੀ ਘਟ ਗਿਆ, ਜਾਂ ਇੱਥੇ ਰੁੱਖ ਨਹੀਂ ਹੈਗੇ, ਇੱਥੇ ਆਹ ਨਹੀਂ ਹੁੰਦਾ। ਕਾਰਨ ਕੀ ਹੈ? ਰੁੱਖ ਨਹੀਂ ਹੈਗੇ, ਪਾਣੀ ਦੀ ਸੰਭਾਲ ਨਹੀਂ ਹੋਈ ਤੇ ਪੰਜਾਬ ਦਾ ਮਾਰੂਥਲ ਬਣਨ ਦੀ ਸੰਭਾਵਨਾ ਬਣ ਗਈ ਹੈ। ਇਹ ਬੰਦੇ ਨੇ ਰੁੱਖ ਕੱਟ ਕੇ ਜਾਂ ਵਾਤਾਵਰਨ ਨੂੰ ਖਰਾਬ ਕਰਕੇ, ਅੱਗਾਂ ਲਾ ਕੇ, ਧੂੰਆਂ ਫੈਲਾ ਕੇ ਬੰਦੇ ਨੇ ਕੁਦਰਤ ਦੇ ਨਿਯਮਾਂ ਦੇ ਵਿੱਚ ਖਿਲਵਾੜ ਕੀਤਾ, ਗਲਤੀ ਕੀਤੀ ਹੈ। ਇਸ ਤਰ੍ਹਾਂ ਬਹੁਤ ਕੁਝ ਬੰਦੇ ਦੇ ਕਾਰਨ ਇੱਥੇ ਧਰਤੀ ਦੇ ਉੱਤੇ ਵਾਪਰਦਾ, ਕੁਦਰਤ ਦੇ ਵਿੱਚ ਬਦਲਾਅ ਆ ਜਾਂਦਾ। ਮਤਲਬ ਬੰਦਾ ਇਸ ਕੈਪੈਸਿਟੀ ਵਿੱਚ ਹੈ ਕਿ ਉਹ ਕੁਦਰਤ ਦੇ ਨਿਯਮਾਂ ਨੂੰ ਤੋੜ ਸਕਦਾ। ਤੋੜੇ ਆਪਣੇ ਸਾਹਮਣੇ ਟੁੱਟਦੇ ਨੇ ਨਿਯਮ ਬਹੁਤ ਸਾਰੇ, ਤਾਂ ਹੀ ਤਾਂ ਵਿਗਿਆਨੀ ਸਾਨੂੰ ਬਾਰ-ਬਾਰ ਸਮਝਾਉਂਦੇ ਨੇ ਇਹ ਕੰਮ ਕਰਨਾ, ਇਹ ਨਹੀਂ ਕਰਨਾ। ਤੇ ਜੇ ਕੁਦਰਤ ਦੇ ਨਿਯਮ ਬੰਦਾ ਤੋੜ ਰਿਹਾ ਹੈ ਤੇ ਫਿਰ ਕੁਦਰਤ ਤੈਅਸ਼ੁਦਾ ਕਿਸ ਤਰ੍ਹਾਂ? ਜਿਹੜੀ ਉਹੀ ਤਾਂ, ਜੇ ਇੱਥੇ ਰੁੱਖ ਘੱਟ ਹੋਣਗੇ ਇਹ ਪਹਿਲਾਂ ਤੈਅਸ਼ੁਦਾ ਹੈ ਕਿ ਫਿਰ ਮੀਂਹ ਘੱਟ ਪਊਗਾ, ਨਹੀਂ ਪਊਗਾ ਮੀਂਹ, ਇਹ ਨਿਯਮ ਨੇ। ਤੇ ਬੰਦੇ ਦੇ ਦਿਮਾਗ 'ਚ ਸੋਚ ਆਣੀ ਹੈ ਕਿ ਉਹਨੇ ਰੁੱਖ ਕੱਟਣੇ ਨੇ, ਇਹ ਤੈਅ ਨਹੀਂ ਹੈ। ਨਹੀਂ, ਉਹ ਦਿਮਾਗ ਹੈ ਜਿਹੜਾ ਸਾਡਾ, ਇਹ ਸਾਡੇ ਸਮਾਜ ਦੇ ਮੁਤਾਬਕ, ਸਾਡੀ ਸਰਕਾਰ ਦੇ ਮੁਤਾਬਕ, ਵਿੱਦਿਆ ਦੇ ਮੁਤਾਬਕ, ਸਾਡੇ ਆਲੇ ਦੁਆਲੇ ਦੇ ਮੁਤਾਬਕ ਮਾਨਸਿਕ ਵਿਕਾਸ ਹੁੰਦਾ ਹੈ। ਬੇਅੰਤ ਦੇਸ਼ ਨੇ ਜਿਹੜੇ ਸਾਡੇ ਨਾਲੋਂ ਵੀ ਪਛੜੇ ਹੋਏ ਨੇ, ਤੇ ਬੇਅੰਤ ਦੇਸ਼ ਨੇ ਜਿਹੜੇ ਸਾਡੇ ਨਾਲੋਂ ਵੀ ਅੱਗੇ ਦੀ ਸੋਚ ਰੱਖਦੇ ਨੇ। ਉਹਨਾਂ ਕੋਲੇ ਕਿੰਨੀ ਵਿਗਿਆਨਕ ਸੋਚ ਹੈ। ਇਹ ਸਾਡਾ ਸਾਰਾ ਕੁਝ ਵਿੱਦਿਆ ਤੇ ਨਿਰਭਰ ਹੈ ਕਿ ਅਸੀਂ ਕਿੰਨੇ ਕੁ ਅਕਲਮੰਦ ਬਣੇ। ਫਿਰ ਤੁਸੀਂ ਖੁਦ ਇਹ ਕਹਿ ਕੇ ਹਟੇ ਹੋ ਇਸ ਕੁਦਰਤ ਵਿੱਚ ਗੈਰ ਕੁਦਰਤੀ ਕੁਝ ਵੀ ਨਹੀਂ ਹੈ। ਇਹ ਜਦੋਂ ਅਸੀਂ ਕੁਦਰਤ ਦੇ ਨਿਯਮਾਂ ਦੀ ਉਲੰਘਣਾ ਕਰਾਂਗੇ ਤਾਂ ਹੀ ਤਾਂ ਇਹ ਘਟਨਾਵਾਂ ਮੈਂ ਦੱਸ ਰਿਹਾ ਕਿ ਵਾਪਰਦੀਆਂ ਨੇ। ਜੇ ਕੁਦਰਤ ਦੇ ਨਿਯਮ ਦੀ ਉਲੰਘਣਾ ਹੋ ਸਕਦੀ ਹੈ ਤੇ ਇਹਦਾ ਮਤਲਬ ਕੁਦਰਤ ਦੇ ਨਿਯਮ ਅਟਲ ਨਹੀਂ, ਜਿਹੜੇ ਸਾਡੀ ਪਹੁੰਚ ਦੇ ਵਿੱਚ ਨੇ। ਹੁਣ ਫਰਜ਼ ਕਰੋ ਧਰਤੀ ਨੂੰ ਤੇਜ਼ ਕਰਨਾ ਜਾਂ ਹੌਲੀ ਸਪੀਡ ਕਰਨੀ, ਇਹ ਨਹੀਂ ਅਸੀਂ ਕਰ ਸਕਦੇ। ਸੂਰਜ ਦੀ ਧੁੱਪ ਵੱਧ ਹੈ ਕਿ ਘੱਟ ਹੈ ਸਾਡੇ ਤੱਕ ਆਉਂਦੀ ਹੈ, ਜਿਹੜੀ ਇਹ ਸਰਦੀਆਂ 'ਚ ਘੱਟ ਕਿਉਂ ਹੋ ਜਾਂਦੀ ਹੈ, ਗਰਮੀਆਂ 'ਚ ਵੱਧ ਕਿਉਂ ਹੋ ਜਾਂਦੀ ਹੈ, ਇਹਨੂੰ ਨਹੀਂ ਅਸੀਂ ਬਦਲ ਸਕਦੇ। ਪਰ ਆਲੇ ਦੁਆਲੇ ਜਿਹੜਾ ਕੁ ਹੋ ਰਿਹਾ ਵਾਤਾਵਰਨ ਦੇ ਵਿੱਚ, ਉਹ ਬਹੁਤ ਕੁਝ ਅਸੀਂ ਤਬਦੀਲੀ ਲਿਆ ਸਕਦੇ ਹਾਂ। ਸਾਡੇ ਰਹਿਣ ਵਾਸਤੇ ਅਸੀਂ ਕੁਦਰਤ ਦੇ ਨਿਯਮਾਂ 'ਚ ਕਿੰਨੀ ਤਬਦੀਲੀ ਕਰ ਲਈ। ਮੈਂ ਅਰਬ ਮੁਲਕਾਂ 'ਚ ਵੇਖ ਕੇ ਆਇਆ, ਉੱਥੇ ਕਿੰਨੀ ਗਰਮੀ ਪੈਂਦੀ ਸੀ, ਉਹਨਾਂ ਨੇ ਕੁਦਰਤ ਦੇ ਨਿਯਮਾਂ 'ਚ ਬਦਲੀ ਕਰਕੇ ਜਿਹੜਾ ਯੂਰੋਸਲਮ ਵਗੈਰਾ ਚੋਂ, ਉਹਨਾਂ ਨੇ ਇਜ਼ਰਾਈਲ ਚੋਂ ਉਹ ਲਿਆ ਕੇ ਸਾਰਾ ਸਿਸਟਮ ਪਾਈਪਾਂ ਰਾਹੀਂ ਖੇਤਾਂ ਦੇ ਵਿੱਚ ਪਾਣੀ ਛਿੜਕਿਆ, ਬੂਟੇ ਪੈਦਾ ਹੋਏ, ਘਾਹ ਪੈਦਾ ਹੋਇਆ। ਅੱਜ ਉੱਥੇ ਜਿਹੜਾ ਮੀਂਹ ਵੀ ਪੈਣ ਲੱਗ ਪਿਆ ਤੇ ਹੁਣ ਬੂਟੇ, ਰੁੱਖ, ਫਸਲਾਂ ਵੀ ਹੋਣ ਲੱਗ ਪਏ। ਉਹਨਾਂ ਨੇ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਕੁਦਰਤ ਦੇ ਅਨੁਸਾਰ ਕੰਮ ਕਰ ਲਿਆ ਤੇ ਉੱਥੇ ਅੱਜ ਮਾਹੌਲ ਵਧੀਆ ਹੋ ਗਿਆ। ਨਹੀਂ ਤਾਂ ਇੱਕ ਘਰ ਦੇ ਵਿੱਚ 10-10 ਏਸੀ ਲੱਗੇ ਹੁੰਦੇ ਸੀ, ਉੱਥੇ ਰਹਿਣਾ ਵੀ ਔਖਾ ਹੁੰਦਾ ਸੀ। ਸਾਡੇ ਦੇਸ਼ ਦੇ ਵਿੱਚ ਵੀ ਇਸੇ ਤਰ੍ਹਾਂ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਪੱਖੇ ਆਏ, ਏਸੀ ਆਏ, ਕੂਲਰ ਆਏ ਤੇ ਕਿੰਨਾ ਕੁਝ ਆ ਗਿਆ। ਉਹ ਕੁਦਰਤ 'ਚ ਰਹਿਣ ਵਾਸਤੇ ਅਸੀਂ ਮਾਹੌਲ ਪੈਦਾ ਕੀਤਾ। ਤੇ ਚਲੋ ਫਿਰ ਤੁਸੀਂ ਇੱਕ ਚੀਜ਼ ਦਾ ਜਵਾਬ ਦੇ ਦਿਓ ਕਿ ਲਾਅ ਆਫ ਨੇਚਰ ਤੇ ਨੈਚੁਰਲ ਲਾਅ ਦੇ ਵਿੱਚ ਕੀ ਫਰਕ ਹੈ? ਇਹ ਮੈਨੂੰ ਪੰਜਾਬੀ 'ਚ ਦੱਸੋ। ਕਿ ਕੁਦਰਤ ਦੇ ਨਿਯਮ ਔਰ ਕੁਦਰਤੀ ਨਿਯਮਾਂ 'ਚ ਕੀ ਫਰਕ ਹੈ? ਇੱਕੋ ਚੀਜ਼ ਹੈ, ਦੋਵੇਂ ਇੱਕੋ ਹੀ ਨੇ। ਦੋਵੇਂ ਇੱਕੋ ਚੀਜ਼ ਹਨ। ਕੁਦਰਤ ਦੇ ਨਿਯਮ ਤੇ ਕੁਦਰਤੀ ਨਿਯਮ ਤਾਂ ਇੱਕੋ ਗੱਲ ਹੈ। ਜੋ ਸੋਚ ਕੇ ਜਵਾਬ ਦੇਣਾ ਕਿ ਕੁਦਰਤ ਦੇ ਨਿਯਮ ਔਰ ਕੁਦਰਤੀ ਨਿਯਮ, ਮਤਲਬ ਇੰਗਲਿਸ਼ ਦੱਸ ਰਿਹਾ ਤੁਹਾਨੂੰ ਮੈਂ, ਲਾਅ ਆਫ ਨੇਚਰ ਤੇ ਨੈਚੁਰਲ ਲਾਅ, ਇਹ ਦੋਵੇਂ ਇੱਕੋ ਚੀਜ਼ ਹਨ। ਮੈਨੂੰ ਤਾਂ ਇੱਕੋ ਸਮਝ ਆਇਆ, ਜਿਹੜਾ ਤੁਸੀਂ ਪੰਜਾਬੀ 'ਚ ਮੈਨੂੰ ਦੱਸਿਆ ਉਹਦੇ ਮੁਤਾਬਕ ਮੈਨੂੰ ਇੱਕੋ ਨਜ਼ਰ ਆਉਂਦਾ ਵੀ ਇੱਕੋ ਹੀ ਆ ਚੀਜ਼ ਤਾਂ। ਅੱਛਾ, ਠੀਕ ਹੈ। ਹੁਣ ਮੈਨੂੰ ਇੱਕ ਚੀਜ਼ ਦੱਸੋ, ਅਗਰ ਇਹ ਦੋਵੇਂ ਚੀਜ਼ਾਂ ਇੱਕੋ ਨੇ ਤੇ ਫਿਰ ਇੱਕ ਬੰਦਾ ਚਾਹੁੰਦਾ ਹੈ, ਇੱਕ ਲੜਕੀ ਚਾਹੁੰਦੀ ਹੈ ਕਿ ਮੇਰਾ ਬਲਾਤਕਾਰ ਨਾ ਹੋਏ ਤੇ ਇੱਕ ਬੰਦਾ ਉਹਦਾ ਬਲਾਤਕਾਰ ਕਰ ਜਾਂਦਾ। ਇਹ ਕੁਦਰਤੀ ਨਿਯਮ ਹੈ, ਇਹ ਲਾਅ ਆਫ ਨੇਚਰ ਹੈ ਜਾਂ ਨੈਚੁਰਲ ਲਾਅ ਦੇ ਅਗੇਂਸਟ ਹੈ?
ਇੱਥੇ ਨਾ ਜਿਹੜੀਆਂ ਇਹ ਚੀਜ਼ਾਂ ਨੇ ਇਹਦੇ ਵਾਸਤੇ ਇਹ ਹੈ ਵਕਤੀ ਗੱਲਾਂ, ਛੋਟੀਆਂ ਗੱਲਾਂ, ਬਹੁਤ ਛੋਟੇ ਲੈਵਲ ਦੀਆਂ। ਕਿੱਥੇ ਆਪਾਂ ਧਰਤੀ ਦੀ, ਚੰਦ ਦੀ, ਸੂਰਜ ਦੀਆਂ ਗੱਲਾਂ ਕਰਕੇ ਇੱਕ ਜੀਵ ਦੇ ਉੱਤੇ, ਇੱਕ ਨਰਮਾਦਾ ਦੇ ਉੱਤੇ ਗੱਲਾਂ ਲਿਆਈਏ। ਤੇ ਪਹਿਲਾਂ ਇਹ ਮੈਂ ਤੁਹਾਨੂੰ ਦੱਸ ਦੇਵਾਂ, ਜਿਹੜਾ ਰੱਬ, ਜਿਹੜਾ ਨਿਯਮ, ਜਿਹੜੀ ਕੁਦਰਤ ਇਹਦੇ ਪਿੱਛੇ ਕੰਮ ਕਰ ਰਹੀ ਹੈ, ਜੇ ਉਹਦੇ ਸਾਰੇ ਹੀ ਪਿੱਛੇ ਪੈ ਜਾਈਏ ਤੇ ਉਹ ਰੱਬ ਇੰਨਾ ਪਾਗਲ ਹੈ ਕਿ ਉਹ ਕਿਸੇ ਨੂੰ ਬਲਾਤਕਾਰ ਕਰਨ ਵਾਸਤੇ ਵੀ ਇਜਾਜ਼ਤ ਦੇ ਦਿੰਦਾ ਹੈ। ਇੱਕ ਔਰਤ ਦੀਆਂ ਚੀਕਾਂ ਨਹੀਂ ਸੁਣਦਾ। ਇਹੋ ਜਿਹਾ ਰੱਬ ਫਿਰ ਅਸੀਂ ਕੀ ਕਰਨਾ ਹੈ? ਇਹ ਸਾਰਾ ਕੁਝ ਵੀ ਅਸੀਂ ਪੜ੍ਹਿਆ ਹੋਇਆ, ਅਸੀਂ ਜਾਣਦੇ ਹਾਂ ਕਿ ਜੇ ਰੱਬ ਸਾਰਾ ਕੁਝ ਕਰਦਾ ਹੈ ਤੇ ਇਹੋ ਜਿਹੇ ਕੰਮ ਵੀ ਫਿਰ ਰੱਬ ਦੇ ਮੱਥੇ ਮੜ ਦਈਏ ਵੀ ਉਹੀ ਕਰਵਾਉਂਦਾ। ਫਿਰ ਸਾਹਿਬ ਅਗਰ ਅਸੀਂ ਰੱਬ ਦੇ ਮੱਥੇ ਨਹੀਂ ਮੜਦੇ, ਸਪੋਜ਼ ਕਰੋ, ਤੇ ਫਿਰ ਕੁਦਰਤ ਦੇ ਮੱਥੇ ਤੇ ਮੜਨਾ ਪਏਗਾ ਨਾ ਵੀ ਕੁਦਰਤ ਦੇ ਵਿੱਚ ਕਿਉਂ ਹੋ ਰਿਹਾ ਹੈ। ਕੁਦਰਤ ਦੇ ਵਿੱਚ ਇਹ ਹੈ ਕਿ ਉਹ ਲੜਕੀ, ਉਹ ਔਰਤ ਕਿਸੇ ਤਰੀਕੇ ਕਮਜ਼ੋਰ ਹੈ ਤੇ ਦੂਜੀ ਧਿਰ ਉਹਦੇ ਨਾਲੋਂ ਤਾਕਤਵਰ ਹੈ ਤੇ ਉਹਨੂੰ ਕਾਨੂੰਨ ਦਾ ਜਿਹੜਾ ਕਮਜ਼ੋਰ ਹੈ, ਕਾਨੂੰਨ ਉਹਨੂੰ ਡਰ ਭੈ ਨਹੀਂ ਹੈ, ਉਹ ਬੇਅਕਲ ਵੀ ਹੈ, ਉਹਨੂੰ ਪਤਾ ਨਹੀਂ ਲੱਗਿਆ ਕਿ ਇਹ ਕੰਮ ਬਹੁਤ ਮਾੜੇ ਹੁੰਦੇ ਨੇ। ਇਸ ਤਰ੍ਹਾਂ ਕਰਕੇ ਹਾਲਾਤ ਨੇ ਜਿਹੜੇ ਪੱਛਮੀ ਮੁਲਕ ਨੇ ਉਹਨਾਂ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਘੱਟ ਤੋਂ ਘੱਟ ਹੁੰਦੀਆਂ ਨੇ। ਸਾਡੇ ਪਛੜੇ ਹੋਏ ਦੇਸ਼ਾਂ ਦੇ ਵਿੱਚ ਜਿੱਥੇ ਅਕਲ ਨਹੀਂ, ਵਿੱਦਿਆ ਨਹੀਂ, ਜਿੱਥੇ ਚੰਗੀ ਤਰ੍ਹਾਂ ਕਾਨੂੰਨ ਲਾਗੂ ਨਹੀਂ, ਉਹਨਾਂ ਥਾਵਾਂ 'ਤੇ ਇਹ ਘਟਨਾਵਾਂ ਜ਼ਿਆਦਾ ਵਾਪਰਦੀਆਂ ਨੇ। ਉਹਨਾਂ ਅਗਾਂਹ ਵਧੂ ਦੇਸ਼ਾਂ ਦੇ ਵਿੱਚ ਇਹ ਘੱਟ ਤੋਂ ਘੱਟ ਘਟਨਾਵਾਂ ਵਾਪਰਦੀਆਂ ਨੇ ਇਹੋ ਜਿਹੀਆਂ। ਉਹ ਇਸ ਕਰਕੇ ਇਹ ਸਰਕਾਰਾਂ ਦੇ ਹੱਥ 'ਚ ਹੈ, ਇਹ ਕੁਦਰਤ ਦੇ ਸਿੱਧਾ ਹੱਥ 'ਚ ਨਹੀਂ ਹੈ ਕੁਛ ਵੀ। ਦੇਖੋ ਘੁੱਗਾ ਸਾਹਿਬ, ਤੁਸੀਂ ਮੈਂ ਇੱਕ ਗੱਲ ਨੂੰ ਅਸੀਂ ਆਪਾਂ ਸੰਜੀਦਗੀ ਨਾਲ ਸਮਝੀਏ। ਦੇਖੋ ਕੁਝ ਗੱਲਾਂ ਜਿਹੜੀਆਂ ਨਾ ਉਹ ਸਾਹਮਣੇ ਹੁੰਦੀਆਂ ਨਾ, ਉਹ ਤੁਹਾਡੇ ਕੋਲ ਨਕਾਰੀਆਂ ਜਾਂਦੀਆਂ ਨਾ ਮੇਰੇ ਕੋਲ ਨਕਾਰੀਆਂ ਜਾਂਦੀਆਂ, ਠੀਕ ਹੈ ਨਾ। ਸਾਹਮਣੇ ਗੱਲ ਹੈ ਕਿ ਸਾਡੇ ਇੰਡੀਅਨ ਫਿਲਾਸਫੀ ਦੇ ਵਿੱਚ ਰੱਬ ਨੂੰ ਮੰਨਣ ਵਾਲੇ ਜਿਹੜੀਆਂ ਗੱਲਾਂ, ਜਿਹੜੇ ਸ਼ਾਸਤਰ ਹੋਏ ਨੇ, ਨਿਆਂ ਸ਼ਾਸਤਰ ਹੋਇਆ, ਯੋਗਾ ਸ਼ਾਸਤਰ ਹੋਇਆ, ਮੀਮਾਂਸਾ ਹੋਈ ਹੈ, ਵਿਧਾਨਤਾ ਹੋਇਆ, ਠੀਕ ਹੈ ਨਾ, ਜਿਹਨੇ ਰੱਬ ਦੀਆਂ ਗੱਲਾਂ ਕੀਤੀਆਂ ਵੀ ਰੱਬ ਹੁੰਦਾ, ਇੱਦਾਂ ਹੁੰਦਾ, ਇੱਦਾਂ ਹੁੰਦਾ, ਵਿਸ਼ਾਲ ਹੁੰਦਾ, ਸਮਝ ਪਰੇ ਵੀ ਹੁੰਦਾ, ਸਮਝ ਵਿੱਚ ਵੀ ਹੁੰਦਾ, ਕੁਛ ਸਮਝ 'ਚ ਆਉਂਦਾ, ਕੁਛ ਸਮਝ 'ਚ ਨਹੀਂ ਆਉਂਦਾ, ਪੂਰਾ ਸਮਝ 'ਚ ਨਹੀਂ ਆਉਂਦਾ। ਇਹ ਸਾਰੀਆਂ ਗੱਲਾਂ ਇਹਨਾਂ ਸ਼ਾਸਤਰਾਂ ਨੇ ਲਿਖੀਆਂ, ਗੁਰਬਾਣੀ ਨੇ ਵੀ ਲਿਖੀਆਂ। ਸਹੀ ਗੱਲ ਹੈ ਕਿ ਜਿਨ੍ਹਾਂ ਨੇ ਰੱਬ ਨੂੰ ਨਹੀਂ ਮੰਨਿਆ ਉਹਨਾਂ ਨੇ ਵੀ ਕਿਤਾਬਾਂ ਲਿਖੀਆਂ, ਜੈਨਾਂ ਨੇ ਲਿਖੀਆਂ, ਬੁੱਧਿਸਟਾਂ ਨੇ ਲਿਖੀਆਂ, ਅਜੀਵਕਾਂ ਨੇ ਲਿਖੀਆਂ, ਅਣਜਾਣਾ ਨੇ ਲਿਖੀਆਂ, ਚਾਰਵਾਕਾਂ ਨੇ ਵੀ ਲਿਖੀਆਂ। ਜਿਨ੍ਹਾਂ ਨੇ ਰੱਬ ਨੂੰ ਮੰਨਣਾ ਕਹਿਣਾ ਸੀ ਵੀ ਨਹੀਂ ਹੈ, ਉਹਨਾਂ ਨੇ ਸਾਫ਼ ਲਿਖ ਦਿੱਤਾ ਵੀ ਰੱਬ ਨਹੀਂ ਹੈ, ਤੇ ਜਿਨ੍ਹਾਂ ਨੇ ਕਹਿਣਾ ਸੀ ਰੱਬ ਹੈ, ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਰੱਬ ਹੈ। ਮੈਂ ਸਾਰਿਆਂ ਦੇ ਨਾਂ ਗਿਣਾ ਦਿੱਤੇ ਨੇ। ਤੇ ਜੇ ਗੁਰੂ ਸਾਹਿਬ ਨੇ ਕਹਿਣਾ ਹੁੰਦਾ ਕਿ ਰੱਬ ਨਹੀਂ ਹੈ ਤੇ ਸਾਫ਼ ਕਹਿ ਦਿੰਦੇ ਨਾ ਰੱਬ ਹੈ ਨਹੀਂ ਹੈ। ਫਿਰ ਇਹ ਫਿਰ ਉਹੀ ਗੱਲ ਆ ਗਈ ਤੁਹਾਡੀ ਕਿ ਭਰੋਸਾ ਦੇਣ ਸੇ ਕਹਿੰਦੇ ਰੱਬ, ਜਿਹੜਾ ਗੁਰੂ ਸਾਹਿਬ ਨੇ ਇਹ ਕਹਿ ਦਿੱਤਾ ਵੀ ਉਹ ਜੂਨਾਂ 'ਚ ਨਹੀਂ ਆਉਂਦਾ। ਜਿਹੜੇ ਪਹਿਲਾਂ ਰੱਬ ਜੂਨਾਂ 'ਚ ਆਏ ਹੋਏ ਸੀ, ਚਾਹੇ ਕ੍ਰਿਸ਼ਨ ਹੈ, ਤੇ ਉਹਨੇ ਆ ਕੇ ਧਰਤੀ ਦੇ ਉੱਤੇ ਕੀ ਕੀਤਾ ਆਪਾਂ ਨਹੀਂ ਜਾਣਦੇ। ਨਹੀਂ, ਇਹੋ ਜਿਹੇ ਰੱਬ ਇੱਥੇ ਧਰਤੀ ਤੇ ਬਹੁਤ ਪਹਿਲਾਂ ਪੈਦਾ ਹੋ ਚੁੱਕੇ ਹੋਏ ਨੇ ਤੇ ਗੁਰੂ ਸਾਹਿਬ ਦੇ ਸਾਹਮਣੇ ਸੀ ਸਾਰਾ ਕੁਛ। ਤੇ ਇਹੋ ਜਿਹੇ ਰੱਬ ਗੁਰੂ ਸਾਹਿਬ ਮੁੜ ਕੇ ਪੈਦਾ ਨਹੀਂ ਕਰਨੇ ਚਾਹੁੰਦੇ। ਉਹਨਾਂ ਨੇ ਤਾਂ ਆਪਣੇ ਆਪ ਨੂੰ ਵੀ ਕਦੇ ਰੱਬ ਜਾਂ ਰੱਬ ਦਾ ਖਾਸ ਭੇਜਿਆ ਹੈ ਦੂਤ ਨਹੀਂ ਆਖਿਆ, ਜਿਵੇਂ ਕਿ ਹੋਰ ਧਰਮਾਂ ਵਾਲੇ ਕਹਿੰਦੇ ਰਹੇ ਨੇ। ਤੇ ਸਾਨੂੰ ਦਲੇਰ, ਸਾਨੂੰ ਅਕਲਮੰਦ, ਸਾਨੂੰ ਹਿੰਮਤੀ, ਸਾਨੂੰ ਪਿਆਰ ਭਰੇ ਢੰਗ ਨਾਲ ਰਹਿਣ ਦੇ ਢੰਗ, ਚੰਗੇ ਇਨਸਾਨ ਬਣਨ ਦੇ ਤੌਰ ਤਰੀਕੇ ਸਮਝਾਏ ਨੇ। ਅਸੀਂ ਫਿਰ ਉਹੀ ਗੱਲ ਹੈ ਵੀ ਰੱਬ ਦੇ ਨੂੰ ਹਾਂ ਕਰਨੀ ਹੈ ਕਿ ਨਾ ਕਰਨੀ ਹੈ। ਜਿਹੜਾ ਕੋਈ ਗੁਰਬਾਣੀ 'ਚ ਦੋਵੇਂ ਪੱਖ ਪਏ ਨੇ, ਜਿਹੜੇ ਬੰਦੇ ਆਪਣੀ ਚੁਣ ਕੇ ਪੰਗਤੀਆਂ ਇਹ ਵੀ ਕਹਿੰਦੇ ਨੇ ਦੇਖੋ ਜੀ ਗੁਰਬਾਣੀ 'ਚ ਲਿਖਿਆ ਰੱਬ ਹੈਗਾ, ਤੁਸੀਂ ਦੂਜੀ ਥਾਂ ਤੇ ਜਦੋਂ ਮੇਰੇ ਵਰਗੇ ਕਹਿੰਦੇ ਨੇ ਕਿ ਰੱਬ ਤਾਂ ਸਾਡੇ ਅੰਦਰ ਹੀ ਵਸਦਾ ਹੈ, ਨਿਯਮ ਹੀ ਰੱਬ ਹੈ, ਉਦੋਂ ਕਹਿੰਦੇ ਨੇ ਨਹੀਂ ਜੀ ਇਹ ਨਹੀਂ ਹੋ ਸਕਦਾ। ਇਹ ਆਪੋ ਆਪਣੀ ਸੋਚ ਤੇ ਨਿਰਭਰ ਹੈ। ਜਿੰਨਾ ਕਿਸੇ ਦਾ ਦਿਮਾਗ ਵਿਕਸਿਤ ਹੋਇਆ ਉਸ ਢੰਗ ਨਾਲ ਉਹ ਰੱਬ ਦੇ ਸਰੂਪ ਨੂੰ ਦੇਖਦਾ। ਦੇਖੋ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਇੱਕ ਬੰਦੇ ਨੇ ਕਿਹਾ ਕਿ ਰੱਬ ਇਸ ਤਰ੍ਹਾਂ ਦਾ ਹੁੰਦਾ ਤੇ ਗੁਰੂ ਸਾਹਿਬ ਨੇ ਕਿਹਾ ਰੱਬ ਇਸ ਤਰ੍ਹਾਂ ਦਾ ਹੁੰਦਾ, ਠੀਕ ਹੈ ਜੀ। ਇਹ ਨਹੀਂ ਮੈਂ ਕਿਹਾ ਰੱਬ ਇਸ ਤਰ੍ਹਾਂ ਦਾ ਹੁੰਦਾ, ਇਹ ਬੇਅੰਤ ਲੋਕ ਨੇ ਜਿਹੜੇ ਤਰ੍ਹਾਂ ਦੇ ਢੰਗਾਂ ਨਾਲ ਪੇਸ਼ ਕਰਦੇ ਨੇ, ਤਰ੍ਹਾਂ ਦਾ ਢੰਗ ਨਾਲ ਪੇਸ਼ ਕਰਦੇ ਨਾ। ਲੇਕਿਨ ਗੁਰੂ ਸਾਹਿਬ ਨੇ ਇਹ ਕਿੱਥੇ ਲਿਖਿਆ ਕਿ ਰੱਬ ਨਹੀਂ ਹੁੰਦਾ? ਕੋਈ ਬਾਣੀ ਤੇ ਸ਼ਬਦ ਦਿਖਾਓ ਨਾ ਕਿੱਥੇ ਲਿਖਿਆ। ਜਦੋਂ ਗੁਰਬਾਣੀ ਆਪ ਹੀ ਕਹਿੰਦੀ ਹੈ ਕਿ ਮਨੁੱਖ ਤੂੰ ਰੱਬ ਦਾ ਪੁੱਤਰ ਹੈ ਮੰਨ ਲੈ, ਤੇ ਗੁਰਬਾਣੀ 'ਚ ਮੈਂ ਇਹ ਵੀ ਪੜ੍ਹ ਲਿਆ, ਮੇਰੇ ਕੋਲ 4 ਥਾਵਾਂ ਦੇ ਪੰਨੇ ਵੀ ਲਿਖੇ ਹੋਏ ਨੇ। ਗੁਰਬਾਣੀ ਜਦੋਂ ਇਹ ਕਹਿੰਦੀ ਹੈ ਕਿ ਤੂੰ ਮੇਰਾ ਪੁੱਤ ਵੀ ਹੈ, ਤੇ ਰੱਬ ਨੂੰ ਪੁੱਤ ਬਣਾਉਂਦਾ ਹੁੰਦਾ ਕਿ ਐਡੀ ਵੱਡੀ ਮਹਾਨ ਹਸਤੀ ਨੂੰ। ਹਾਂਜੀ, ਤੇ ਇਹ ਦੱਸੋ ਇਹਦਾ ਮਤਲਬ ਵੀ ਰੱਬ ਨੂੰ ਲਿਖਿਆ ਹੋਇਆ। ਪਰ ਇੱਥੇ ਫਿਰ ਤੂੰ ਸਾਡੇ ਸਾਰੇ ਰਿਸ਼ਤੇਦਾਰ ਤੂੰ ਹੈ। ਤੁਸੀਂ ਰਿਸ਼ਤੇਦਾਰਾਂ ਦੇ ਵਿੱਚ ਤਾਂ ਜਵਾਈ ਵੀ, ਸਹੁਰਾ ਵੀ, ਸਾਲਾ ਵੀ, ਭਣੋਈਆ ਵੀ, ਭੈਣ ਵੀ, ਭਾਈ ਵੀ, ਰਿਸ਼ਤੇ ਸਾਰੇ ਹੁੰਦੇ ਨੇ। ਇਹ ਜਿਹੜਾ ਸਾਨੂੰ ਸਮਝਾਉਣ ਵਾਸਤੇ ਦੱਸਿਆ ਕਿ ਜਿਹੋ ਜਿਹੇ ਤੁਹਾਡੇ ਰਿਸ਼ਤੇ ਨੇ ਬਸ ਇਉਂ ਮਹਿਸੂਸ ਕਰੋ ਕਿ ਤੁਸੀਂ ਇੱਕ ਰਿਸ਼ਤੇ ਨੂੰ ਨਿਭਾ ਰਹੇ ਹੋ ਤੇ ਉਹਨੇ ਤੁਹਾਡੇ ਅੰਦਰ ਆਪਣੀ ਜੋਤ ਰੱਖ ਦਿੱਤੀ ਹੈ। ਤੁਸੀਂ ਐਡੇ ਮਹਾਨ ਹੋ ਕਿ ਰੱਬ ਦੇ ਧੀਆਂ ਪੁੱਤਰ ਹੋ, ਰੱਬ ਦੇ ਰਿਸ਼ਤੇਦਾਰ ਹੋ। ਹੁਣ ਤੁਸੀਂ ਸਾਰਾ ਕੁਝ ਕਰਨਾ ਧਰਤੀ ਦੇ ਉੱਤੇ। ਇਸ ਧਰਤੀ ਮੈਂ ਤੇਰੀ ਸਿਕਦਾਰੀ, ਆਵਰ ਜੋਨ ਤੇਰੀ ਪਨਹਾਰੀ ਵਾਲੀ ਗੱਲ ਹੈ। ਕੱਗਾ ਸਾਹਿਬ ਤੁਸੀਂ ਇੱਕ ਪੰਕਤੀ ਵੀ ਨਹੀਂ ਦੱਸ ਪਾ ਰਹੇ ਜਿੱਥੇ ਕਿਹਾ ਗਿਆ ਹੋਇਆ ਰੱਬ ਨਹੀਂ ਹੈ। ਇੱਕ ਰੱਬ ਨਹੀਂ ਹੈ ਤਾਂ ਜਦੋਂ ਮੈਂ ਇਹ ਦੱਸ ਰਿਹਾ ਕਿ ਬਾਹਰਲੇ ਰੱਬ ਨੂੰ ਗੁਰਬਾਣੀ ਨੇ ਮੰਨਿਆ ਹੀ ਨਹੀਂ ਹੈ। ਤੁਸੀਂ ਉਹੀ ਗੱਲ ਅੰਦਰਲੇ ਨੂੰ ਮੰਨਿਆ ਤੇ ਹੈ ਨਾ ਰੱਬ ਹੈ।
ਨਹੀਂ ਇਹ ਆਖਿਆ ਕਿ ਤੁਹਾਡੇ ਅੰਦਰ ਜਿਹੜਾ ਸਿਸਟਮ ਕੰਮ ਕਰਦਾ ਇਹੀ ਤਾਂ ਰੱਬ ਹੈ, ਤੁਹਾਡੇ ਅੰਦਰ ਰੱਬ ਬੈਠਾ, ਇਹਨੂੰ ਪਛਾਣੋ। ਕਿਸੇ ਸ਼ੈ ਨੂੰ ਰੱਬ ਕਿਹਾ ਤੇ ਹੈ ਨਾ ਉਹਨਾਂ ਨੇ। ਨਹੀਂ ਇਹ ਜਿਹੜਾ ਕਣ ਦੇ ਵਿੱਚ ਘਟ ਦੇ ਵਿੱਚ ਪੱਤੇ ਦੇ ਵਿੱਚ ਪਾਤੀ ਤੋੜਾ ਮਾਲਣੀ ਪਾਤੀ ਪਤੀ ਜੀਓ, ਜਿਸ ਪਾਹਨ ਕੋ ਪਾਤੀ ਤੋੜਾ ਸੋ ਪਾਹਨ ਨਿਰਜੀਓ, ਬਿਲਕੁਲ ਉਹ ਸਾਰਾ ਕੁਝ ਤਾਂ ਲਿਖਿਆ ਪਿਆ ਸਾਡੇ ਕੋਲੇ, ਸਾਰਾ ਕੁਝ ਲਿਖਿਆ ਨਾ ਵੀ ਰੱਬ ਹੈ। ਨਹੀਂ ਤੁਸੀਂ ਜਿਹੜਾ ਦੇਖ ਰਹੇ ਹੋ ਵੀ ਹਰ ਪੱਤੇ ਦੇ ਵਿੱਚ ਰੱਬ ਹੈ, ਹਰ ਟਾਹਣੀ ਦੇ ਵਿੱਚ, ਹਰੇਕ ਫੁੱਲ ਦੇ ਵਿੱਚ, ਹਰੇਕ ਬੂਟੇ ਦੇ ਵਿੱਚ, ਹਰੇਕ ਜੀਵ ਦੇ ਵਿੱਚ, ਇਹ ਸਾਰਾ ਕੁਝ ਤਾਂ ਲਿਖਿਆ ਪਿਆ ਗੁਰਬਾਣੀ 'ਚ। ਹੋਰ ਇਹਦੇ ਉੱਪਰਲੇ ਰੱਬ ਦੀ ਕਿਤੇ ਗੱਲ ਹੈ ਇਹਦੇ 'ਚ? ਕਿਤੇ ਲਿਖਿਆ ਕਿ ਟਾਹਣੀ ਰੱਬ ਨਹੀਂ ਹੁੰਦੀ, ਪੱਤਾ ਰੱਬ ਨਹੀਂ ਹੁੰਦਾ, ਉਹ ਰੱਬ ਨਹੀਂ ਹੁੰਦਾ, ਰੱਬ ਹੁੰਦਾ ਹੀ ਨਹੀਂ ਹੈ। ਨਹੀਂ ਇਹ ਲਿਖਣ ਦੀ ਲੋੜ ਹੀ ਨਹੀਂ ਹੈ, ਜਦੋਂ ਸਾਰਾ ਕੋਈ ਨਿਯਮ ਚੱਲ ਰਿਹਾ, ਨਿਯਮ ਸਮਝਾ ਰਹੇ ਨੇ ਸਾਨੂੰ। ਤੁਸੀਂ ਕਹਿ ਰਹੇ ਹੋ ਕਿ ਜਦ ਇੱਕ ਬੰਦੇ ਨੇ ਸਾਰੇ ਰੱਬਾਂ ਨੂੰ ਖੇਡਣਾ ਹੈ ਤੇ ਉਹ ਲਿਖੇਗਾ ਨਹੀਂ ਵੀ ਰੱਬ ਨਹੀਂ ਹੈ। ਇਸ ਗੱਲ ਦੀ ਲੋੜ ਨਹੀਂ ਹੈ। ਲੋਕਾਂ ਦਾ ਸੋਚ ਕੇ ਦੇਖੋ, ਜਦੋਂ ਇਹ ਗੱਲਾਂ ਲਿਖੀਆਂ ਗਈਆਂ ਨੇ ਨਾ, ਇਹ 500 ਸਾਲ ਪਹਿਲਾਂ ਦੀਆਂ ਨੇ। ਸਾਡੀ ਤਾਂ ਖੋਪੜੀ ਅੱਜ ਤੱਕ ਇਹਨਾਂ ਗੱਲਾਂ ਨੂੰ ਮੰਨਣ ਨੂੰ ਤਿਆਰ ਨਹੀਂ ਹੈ। ਅੱਜ ਤੱਕ ਅਸੀਂ ਗੁਰਦੁਆਰਿਆਂ ਦੇ ਵਿੱਚ ਪੂਜਾ ਕਰਕੇ, ਸਿਮਰਨ ਕਰਕੇ, ਹੱਥ ਜੋੜ ਕੇ, ਅਖੰਡ ਪਾਠ ਕਰਾ ਕੇ, ਪੈਸੇ ਖਰਚ ਕੇ, ਪੁਜਾਰੀਆਂ ਦੇ ਪੇਟ ਭਰ ਕੇ ਅਸੀਂ ਚਾਹੁੰਦੇ ਹਾਂ ਕਿ ਹੁਣ ਰੱਬ ਸੱਚਾ ਖੁਸ਼ ਹੋ ਕੇ ਸਾਡੇ ਕੰਮ ਆਪੇ ਕਰ ਦੂਗਾ। ਅਸੀਂ ਤਾਂ ਅੱਜ ਤੱਕ ਇੱਥੇ ਖੜੇ ਹਾਂ ਤੇ 500 ਸਾਲ ਪਹਿਲਾਂ ਕਿੱਥੇ ਖੜੇ ਸੀ, ਕਦੇ ਸੋਚ ਕੇ ਦੇਖੋ ਪਹਿਲਾਂ। ਚਰਚਾ ਦਾ ਸਬਜੈਕਟ ਹੀ ਨਹੀਂ ਹੈ, ਤੁਸੀਂ ਉਹਨੂੰ ਵਿੱਚ ਨਾ ਘਸੀਟੋ ਬਾਰ-ਬਾਰ। ਮੇਰੀ ਜਾਣ ਕੇ ਲਿਆਉਂਗਾ ਜੀ, ਮੈਂ ਕਿਉਂ ਨਹੀਂ ਲਿਆਉਂਗਾ? ਕਿਉਂਕਿ ਉਦੋਂ ਜਿਹੇ ਜਿਹੇ ਲੋਕਾਂ 'ਚ ਗੱਲ ਕਰਨੀ ਹੁੰਦੀ ਹੈ ਉਹੀ ਜਿਹੇ ਢੰਗ ਨਾਲ ਕਰਨੀ ਪੈਂਦੀ ਹੈ। ਤੁਸੀਂ ਉੱਥੇ ਹੀ ਗੱਲ ਆ ਗਈ ਨਾ, ਪਿਛਲੇ ਐਪੀਸੋਡ ਵੀ ਹੈ, ਗੁਰੂ ਸਾਹਿਬ ਨੇ ਸਭ ਇਹ ਗੱਪਾਂ ਹੀ ਲਾਈਆਂ, ਝੂਠ ਹੀ ਬੋਲਿਆ ਰੱਬ ਹੈ। ਇਹ ਤੁਸੀਂ ਮੇਰੇ ਮੂੰਹ 'ਚ ਪਾ ਰਹੇ ਹੋ, ਤੁਹਾਨੂੰ ਇਹ ਸੁਭਾਅ ਪੈ ਗਿਆ ਇਹ ਗੱਲਾਂ ਕਰਨ ਦਾ। ਮੈਂ ਇਹਨਾਂ ਗੱਲਾਂ ਨੂੰ ਸਵੀਕਾਰ ਨਹੀਂ। ਉਹ ਚਲੋ ਤੁਸੀਂ ਇਹ ਗੱਲ ਕਹਿ ਰਹੇ ਹੋ ਨਾ ਫਿਰ ਕਿ ਬਈ ਇਹ ਰੱਬ ਹੈ ਨਹੀਂ ਹੈ, ਵੈਸੇ ਹੀ ਸਮਝਾਉਣਾ ਸੀ ਕਹਿ ਦਿੱਤਾ। ਇੱਥੋਂ ਤੱਕ ਸਹਾਰਾ ਦੇਣ ਵਾਸਤੇ ਗੁਰੂ ਸਾਹਿਬ ਨੇ, ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਦੱਸਿਆ ਇਹ ਵੀ ਤੁਹਾਨੂੰ ਆਖਿਆ, ਅੰਦਰਲੇ ਤੇਰੇ ਭਵਨ ਸੂਝਿਆ, ਅੰਨੇ ਬੰਦੇ ਨੂੰ ਤਰਲੋਕੀ ਦਿਸ ਗਈ। ਕੀ ਦਿਸ ਜੂਗੀ ਤਰਲੋਕੀ ਅੰਨੇ ਬੰਦੇ ਨੂੰ? ਅਗਲੇ ਐਪੀਸੋਡ ਵਿੱਚ ਆਪ 2 ਵਾਰੀ ਇਹ ਗੱਲ ਕਿਹਾ, ਆਪ ਬਾਣੀ ਦਾ ਹਵਾਲਾ ਵੀ ਨਾਲ ਦਿੱਤਾ ਕਿ ਬ੍ਰਹਮ ਗਿਆਨੀ ਪ੍ਰਮਾਤਮਾ ਵਾਸਤੇ ਵੀ ਆਇਆ, ਔਰ ਤੁਸੀਂ ਹਵਾਲੇ ਵਿੱਚ ਖੁਦ ਇਹ ਲਾਈਨ ਬੋਲੀ ਹੈ, ਬ੍ਰਹਮ ਗਿਆਨੀ ਸਗਲ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵਨ ਹੀ ਵਰਤਾ, ਉਹਦੇ ਵਾਸਤੇ ਵਰਤਿਆ ਗਿਆ ਹੈ। ਹੁਣ ਤੁਹਾਡੇ ਹੀ ਸ਼ਬਦ ਉਹਦੇ ਵਾਸਤੇ ਨਾ, ਤਾਂ ਕੀ ਹੋ ਗਿਆ? ਫਿਰ ਕੁਝ ਨਾ ਕੁਝ ਤਾਂ ਕਹਿਣਾ ਪੈਂਦਾ ਨਾ ਗੱਲ ਨੂੰ ਸਮਝਾਉਣ ਵਾਸਤੇ। ਜੇ ਬ੍ਰਹਮ ਜਿਹੜਾ ਨਿਯਮ ਕੰਮ ਕਰਦਾ ਉਹਨੂੰ ਬ੍ਰਹਮ ਗਿਆਨੀ ਕਹਿ ਲਓ, ਆਪਾਂ ਸਰੀਰਧਾਰੀ ਤਾਂ ਹੈ ਹੀ ਨਹੀਂ, ਉਹ ਤਾਂ ਗੁਰਬਾਣੀ ਬਾਰ-ਬਾਰ ਕਹੀ ਜਾਂਦੀ ਹੈ। ਮਤਲਬ ਕਿ ਇਹ ਬੁੱਧ ਨੇ ਕਦੇ ਕਿਸੇ ਨੂੰ ਕੁਝ ਨਹੀਂ ਸਮਝਾਇਆ? ਬੁੱਧ ਨੇ ਬਾਰ-ਬਾਰ ਆਖਿਆ ਜੀ, ਕਹਿੰਦਾ ਮੈਂ ਰੱਬ ਬਾਰੇ ਕੁਝ ਨਹੀਂ ਬੋਲਾਂਗਾ। ਉਹਨੇ ਆਪਣਾ ਮੂੰਹ ਨਹੀਂ ਰੱਬ ਬਾਰੇ ਖੋਲਿਆ। ਉਹਨੂੰ ਪਤਾ ਸੀ ਕਿ ਇਹਨਾਂ ਲੋਕਾਂ ਨੇ ਕੁੱਟ-ਕੁੱਟ ਕੇ ਹੱਡ ਤੋੜ ਦੇਣੇ ਨੇ। ਗੁਰੂ ਸਾਹਿਬਾਨਾਂ ਨਾਲ ਵੀ ਬਹੁਤ ਕੁਝ ਬਣਿਆ ਤੇ ਹੋਰ ਮਹਾਂਪੁਰਖ ਨੇ ਵੀ ਸਮਾਜ ਗਾ ਰਿਹਾ, ਉਹਨਾਂ ਨੂੰ ਸੂਲੀਆਂ ਤੇ ਚੜ੍ਹਨਾ ਪਿਆ, ਤੱਤੀਆਂ ਤਵੀਆਂ ਤੇ ਬੈਠਣਾ ਪਿਆ। ਉਹ ਦੇਖੋ ਜਿਹੜੇ ਤੱਤੀਆਂ ਤਵੀਆਂ ਤੇ ਬੈਠੇ ਉਹ ਲੋਕਾਂ ਕੋਲ ਨਹੀਂ ਡਰੇ। ਲੇਕਿਨ ਤੁਸੀਂ ਕੱਲ ਇੱਕ ਗੱਲ ਕਹੀ ਸੀ ਇਹ ਪਿਛਲੇ ਐਪੀਸੋਡ ਦੇ ਵਿੱਚ ਕਿ ਸੰਤ ਸਭਾ ਜੈਕਾਰੋ ਗੁਰੂ ਸਾਹਿਬ ਇਸ ਵਾਸਤੇ ਬੋਲ ਗਏ ਕਿ ਕਿਤੇ ਜੋਗੀ ਲੱਤਾਂ ਨਾ ਭੰਨ ਦੇਣ। ਗੁਰੂ ਸਾਹਿਬ ਦੇ ਨਾਲ ਹੋਈ ਨਹੀਂ ਇਸ ਤਰ੍ਹਾਂ? ਤੁਹਾਡੇ ਸਾਹਮਣੇ ਨਹੀਂ ਹੋਇਆ ਵੀ ਕਿੰਨਾ ਕੁਝ ਵਾਪਰਿਆ? ਕੋਈ ਆਖਿਆ ਭੂਤਨਾ ਕੋਕਾ ਹੈ ਬਤਾਲਾ, ਕੋਈ ਆਖਿਆ ਆਦਮੀ ਨਾਨਕ ਵਿਚਾਰਾ ਬਾਬਰ ਨੇ ਗ੍ਰਿਫਤਾਰ ਕਰ ਲਿਆ, ਫਲਾਣੇ ਨੇ ਐ ਕਰ ਲਿਆ। ਰੋਜ਼ ਤਾਂ ਅਸੀਂ ਸਟੇਜਾਂ ਤੇ ਸੁਣਾਉਂਦੇ ਆ ਗੱਲਾਂ। ਜਿਹੜੇ ਬਾਬਰ ਕੋਲ ਨਹੀਂ ਡਰੇ ਉਹ ਸੰਤਾਂ ਕੋਲ ਡਰ ਗਏ। ਡਰੇ ਬੇਸ਼ੱਕ ਨਹੀਂ ਹੈਗੇ, ਪਰ ਇਹ ਦੱਸੋ ਵੀ ਉਹਨਾਂ ਨੇ ਜੰਗ ਕਿੱਥੇ ਲੜੀ ਆ ਬਾਬਰ ਦੇ ਵਿਰੁੱਧ? ਮੈਂ ਕਹਿੰਦਾ ਕਿ 10 ਜਾਮੇ 'ਚ ਲੜੀਆਂ, ਕਿੰਨੀਆਂ ਜੰਗਾਂ ਲੜੀਆਂ ਨਾ? ਮੈਂ ਪਹਿਲੇ ਨਾਨਕ ਦੀ ਗੱਲ ਕਰ ਰਿਹਾ, ਪਹਿਲਾਂ ਗੁਰੂ ਨਾਨਕ ਦੀ ਗੱਲ ਦੱਸੋ ਵੀ ਬਾਬਰ ਦੇ ਵਿਰੁੱਧ ਤਲਵਾਰ ਚੁੱਕੀ ਸੀ ਉਹਨਾਂ ਨੇ। ਤੁਸੀਂ ਕਹਿੰਦੇ ਨਾ ਕਿ ਵਿਚਾਰਾਂ ਨਾਲ ਜੰਗ ਹੁੰਦੀ ਹੈ। ਮੈਂ ਇਹੀ ਕਹਿ ਰਿਹਾ ਤੁਹਾਨੂੰ, ਪਹਿਲਾਂ ਤੁਸੀਂ ਇਹੀ ਜਦੋਂ ਉਹ ਡਰੇ ਨਹੀਂ ਹੈਗੇ ਕਹਿੰਦੇ ਹੋ ਲਫ਼ਜ਼, ਤੇ ਫਿਰ ਮੈਂ ਦੱਸਦਾ ਵੀ ਤਲਵਾਰ ਤਾਂ ਚੁੱਕੀ ਨਹੀਂ ਹੈ ਉਹਨਾਂ ਨੇ। ਚੁੱਕੀ ਨਹੀਂ ਤੇ ਡਰੇ ਦੇ ਨਹੀਂ ਨਾ ਹੈ ਉਹਦੇ ਕੋਲ। ਜਿਹੜਾ ਮੈਂ ਸਵਾਲ ਕੀਤਾ ਜਵਾਬ ਉਹਦਾ ਦਿਓ। ਮੈਂ ਉਹੀ ਗੱਲ ਕਹਿ ਰਿਹਾ ਕਿ ਉਹਨਾਂ ਨੇ ਬਾਬਰ ਤਲਵਾਰ ਚੁੱਕੀ ਕਿ ਨਹੀਂ ਚੁੱਕੀ ਹੈ ਇਹ ਦੱਸੋ। ਤਲਵਾਰ ਗੁਰੂ ਨਾਨਕ ਦੇਵ ਜੀ ਨੇ ਨਹੀਂ ਚੁੱਕੀ, ਇਤਿਹਾਸੀ। ਤੇ ਫਿਰ ਪਹਿਲੇ ਕਿੰਨੇ ਗੁਰੂਆਂ ਨੇ ਨਹੀਂ ਚੁੱਕੀ? 5 ਗੁਰੂਆਂ ਨੇ ਤਲਵਾਰ ਨਹੀਂ ਚੁੱਕੀ, ਭਗਤਾਂ ਨੇ ਤਲਵਾਰ ਨਹੀਂ ਚੁੱਕੀ। ਕਿਹਨਾਂ ਨੇ? ਤੇ ਫਿਰ ਇਹਨੂੰ ਸਾਨੂੰ ਤਲਵਾਰ ਨੂੰ ਕਿਉਂ ਇੱਕਦਮ ਅੱਗੇ ਮੂਹਰੇ ਲੈ ਆਉਂਦੇ? ਤਲਵਾਰ ਦੀ ਮੈਂ ਗੱਲ ਕੀਤੀ ਹੈ। ਨਹੀਂ ਇਹੀ ਗੱਲ ਮੈਂ ਕਹਿ ਰਿਹਾ ਕਿ ਤੁਸੀਂ ਕਹਿੰਦੇ ਡਰੇ ਨਹੀਂ। ਮੈਂ ਇਹ ਕਹਿ ਰਿਹਾ ਉਹਨਾਂ ਨੂੰ ਹਾਲਾਤ ਅਨੁਸਾਰ ਬਹੁਤ ਕੁਝ ਸੋਚ ਕੇ ਕਰਨਾ ਪੈਂਦਾ। ਜਦੋਂ ਤੁਸੀਂ ਜੋਗੀਆਂ ਵਾਲੀ ਗੱਲ ਕੀਤੀ ਸੀ ਕਿ ਜੋਗੀ ਤਾਂ ਗੁਰੂ ਸਾਹਿਬ ਸੋਚਦੇ ਸੀ ਕਿ ਮੇਰੀਆਂ ਲੱਤਾਂ ਭੰਨ ਦੇਣਗੇ, ਇਹ ਗੱਲ ਮੈਂ ਤਾਂ ਕਹਿਣਾ ਵੀ ਹਾਲਾਤ ਅਨੁਸਾਰ ਦੇਖ ਕੇ ਵਿਚਾਰ ਚਰਚਾ ਕਰਨੀ ਹੁੰਦੀ ਹੈ। ਗੱਲਬਾਤ ਉਹਨਾਂ ਸਾਹਮਣੇ ਬੈਠੇ ਲੋਕਾਂ ਨੂੰ ਦੇਖ ਕੇ ਕਰਨੀ ਪੈਂਦੀ ਹੈ। ਮੈਂ ਇਹ ਪੁੱਛਿਆ ਸੀ ਤੁਹਾਨੂੰ, ਜਿਹੜੇ ਬਾਕੀ ਗੁਰਬਾਣੀ ਦੇ ਸ਼ਬਦ ਨੇ, ਸੰਤ ਜਨਾ ਮਿਲ ਹਰ ਜਸ ਕਾਇਓ, ਉਸ ਲਈ ਕੋਈ ਸੰਤ ਥੋੜੀ ਕਲਾ ਸੀ ਨਾਲ ਡਾਂਗ ਲੈ ਕੇ ਕਿ ਗੁਰੂ ਸਾਹਿਬ ਡਰ ਕੇ ਸ਼ਬਦ ਬੋਲਦੇ ਸੀ? ਨਹੀਂ, ਆਪਣੇ ਸਾਰੇ ਇਨਸਾਨਾਂ ਨੂੰ ਗੁਰੂ ਸਾਹਿਬ ਨੇ ਸੰਤ ਆਖਿਆ, ਭਗਤਾਂ ਨੂੰ ਵੀ ਸੰਤ ਆਖਿਆ। ਚੰਗੇ ਇਨਸਾਨ ਨੂੰ ਸੰਤ ਕਹਿੰਦੇ ਨੇ, ਨਾ ਕਿ ਕਿਸੇ ਵਿਸ਼ੇਸ਼ ਰੱਬ ਨੂੰ ਜਾਂ ਕਿਸੇ ਵਿਸ਼ੇਸ਼ ਵਿਅਕਤੀ ਨੂੰ। ਤੇ ਕਿਤੇ ਜਦੋਂ ਬਹੁਤੇ ਗੁਣਾਂ ਦੀ ਗੱਲ ਆ ਗਈ ਹੈ ਤਾਂ ਤੁਸੀਂ ਸਾਡੇ ਵਾਸਤੇ, ਆਪਾਂ ਬੰਦਿਆਂ ਨੂੰ ਵੀ ਕਹਿ ਦਿੰਦੇ ਤੂੰ ਹੀ ਸਾਡੇ ਵਾਸਤੇ ਰੱਬ ਬਣ ਕੇ ਬੌੜੇ। ਘੱਗਾ ਸਾਹਿਬ, ਜਿਸ ਤਰ੍ਹਾਂ ਮੈਂ ਤੁਹਾਨੂੰ ਇੱਕ ਸਾਦੀ ਜੀ ਗੱਲ ਕਹਿ ਰਿਹਾ ਵਾਂ, ਜਿਨ੍ਹਾਂ ਨੇ ਮੈਂ ਤੁਹਾਨੂੰ ਨਾਂ ਵੀ ਦੱਸ ਦਿੱਤੇ ਨੇ, ਹਿੰਦੂ ਸ਼ਾਸਤਰਾਂ ਦੇ ਨਾਂ ਦੱਸ ਦਿੱਤੇ ਨੇ। ਨਿਆਂ ਸ਼ਾਸਤਰ ਨੇ ਰੱਬ ਕਿਹਾ ਹੈ, ਉਹਨੇ ਕਿਹਾ ਹੈ, ਉਹਨੇ ਲਿਖਿਆ ਹੈ। ਯੋਗ ਵਾਲੇ ਨੇ ਕਿਹਾ ਰੱਬ ਹੈ, ਉਹਨਾਂ ਨੇ ਕਿਹਾ ਹੈ। ਵਿਸ਼ੇਸ਼ਕਾ ਵਾਲੇ ਨੇ ਕਿਹਾ ਰੱਬ ਹੈ, ਉਹਨਾਂ ਨੇ ਲਿਖਿਆ ਹੈ। ਮੀਮਾਂਸਾ ਵਾਲੇ ਨੇ ਲਿਖਿਆ ਰੱਬ ਹੈ, ਉਹਨਾਂ ਨੇ ਲਿਖਿਆ ਹੈ। ਵੈਦਾਂਤਾ ਨੇ ਕਿਹਾ ਰੱਬ ਹੈ, ਉਹਨਾਂ ਨੇ ਲਿਖਿਆ ਹੈ। ਤੇ ਜਿਨ੍ਹਾਂ ਨੇ ਕਿਹਾ ਰੱਬ ਨਹੀਂ ਹੈ,
ਉਹਦੇ ਵਿੱਚੋਂ ਬੁੱਧ ਮਤ ਨੇ ਕਿਹਾ ਰੱਬ ਨਹੀਂ ਹੈ, ਜੈਨ ਨੇ ਕਿਹਾ ਨਹੀਂ ਹੈ, ਜੀਵਕਾ ਨੇ ਕਿਹਾ ਨਹੀਂ ਹੈ, ਅਣਜਾਨਾ ਨੇ ਕਿਹਾ ਨਹੀਂ ਹੈ, ਚਾਰ ਵਾਕ ਨੇ ਕਿਹਾ ਨਹੀਂ ਹੈ। ਉਹਨਾਂ ਨੇ ਸਾਫ਼ ਕਹਿਤਾ ਨਹੀਂ ਹੈ। ਗੁਰਬਾਣੀ ਦੀ ਕੋਈ ਇੱਕ ਪੰਕਤੀ ਤੇ ਕੱਢ ਕੇ ਦਿਖਾਓ ਨਾ ਜਿੱਥੇ ਲਿਖਿਆ ਕਿ ਰੱਬ ਨਹੀਂ ਹੈ। ਜਦੋਂ ਸਾਨੂੰ ਗੁਰਬਾਣੀ ਜ਼ਿੰਮੇਵਾਰੀ ਸੌਂਪ ਰਹੀ ਹੈ ਕਿ ਰੱਬ ਤੁਹਾਡੇ ਅੰਦਰ ਹੈ, ਫਿਰ ਬਾਹਰਲਾ ਰੱਬ ਕਾਹਨੂੰ ਲੱਭਣ ਜਾਣਾ ਆਪਾਂ ਨੇ? ਤੁਹਾਡੇ ਅੰਦਰ ਸਾਰਿਆਂ ਜੀਵਾਂ ਦੇ ਅੰਦਰ ਹੈ, ਬਲਕਿ ਹੈ ਨਾ ਹਰ ਜੀਵ ਦੇ ਅੰਦਰ ਰੱਬ। ਉਹੀ ਆਪਣੇ ਅੰਦਰ ਕਿਹੋ ਜਿਹਾ ਰੱਬ ਹੈ? ਇੱਕ ਕੀੜੇ ਮਕੌੜੇ ਦੇ ਅੰਦਰ ਵੀ ਰੱਬ ਹੈ, ਫਿਰ ਉਹ ਕਿਹੋ ਜਿਹਾ ਕੀੜਾ ਹੋਊਗਾ ਰੱਬ? ਉਹ ਜਿਹੜਾ ਵੀ ਜੋ ਵੀ ਕਿਹਾ ਅੰਦਰ, ਜਿਹੜੇ ਅੰਦਰ ਦੀ ਤੁਸੀਂ ਗੱਲ ਹੈ, ਉਹ ਕਿਸੇ ਚੀਜ਼ ਨੂੰ ਤੇ ਉਹਨਾਂ ਨੇ ਰੱਬ ਕਿਹਾ ਨਾ। ਗੱਲ ਇਹੀ, ਉਹ ਤਾਂ ਸਾਰਿਆਂ ਨੂੰ ਕਿਹਾ ਕਿ ਹਰ ਕਣ ਕਣ ਦੇ ਵਿੱਚ ਰੱਬ ਦਾ ਨਿਯਮ ਕੰਮ ਕਰ ਰਿਹਾ। ਰੱਬ ਸਾਕਾਰ ਸਰੀਰ ਧਾਰ ਕੇ ਨਹੀਂ ਬੈਠਾ, ਉਹ ਆਪਣੇ ਨਿਯਮਾਂ ਦੇ ਵਿੱਚ, ਜਿਹਨੂੰ ਆਪਾਂ ਸਭ ਤੋਂ ਛੋਟੇ ਸੈੱਲ ਦੀ ਗੱਲ ਕਰਦੇ ਹਾਂ, ਨਿਊਟਰਾਨ, ਪੋਲਟਰਾਨ, ਇਲੈਕਟ੍ਰਾਨ, ਉਹੋ ਜਿਹੇ ਰੂਪ ਦੇ ਵਿੱਚ ਵੀ ਰੱਬ ਬੈਠਾ। ਹੁਣ ਇੰਨਾ ਛੋਟਾ ਵੀ ਰੱਬ ਹੁੰਦਾ? ਉਹ ਤੇ ਤੁਸੀਂ ਗੱਲ ਆਪ ਹੀ ਮੰਨ ਲਈ ਨਾ, ਰੂਪ ਨ ਰੰਗ ਨ ਰੇਖ ਕਿਛ, ਤ੍ਰੈ ਗੁਣ ਤੇ ਪ੍ਰਭ ਭਿੰਨ। ਆਇਆ ਤੇ ਤ੍ਰੈ ਗੁਣੀ ਹੈ ਨਾ। ਫਿਰ ਇਸੇ ਕਰਕੇ ਅਸੀਂ ਜਿਹੜਾ ਸਰੀਰਧਾਰੀ ਰੱਬ ਕਿਉਂ ਲੱਭਦੇ ਫਿਰਦੇ ਹਾਂ ਫਿਰ ਆਪਾਂ? ਕਿੰਨੇ ਕੌਣ ਲੱਭ ਰਿਹਾ? ਤੁਸੀਂ ਬਾਰ-ਬਾਰ ਕਹਿ ਰਹੇ ਹੋ ਨਾ ਕਿ ਰੱਬ ਹੈ ਕਿ ਨਹੀਂ ਹੈ, ਗੁਰੂ ਸਾਹਿਬ ਨੇ ਕਿਹਾ ਇਸ ਤਰ੍ਹਾਂ ਆਖਿਆ, ਮਨਾ ਨਹੀਂ ਕੀਤਾ। ਤੁਸੀਂ ਆਪ ਤਾਂ ਕਹੀ ਜਾਂਦੇ ਹੋ ਬਾਰ-ਬਾਰ। ਇਹ ਤੇ ਗੱਲ ਹੀ ਨਹੀਂ ਕੀਤੀ। ਹੋਰ ਫਿਰ ਦੱਸੋ ਕਿ ਹੋਰ ਕੀ ਸਵਾਲ ਹੈ ਫਿਰ ਆਪਣਾ? ਤੇ ਸਰੀਰ ਦਾ, ਮੈਂ ਤੇ ਸਰੀਰ ਵਿੱਚ ਰੱਬ ਆਉਂਦਾ ਜਾਂ ਨਹੀਂ ਆਉਂਦਾ, ਇਹ ਤੇ ਸਾਡੀ ਚਰਚਾ ਦਾ ਵਿਸ਼ਾ ਹੀ ਨਹੀਂ ਹੈ। ਨਹੀਂ, ਆਪਾਂ ਜਿਹੜਾ ਸਰੀਰ ਦੇ ਅੰਦਰ, ਆਤਮਾ ਦੇ ਅੰਦਰ ਤੁਹਾਡੇ ਸਾਰਾ ਕੁਝ ਜੀਵ ਕਣ ਕਣ ਦੇ ਅੰਦਰ, ਗੁਰਬਾਣੀ 'ਚ ਕਿੰਨੀ ਵਾਰੀ ਤਾਂ ਲਿਖਿਆ ਗੱਲਾਂ ਇਹ? ਲਿਖਿਆ ਉਹ ਹੁਕਮ ਰੂਪ ਵਿੱਚ ਹੈ ਨਾ, ਸਰੀਰ ਰੂਪੀ ਥੋੜੀ ਹੈ। ਕੀ ਆਖਿਆ? ਹੁਕਮ ਰੂਪ ਵਿੱਚ ਹੈ ਨਾ, ਸਰੀਰ ਰੂਪੀ ਥੋੜੀ ਰੱਬ ਆਉਂਦਾ। ਬਸ ਹੁਕਮ ਰੂਪ ਨੂੰ ਸਮਝ ਲਈਏ ਫਿਰ ਇਹੀ ਬਹੁਤ ਵੱਡੀ ਗੱਲ ਹੈ। ਹਾਂ, ਵੱਡੀ ਗੱਲ ਹੈ। ਤੇ ਹੁਕਮ ਨੂੰ ਰੱਬ, ਉਹਦੇ ਹੁਕਮ ਨੂੰ ਰੱਬ ਗੁਰਬਾਣੀ ਮੰਨਦੀ ਹੈ ਨਾ। ਉਹ ਤਾਂ ਨਿਯਮ ਹੁਕਮ ਸਾਰੇ ਕਿਤੇ ਚੱਲ ਰਿਹਾ ਹੈ, ਉਸ ਨੂੰ ਕੋਈ ਆਪਾਂ ਬਦਲ ਨਹੀਂ ਸਕਦੇ। ਉਹ ਗੱਲ ਤਾਂ ਹੁਕਮ ਦੀ, ਨਿਯਮ ਦੀ ਤਾਂ ਹੋ ਰਹੀ ਹੈ, ਪਰ ਸਰੀਰਧਾਰੀ ਰੱਬ ਕਿੱਥੇ ਹੈ ਉਹ ਕਿਸੇ ਨੂੰ ਨਹੀਂ ਪਤਾ। ਉਹ ਇੰਨੀ ਗੱਲ ਗੁਰੂ ਸਾਹਿਬ ਨੇ ਜਿਲੇ ਕਹੀ ਹੈ, ਗੁਰੂ ਸਾਹਿਬ ਨੇ ਜਪਜੀ ਸਾਹਿਬ ਵਿੱਚ ਕਹੀ ਹੈ, ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਾ ਨਾ ਕੋਈ, ਜਾ ਕਰਤਾ ਸ੍ਰਿਸ਼ਟੀ ਕੋ ਸਾਜੇ। ਕਿ ਇਸ ਸ੍ਰਿਸ਼ਟੀ ਨੂੰ ਸਾਜਣ ਵਾਲਾ ਆਪ ਹੀ ਜਾਣਦਾ ਹੈ ਸਭ ਕੁਝ। ਹਾਂ, ਫਿਰ ਅਸੀਂ ਤਾਂ ਗੱਲਾਂ ਕਰਨ ਦਾ ਫਾਇਦਾ ਹੀ ਨਹੀਂ ਸਾਡਾ ਤਾਂ। ਉਹਨਾਂ ਨੇ ਇੰਨੀ ਗੱਲ, ਫਿਰ ਗੁਰੂ ਸਾਹਿਬ ਨੇ ਕਿਉਂ ਕੀਤੀ ਗੱਲ? ਇਸੇ ਕਰਕੇ ਵੀ ਉਹ ਤਾਂ ਆਪ ਹੀ ਜਾਣਦਾ। ਗੁਰੂ ਸਾਹਿਬ ਨੇ ਤੇ ਇਸੇ ਕਰਕੇ ਕਹਿ ਦਿੱਤਾ ਵੀ ਨਾ ਉਹਦੇ ਬਾਰੇ ਪੰਗਾ ਲਿਆ ਕਰੋ, ਨਾ ਬਹੁਤਾ ਸਮਝੇ ਕਰਿਆ ਕਰੋ, ਉਹਦੇ ਬਾਰੇ ਪਤਾ ਨਹੀਂ। ਉਹਨਾਂ ਨੇ 1430 ਪੰਨਿਆਂ ਵਿੱਚੋਂ 1200 ਪੰਨਿਆਂ ਵਿੱਚ ਗੱਲ ਹੀ ਰੱਬ ਦੀ ਕੀਤੀ ਹੈ। ਇਸੇ ਕਰਕੇ ਉਹ ਤਾਂ ਜਦੋਂ ਇਹ ਵੀ ਕਹਿੰਦੇ ਨੇ ਸ਼ੁਰੂ 'ਚ ਜਪਜੀ ਸਾਹਿਬ ਦੇ, ਹੁਕਮ ਹੀ ਹੋਵਾ ਆਕਾਰ, ਹੁਕਮ ਨਾ ਕਹਿਆ ਜਾਈ। ਇਹ ਸਾਰੀ ਸ੍ਰਿਸ਼ਟੀ ਹੁਕਮ ਦੇ ਵਿੱਚ ਬਣਤਾ ਗਈ, ਪਰ ਇਹ ਹੁਕਮ ਦੱਸਿਆ ਨਹੀਂ ਜਾ ਸਕਦਾ। ਇਹੋ ਜਿਹਾ ਕੁਝ ਵੀ ਤਾਂ ਕਿੰਨਾ ਪਿਆ ਨਾ ਵਿੱਚ। ਹੈ ਨਾ, ਹੈ ਨਾ ਹੁਕਮ। ਕੀ ਪਤਾ ਸਾਨੂੰ, ਜਦੋਂ ਦੱਸ ਹੀ ਨਹੀਂ ਸਕਦੇ, ਕਿਹਾ ਨਹੀਂ ਜਾ ਸਕਦਾ। ਹੁਣ ਤੁਸੀਂ ਹੁਕਮ ਤੋਂ ਵੀ ਇਨਕਾਰੀ ਹੋ ਰਹੇ ਹੋ। ਮੈਂ ਕਹਿ ਰਿਹਾ ਵੀ ਉਸ ਨਿਯਮ ਨੂੰ, ਉਸ ਹੁਕਮ ਨੂੰ ਅਸੀਂ ਬਿਆਨ ਕਰਨ ਦੇ ਯੋਗ ਨਹੀਂ ਹਾਂ। ਸਾਡੀ ਬੁੱਧੀ ਬਹੁਤ ਛੋਟੀ ਹੈ। ਤੁਸੀਂ ਦੋ ਗੱਲਾਂ ਤੋਂ ਇਨਕਾਰੀ ਹੋ ਰਹੇ ਹੋ। ਜਿਲੇ ਮੈਂ ਪੁੱਛਣਾ ਰੱਬ ਹੈ, ਤੁਸੀਂ ਕਹਿੰਦੇ ਜੀ ਰੱਬ ਦਾ ਪਤਾ ਹੀ ਕੱਖ ਨਹੀਂ ਹੈ, ਉਹ ਬਹੁਤ ਵੱਡਾ। ਜਿਲੇ ਮੈਂ ਕਹਿੰਦਾ ਹੁਕਮ ਹੈ, ਤੁਸੀਂ ਕਹਿੰਦੇ ਹੈ ਪਰ ਉਹ ਬਹੁਤ ਵੱਡਾ। ਦੋਵੇਂ ਗੱਲਾਂ ਬਰਾਬਰ। ਇਹੀ ਤਾਂ ਮੈਂ ਕਹਿ ਰਿਹਾ, ਧਰਤੀ ਕਿਵੇਂ ਚੱਲਦੀ ਹੈ ਅਸੀਂ ਦੱਸ ਸਕਦੇ ਹਾਂ, ਸਾਡੀ ਅਕਲ ਹੈ ਨਹੀਂ। ਉਹ ਅਕਲ ਤੇ ਨਹੀਂ ਹੈ, ਪਰ ਇੰਨਾ ਤੇ ਮੰਨਣਾ ਪਏਗਾ ਨਾ, ਧਰਤੀ ਚੱਲ ਰਹੀ ਹੈ। ਚੱਲ ਰਹੀ ਹੈ। ਸੂਰਜ ਕਿਵੇਂ ਇੰਨਾ ਗਰਮੈਸ਼, ਇੰਨਾ ਚਾਨਣ ਬੇਅੰਤ ਦੁਨੀਆ ਨੂੰ ਦੇ ਰਿਹਾ। ਅਸੀਂ ਦੱਸ ਸਕਦੇ ਹਾਂ ਵੀ ਜੇ ਪੈਟਰੋਲ ਕੌਣ ਪਾਉਂਦਾ, ਇਹਦੀ ਸਪੀਡ ਇੰਨੀ ਨਿਰਧਾਰਤ ਕਿਹਨੇ ਕੀਤੀ ਹੈ? ਪਰ ਇਹ ਸਾਡੀ ਅਕਲ ਦੇ ਵਿੱਚ ਆ ਸਕਦੀਆਂ ਨੇ ਗੱਲਾਂ। ਇਹ ਤੁਹਾਨੂੰ ਇਹ ਕੋਈ ਪੁੱਛੇ ਸੂਰਜ ਹੈ ਕਿ ਨਹੀਂ ਹੈ, ਉਹਦਾ ਜਵਾਬ ਤੇ ਮਿਲੇਗਾ ਨਾ, ਹੈ। ਉਹ ਸਾਹਮਣੇ ਤਾਂ ਦਿਖੀ ਜਾਂਦਾ ਹੈ। ਤੇ ਉਹ ਤੇ ਰੱਬ ਦਾ ਪੁੱਛ ਰਿਹਾ ਮੈਂ, ਰੱਬ ਹੈ ਤੇ ਤਾਂ ਹੀ ਹੁਣ ਤੂੰ ਠਾਕੁਰ ਤੁਮ ਪੇ ਅਰਦਾਸ ਕਿਹਾ ਹੈ ਨਾ। ਉਹ ਗੱਲਾਂ ਇੱਕ ਇੱਕ ਪੰਕਤੀ ਲੈ ਕੇ ਚੁੱਕੀ ਜਾਓਗੇ ਨਾ, ਉਹਦਾ ਫਾਇਦਾ ਨਹੀਂ ਹੋਣਾ ਹੈ। ਮੈਂ ਇਹ ਤੁਹਾਨੂੰ ਫਿਰ ਤੁਹਾਡੇ ਸਾਹਮਣੇ ਇੱਕ ਗੱਲ ਰੱਖਦਾ ਨਾ, ਅਸੀਂ ਤਾਂ ਇਹ ਜਿਹੜੇ ਸੰਦਰਭ 'ਚ ਕਈਆਂ ਨੇ ਗੱਲਾਂ, ਉਹ ਤਾਂ ਸਾਰਾ ਸ਼ਬਦ ਪੜ੍ਹ ਕੇ ਕਲੀਅਰ ਹੁੰਦਾ ਹੈ ਕਿ ਜੇ ਆਪਾਂ ਰੱਬ ਨੂੰ 1 ਮਿੰਟ ਵਾਸਤੇ ਮੰਨ ਲਈਏ ਤੇ ਰੱਬ ਨੇ ਸੂਰਜ ਸਾਨੂੰ ਦੇਤਾ, ਧਰਤੀ ਸਾਨੂੰ ਦੇਤੀ, ਅੱਗ ਹਵਾ ਪਾਣੀ ਦੇ ਦਿੱਤੀ, ਮਨੁੱਖਾ ਸਰੀਰ ਦੇ ਦਿੱਤਾ, ਖਾਣ ਪੀਣ ਨੂੰ ਦੇ ਦਿੱਤਾ। ਅਸੀਂ ਰੱਬ ਤੋਂ ਹੋਰ ਕੀ ਮੰਗਦੇ ਆ? ਜਿਹੜਾ ਤੂੰ ਠਾਕਰ ਤੁਮ ਪਏ ਅਰਦਾਸ, ਇਹ ਸਾਰਾ ਕੁਝ ਅਰਦਾਸ ਕਰਕੇ ਰੱਬ ਤੋਂ ਕੀ ਮੰਗਣਾ? ਦਿੱਤਾ ਤਾਂ ਪਿਆ ਸਾਰਾ ਕੁਝ। ਪਹਿਲੇ ਇਹਨੂੰ ਵਰਤਣ ਦੇ ਇਜਾਜ਼ਤ ਤਾਂ ਸਿੱਖ ਲਓ। ਜਿਹਨੇ ਲਿਖਿਆ ਉਹਨੂੰ ਪੁੱਛੋ ਨਾ, ਮੈਨੂੰ ਕਿਉਂ ਪੁੱਛਦੇ ਹੋ ਤੁਸੀਂ? ਮੈਂ ਇਹੀ ਕਹਿ ਰਿਹਾ ਤੁਹਾਨੂੰ ਵੀ ਇਹ ਸਾਰਾ ਕੁਝ ਉਹਨੇ ਦਿੱਤਾ ਹੋਇਆ, ਪਹਿਲੇ ਹੀ ਪਿਆ। ਇਹੋ ਜਿਹੇ ਸ਼ਬਦ ਮੈਂ ਬੇਅੰਤ ਨੋਟ ਕੀਤੇ ਹੋਏ ਨੇ ਆਪਣੇ ਕੋਲੇ। ਮੈਂ ਉਹੀ ਗੱਲ ਕਰਨਾ ਨਾ, ਅਗਰ ਗੁਰੂ ਸਾਹਿਬ ਨੂੰ ਵੀ ਇਹ ਸਵਾਲ ਤੇ ਤੁਸੀਂ ਗੁਰੂ ਸਾਹਿਬ ਨੂੰ ਵੀ ਕਰ ਸਕਦੇ ਹੋ ਨਾ, ਜਦ ਸਾਰਾ ਕੁਝ ਉਸ ਪ੍ਰਮਾਤਮਾ ਨੇ ਤੁਹਾਨੂੰ ਦਿੱਤਾ ਹੈ ਤੇ ਫਿਰ ਇਹ ਸ਼ਬਦ ਕਿਉਂ ਲਿਖਦੇ ਹੋ, ਤੂੰ ਠਾਕੁਰ ਤੁਮ ਬੇ ਅਰਦਾਸ? ਇਸੇ ਮੈਂ ਤੁਹਾਨੂੰ ਇਹੀ ਕਹਿ ਰਿਹਾ ਕਿ ਉਹਨਾਂ ਨੇ ਬਾਰ-ਬਾਰ ਇਹ ਵੀ ਆਖਿਆ ਕਿ ਇੱਥੇ ਧਰਤੀ ਦੇ ਉੱਤੇ ਸਾਰਾ ਕੁਝ ਉਹਨੇ ਦਿੱਤਾ ਹੋਇਆ, ਤੁਹਾਨੂੰ ਸਮਝ ਨਹੀਂ ਆਈ, ਵਰਤਣਾ ਸਿੱਖ ਲਓ। ਠੀਕ ਹੈ, ਜਿਹੜਾ ਸ਼ਬਦ ਮੈਂ ਬੋਲ ਰਿਹਾ ਵੀ ਤੇ ਗੁਰੂ ਸਾਹਿਬ ਨੇ ਲਿਖਿਆ, ਫਿਰ ਇੱਕ ਗੱਲ ਲਿਖਦੇ ਨਾ। ਨਹੀਂ, ਮੈਂ ਵੀ ਇਹੀ ਤੁਹਾਨੂੰ ਦੱਸ ਰਿਹਾ ਕਿ ਜਿਹੜਾ ਕੋਈ ਧਰਤੀ ਦੇ ਪਿਆ, ਗੁਰੂ ਸਾਹਿਬ ਨੇ ਉਹ ਬਿਆਨ ਕੀਤਾ ਹੋਇਆ ਕਿ ਆਹ ਚੀਜ਼ਾਂ ਬੰਦਿਆ ਤੂੰ ਵਰਤਣੀਆਂ ਸਿੱਖ ਲੈ। ਦਿਮਾਗ ਦੀ ਵਰਤੋਂ ਕਰ ਲੈ, ਸਿਰ ਦੀ ਵਰਤੋਂ ਕਰ ਲੈ, ਹੱਥਾਂ ਦੀ, ਪੈਰਾਂ ਦੀ ਵਰਤੋਂ ਕਰ ਲੈ, ਉਦਮ ਕਰਦਿਆਂ ਜੀਵ ਨੂੰ। ਇਹੋ ਜਿਹਾ ਬਹੁਤ ਕੁਝ ਲਿਖਿਆ ਹੋਇਆ। ਸਾਹਿਬ ਸਿਰ ਦੀ ਵਰਤੋਂ ਕਰ ਲੈ, ਇਹ ਤੁਹਾਡੇ ਤੇ ਮੇਰੇ ਪੁਰਖਿਆਂ ਨੇ ਅੱਜ ਤੋਂ ਹਜ਼ਾਰਾਂ ਸਾਲ ਪਹਿਲੇ ਗੱਲਾਂ ਕਹੀਆਂ, ਪਰ ਵਰਤਿਆ ਨਹੀਂ ਹੈ ਕਿਸੇ ਨੇ। ਤੁਸੀਂ ਨਵੀਂ ਨਹੀਂ ਕਹਿ ਰਹੇ, ਨਹੀਂ ਵਰਤੇ ਤੇ ਤੁਸੀਂ ਅੱਜ ਗੱਡੀ ਕਿਸ ਨਾਲ ਚਲਾ ਰਹੇ ਹੋ?
ਹੈ ਕਿਸੇ ਨੇ ਦਿਮਾਗ ਵਰਤਿਆ ਤਾਂ ਤੁਸੀਂ ਗੱਡੀ 'ਚ ਬਹਿ ਕੇ ਗੱਡੀ ਚਲਾਉਂਦੇ ਹੋ ਨਾ, ਹਵਾਈ ਜਹਾਜ਼ 'ਚ ਬੈਠਦੇ ਹੋ। ਹਾਂ, ਇਹ ਦਿਮਾਗ ਵਰਤਿਆ ਤਾਂ ਹੀ ਤਾਂ ਦਿਮਾਗ ਪਿਆ ਤਾਂ ਵਿੱਚ ਹੀ ਸੀ, ਪਰ ਪਹਿਲਾਂ ਵਰਤਣਾ ਨਹੀਂ ਫਿਰ ਆਇਆ। ਉਹਨਾਂ ਦਾ ਕੋਈ ਵਰਤਣਾ ਨਹੀਂ ਆਇਆ, ਹੁਣ ਤੁਸੀਂ ਆਪਣਾ ਦਿਮਾਗ ਨਹੀਂ ਵਰਤਦੇ ਕੀ? ਹਾਂ, ਵਰਤ ਰਹੇ ਹਾਂ ਜਿੰਨਾ ਹੋ ਸਕਦਾ, ਜਿੰਨਾ ਕਿ ਮੇਰੇ ਕੋਲ ਹੈ। ਜਿਹੜੇ ਲੋਕ ਜਾਂ ਯੂਨੀਵਰਸਿਟੀਆਂ ਵਿੱਚ PhDਆਂ ਕਰ ਰਹੇ ਨੇ, ਆਪਣਾ ਦਿਮਾਗ ਨਹੀਂ ਵਰਤ ਰਹੇ? ਜਿਹੜੇ ਗੱਡੀਆਂ ਟਰੱਕ ਚਲਾ ਰਹੇ ਨੇ, ਆਪਣਾ ਦਿਮਾਗ ਨਹੀਂ ਵਰਤ ਰਹੇ? ਜਿੰਨਾ ਕੋ ਦਿਮਾਗ ਕਿਸੇ ਦਾ ਚੱਲਿਆ ਉਹਨੇ ਉਹ ਕੰਮ ਕਰੀ ਜਾਂਦਾ, ਬਸ ਕਰੀ ਜਾਂਦਾ ਨਾ, ਵਰਤ ਰਹੇ ਨਾ ਲੋਕ ਦਿਮਾਗ। ਤੁਸੀਂ ਇਹ ਤੇ ਨਾ ਕਹੋ ਕਿ ਲੋਕ ਦਿਮਾਗ ਹੀ ਨਹੀਂ ਵਰਤਦੇ। ਕਿੰਨੇ ਸਾਰੇ ਸਾਡੇ ਜਿਹੜੇ ਲੈਣਾ ਲੱਗੀਆਂ ਨੇ ਧਰਮ ਸਥਾਨਾਂ ਦੇ ਵਿੱਚ, ਜੇ ਉਹ ਦਿਮਾਗ ਵਰਤਦੇ ਹੁੰਦੇ ਤਾਂ ਫਿਰ ਉਹ ਗੁਰੂ ਤੋਂ ਰੱਬ ਤੋਂ ਨਾ ਮੰਗਦੇ ਕੁਝ ਵੀ, ਬਲਕਿ ਆਪ ਮਿਹਨਤ ਕਰਦੇ। ਵਿਗਿਆਨੀਆਂ ਨੇ ਰੱਬ ਤੋਂ ਨਹੀਂ ਮੰਗਿਆ, ਆਪ ਸਾਰਾ ਕੁਝ ਇੱਥੇ ਉਹ ਪੈਦਾ ਕੀਤਾ, ਪਾਣੀ ਤੋਂ, ਅੱਗ ਤੋਂ, ਹਵਾ ਤੋਂ, ਕਿਵੇਂ ਕੰਮ ਲੈਣਾ ਹੈ, ਕਿਵੇਂ ਇਹਨਾਂ ਦਾ ਇੰਜਣ ਬਣਾਉਣਾ ਹੈ, ਕਿਹੜੀ ਚੀਜ਼ ਦੇ ਵਿੱਚ ਤੇਲ ਪੈਟਰੋਲ ਪੈਂਦਾ, ਕਿੱਥੇ ਕੋਲੇ ਪੈਂਦੇ ਨੇ, ਇਹ ਵਿਗਿਆਨੀਆਂ ਨੇ ਚੀਜ਼ਾਂ ਇੱਥੋਂ ਹੀ ਲੈ ਕੇ ਇੱਥੇ ਹੀ ਬਣਾ ਕੇ ਦਿੱਤਾ ਸਾਨੂੰ, ਸਾਰਾ ਕੁਝ ਉੱਪਰੋਂ ਕੁਝ ਨਹੀਂ ਆਇਆ। ਮੈਂ ਕਹਿੰਦਾ ਵਿਗਿਆਨੀਆਂ ਦੀ ਬਹੁਤ ਵੱਡੀ ਦੇਣ ਹੈ, ਵਿਗਿਆਨੀਆਂ ਦੀ ਦੇਣ ਨੂੰ ਅਸੀਂ ਕੋਈ ਇਨਕਾਰੀ ਨਹੀਂ, ਵਿਗਿਆਨ ਦੀ ਦੇਣ ਤੋਂ ਅਸੀਂ ਇਨਕਾਰੀ ਨਹੀਂ। ਮੂਰਖ ਹੀ ਹੋਏਗਾ ਜਿਹੜਾ ਇਨਸਾਨ ਦੀ ਉਹਨਾਂ ਉਪਲਬਧੀਆਂ ਤੋਂ ਜਿਹੜਾ ਇਨਕਾਰੀ ਹੋਏਗਾ, ਉਹ ਕੋਈ ਮੂਰਖ ਹੀ ਹੋਏਗਾ। ਪਰ ਗੁਰੂ ਸਾਹਿਬ ਨੇ ਜਿਹੜੇ ਇਹ ਗੱਲ ਕਹੀ ਹੈ, ਵਾਹਿਗੁਰੂ ਸਭ ਤੇਰੀ ਰਚਨਾ, ਤੇ ਇਹ ਕੋਈ ਉਹ ਮਜ਼ਾਕ ਜਾਂ ਝੂਠ ਥੋੜੀ ਬੋਲ ਰਹੇ ਨੇ। ਜਦੋਂ ਅਸੀਂ ਇੱਥੇ ਬਹੁਤ ਕੁਝ ਦੇਖਦੇ ਹਾਂ, ਸਾਨੂੰ ਪਤਾ ਨਹੀਂ ਹੁੰਦਾ ਜਿਹੜਾ ਰੱਬ ਕਿਸੇ 'ਚ ਪ੍ਰਚਲਿਤ ਹੁੰਦਾ ਉਹਦਾ ਨਾਮ, ਉਸ ਰੱਬ ਦਾ ਨਾਮ ਲੈ ਕੇ, ਪ੍ਰਚਲਿਤ ਨਾਮ ਲੈ ਕੇ ਕੋਈ ਗੱਲ ਹੀ ਕਹਿ ਦਿੰਦਾ ਬਸ। ਗੁਰਬਾਣੀ ਦੇ ਵਿੱਚ ਆਏ ਰੱਬ ਦੀ ਗੱਲ ਕਰ ਰਹੇ ਹਾਂ ਪੰਕਤੀ। ਮੈਨੂੰ ਪਤਾ ਗੁਰਬਾਣੀ 'ਚ ਜਿਹੜੇ ਕਿਰਤਮ ਨਾਮ ਕਥੇ ਤੇਰੇ ਜੀਵਾ, ਸਤ ਨਾਮ ਤੇਰਾ ਪਰਾ ਪੂਰਬਲਾ, ਅਨੰਤ ਕਿਸਮ ਦੇ ਹਜ਼ਾਰਾਂ ਨਾਮ ਨੇ ਤੇਰੇ, ਤੇਰੀ ਕਿਰਤ ਦੇਖ ਕੇ, ਕੰਮ ਦੇਖ ਕੇ ਉਹ ਤੇਰੇ ਨਾਮ ਲੋਕਾਂ ਨੇ ਧਰ ਲਏ। ਪਰ ਅਸੀਂ ਤਾਂ ਇਹ ਕਹਿੰਦੇ ਹਾਂ, ਗੁਰੂ ਸਾਹਿਬ ਦੱਸ ਰਹੇ ਨੇ 1084 ਪੰਨੇ ਤੇ ਸ਼ਬਦ ਹੈ ਕਿ ਅਸੀਂ ਤਾਂ ਤੈਨੂੰ ਸਤਨਾਮ ਕਹਿੰਦੇ ਹਾਂ ਕਿ ਤੂੰ ਸੱਤ ਹੈ, ਬਸ ਹੋਰ ਕੁਝ ਨਹੀਂ। ਤੂੰ ਸੱਤ ਹੈ, ਤੂੰ ਕਿਹਾ ਨਾ ਕਿਸੇ ਨੂੰ ਤੇ ਗੱਲ ਕਹੀ ਇਹਨੇ ਐਡਰੈਸ ਕੀਤਾ ਕਿ ਫਿਰ ਤਾਂ ਕੀ ਕੁਝ ਨਾ ਕੁਝ ਤਾਂ ਲਿਖਣ ਲੱਗੇ, ਬੋਲਣ ਲੱਗੇ, ਦੂਜਿਆਂ ਨੂੰ ਸਮਝਾਉਣ ਲੱਗੇ, ਕੁਛ ਤਾਂ ਕਰਨਾ ਪਊਗਾ। ਲੋਕ ਹਜ਼ਾਰ ਗੱਲ, ਤੁਸੀਂ ਇੱਕ ਗੱਲ ਨੂੰ ਆਪ ਹੀ ਖੁਦ ਹੀ ਗੱਲ ਮੰਨ ਰਹੇ ਹੋ ਤੇ ਖੁਦ ਹੀ ਉਹਨੂੰ ਕੱਟ ਰਹੇ ਹੋ। ਮੈਂ ਤੁਹਾਨੂੰ ਤਾਂ ਕਹਿ ਰਿਹਾ, ਤੁਸੀਂ ਉਹਦੇ ਅਰਥ ਹੋਰ ਪਾਸੇ ਲੈ ਜਾਓ। ਮੈਂ ਇਹ ਕਹਿ ਰਿਹਾ, ਉਹ ਕਹਿ ਰਹੇ ਨੇ ਕਿ ਉਹਦਾ ਸੱਤ ਹੈ, ਜਦੋਂ ਸੱਤ ਹੈ ਮਤਲਬ ਇੱਕ ਨਿਯਮ, ਕੁਦਰਤ, ਸਾਰਾ ਕੁਝ ਸੱਚਾਈ ਤੇ ਆਧਾਰਿਤ ਆਪਣੇ ਨਿਯਮਾਂ ਦੇ ਮੁਤਾਬਕ ਚੱਲ ਰਿਹਾ। ਹੁਣ ਤੁਸੀਂ ਉਹਨੂੰ ਰੱਬ ਬਣਾ ਕੇ ਬਹਿ ਜਾਣਾ, ਫਿਰ ਮੈਨੂੰ ਤਾਂ ਬੋਲਣਾ ਪੈਂਦਾ। ਮੈਂ ਗੁਰੂ ਸਾਹਿਬ ਕਹਿ ਰਹੇ ਨੂੰ, ਵਾਹਿਗੁਰੂ ਸਭ ਤੇਰੀ ਰਚਨਾ। ਤੁਸੀਂ ਇੱਕ ਪੰਕਤੀ ਨੂੰ ਕਦੋਂ ਦੇ ਲਈ ਬੈਠੇ ਹੋ? ਇਹ ਸਾਰਾ ਸ਼ਬਦ ਤੁਸੀਂ ਕਿਤੇ ਵੀ ਹੁਣ ਤੱਕ ਜਿੰਨੇ ਪੰਕਤੀਆਂ ਬੋਲੀਆਂ ਨੇ, ਇੱਕ ਅੱਧੀ ਪੰਕਤੀ ਬੋਲਦੇ ਨੇ, ਸਾਰਾ ਸ਼ਬਦ ਪੜੋਗੇ ਉਹਦੇ ਵਿੱਚੋਂ ਰਿਜ਼ਲਟ ਨਿਕਲਿਆ ਹੋਊਗਾ। ਰਿਜ਼ਲਟ ਕੀ ਰਿਜ਼ਲਟ ਨਿਕਲਿਆ ਕਿ ਉਹ ਰੱਬ, ਇਹ ਗੱਲ ਗੁਰੂ ਸਾਹਿਬ ਨੇ ਨਹੀਂ ਕਹੀ ਕਿ ਰੂਪ ਨਾ ਰੇਖ ਨਾ। ਉੱਥੇ ਨਾ ਜਿਹੜਾ 10 ਸਵਈਏ ਨੇ ਗੁਰੂ ਨਾਨਕ ਸਾਹਿਬ ਦੀ ਪ੍ਰਸ਼ੰਸਾ ਦੇ ਵਿੱਚ ਉਚਾਰਨ ਕੀਤੇ ਹੋਏ ਭੱਟਾਂ ਨੇ, ਉਹਦੇ ਵਿੱਚੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿ ਰਹੇ ਨੇ ਕਿ ਤੂੰ ਸਾਡਾ ਰੱਬ ਹੈ, ਤੂੰ ਸਾਡਾ ਗੁਰੂ ਹੈ ਤੇ ਤੂੰ ਵਾਹਿਗੁਰੂ ਹੈ ਸਾਡਾ। ਵਾਹ ਗੁਰੂ, ਵਾਹ ਗੁਰੂ, ਇਸ ਤਰ੍ਹਾਂ ਬਾਰ-ਬਾਰ ਕਹਿ ਰਹੇ ਨੇ। ਅੱਛਾ, ਜਲੇ ਕਿਹਾ ਕਿ ਮਾਧੋ ਤੁਮ ਹੈ, ਹਮ ਐਸੇ ਤੂੰ ਐਸਾ। ਉਹ ਕਿਹਨੂੰ ਕਹਿ ਰਹੇ ਨੇ? ਮਾਧੋ ਕੌਣ ਹੈ? ਹਮ ਤੇ ਤੁਮ, ਹਮ ਤੁਮ ਕੌਣ ਹੈ? ਤੁਮ ਕੌਣ ਹੈ? ਪੁਜਾਰੀ ਨੇ ਸਾਨੂੰ ਨਾ ਆਪਣੇ ਚਰਨਾਂ 'ਚ ਲੰਮੇ ਪਾਇਆ ਹੋਇਆ ਸੀ, ਪੁਜਾਰੀ ਤੋਂ ਖਹਿੜਾ ਚਲਾਉਣ ਵਾਸਤੇ ਇਹ ਸਾਰਾ ਕੁਝ ਸਾਡੇ ਸਾਹਮਣੇ ਹੌਲੀ ਹੌਲੀ ਦਲੀਲਾਂ ਦੇ ਕੇ ਰੱਖਿਆ ਹੋਇਆ। ਤੇ ਗੁਰੂ ਸਾਹਿਬ ਨੇ ਤੁਮ ਐਡਰੈਸ ਕੀਤਾ ਨਾ ਕਿਸੇ ਨੂੰ, ਰੱਬ ਨੂੰ ਐਡਰੈਸ ਕੀਤਾ ਨਾ, ਉਹਨੂੰ ਸੰਬੋਧਨ। ਗੱਲ ਉਹੀ ਹੈ, ਆਪਾਂ ਇਸ ਰੱਬ ਚੋਂ, ਜਾਂ ਤਾਂ ਜੇ ਤੁਹਾਡੇ ਕੋਲੇ ਰੱਬ ਹੈ ਕੋਈ, ਤੁਸੀਂ ਉਹਨੂੰ ਜਾਣਦੇ ਹੋ, ਤੁਸੀਂ ਉਹਦੇ ਬਾਰੇ ਉਹਨੂੰ ਖੁਸ਼ ਕਰ ਸਕਦੇ ਹੋ, ਤਾਂ ਸਾਡੇ ਸਮਾਜ ਵਾਸਤੇ ਕੁਝ ਕਰਕੇ ਵਿਖਾਓ। ਰੱਬ ਤੋਂ ਚੀਜ਼ਾਂ ਲੈ ਦਿਓ, ਤੁਸੀਂ ਸਮਾਜ ਦਾ, ਸਾਡੇ ਦਾ, ਸਿੱਖਾਂ ਦਾ ਭਲਾ ਕਰਕੇ ਵਿਖਾਓ। ਇਹ ਗੱਲ ਮੈਂ ਤੁਹਾਨੂੰ ਕਹਿੰਦਾ, ਜੇ ਤੁਹਾਡੀ ਗੱਲਾਂ ਦੇ ਵਿੱਚ ਸੱਚਾਈ ਹੈ ਤੇ ਤੁਸੀਂ ਗੁਰਬਾਣੀ 'ਚ ਕੋਈ ਪੰਕਤੀ ਐਸੀ ਕੱਢ ਕੇ ਦਿਖਾਓ ਜਿੱਥੇ ਗੁਰੂ ਸਾਹਿਬ ਨੇ ਸਾਫ਼ ਲਿਖਿਆ ਕਿ ਰੱਬ ਇੱਕ ਫਰਾਡ ਹੈ, ਰੱਬ ਬਿਲਕੁਲ ਨਹੀਂ ਹੈ। ਮੈਂ ਤਾਂ ਇਹ ਕਹਾਂਗਾ, ਜੇ ਰੱਬ ਸੱਚੀ ਮੁੱਚੀ ਜਿਹੋ ਜਿਹਾ ਸਾਡੇ ਪ੍ਰਚਾਰਕਾਂ ਨੇ ਸਟੇਜਾਂ ਤੇ ਪ੍ਰਚਾਰਿਆ, ਤਾਂ ਸਾਡੇ ਤੇ, ਸਿੱਖਾਂ ਤੇ ਜਾਂ ਹੋਰ ਇਨਸਾਨਾਂ ਤੇ ਏਡੇ ਜ਼ੁਲਮ ਕਦੀ ਨਾ ਹੁੰਦੇ ਜਿਹੜੇ ਕਿ 30-30 ਹਜ਼ਾਰ ਬੰਦੇ ਇੱਕੋ ਦਿਨ 'ਚ ਆਖੇ ਜਾਂਦੇ ਰੱਬ ਦੇ ਸਾਹਮਣੇ ਕਤਲ ਹੋ ਗਏ। ਕਿਤੇ ਜਿਹੜੇ ਬੰਦ ਕੱਟੇ ਗਏ, ਕਿਤੇ ਖੋਪਰੀਆਂ ਉਤਰ ਗਈਆਂ, ਕਿਤੇ ਚਰਖੜੀਆਂ ਤੇ ਚੜ ਗਏ। ਉਹ ਰੱਬ ਕਿੱਥੇ ਸੁੱਤਾ ਪਿਆ ਸੀ ਜਿਹੜਾ ਇਹੋ ਜਿਹਾ ਸੀ ਜਿਹਨੂੰ ਸਾਡੇ ਸਟੇਜਾਂ ਦੇ ਉੱਤੇ ਬੋਲਿਆ ਜਾ ਰਿਹਾ? ਅਸੀਂ ਕਹਿੰਦੇ ਆ ਹੁਕਮ ਰਜਾਈ ਚੱਲਣਾ। ਅਸੀਂ ਕਿਹੜੇ ਹੁਕਮ? ਮਰਨਾ ਹੁਕਮ ਰਜਾਈ। ਅਸੀਂ ਨਾ ਮਾਰ ਰਹੀ ਹੈ ਸਰਕਾਰ ਤੇ ਅਸੀਂ ਕਹਿ ਦਈਏ ਰੱਬ ਨੇ ਮਾਰਿਆ ਜੀ। ਮਾਰ ਰਹੀ ਸਰਕਾਰ ਹੈ ਤੇ ਸਰਕਾਰ ਕੁਦਰਤ ਦੇ ਵਿੱਚ ਕੰਮ ਕਰ ਰਹੀ ਹੈ ਕਿ ਕੁਦਰਤ ਦੇ ਬਾਹਰੋਂ ਮੰਗਲ ਗ੍ਰਹਿ ਤੋਂ ਆਈ ਹੈ, ਕਿਧਰ ਹੋਰ ਤੋਂ ਆਈ ਹੈ। ਇਹਨਾਂ ਕੁਦਰਤ ਦੇ ਨਿਯਮਾਂ ਨੂੰ ਬਦਲਣ ਵਾਸਤੇ ਗੁਰੂ ਸਾਹਿਬ ਨੇ ਆਵਾਜ਼ ਉਠਾਈ ਹੈ ਲਗਾਤਾਰ ਕਿ ਇਹ ਜਿਹੜੇ ਤੁਸੀਂ ਨਿਯਮ ਕਹਿੰਦੇ ਹੋ ਕੁਦਰਤ ਦੇ ਨੇ, ਇਹ ਜ਼ਾਲਮਾਂ ਦੇ ਹੁਕਮ ਦਿੱਤੇ ਹੋਏ ਨੇ, ਨਾ ਕਿ ਰੱਬ ਨੇ ਨਹੀਂ ਭੇਜਿਆ ਕਿ ਕੋਈ ਕਾਤਲ। ਤੇ ਤੁਸੀਂ ਆਪਣੀ ਬੁਰਾਈ ਦੇ ਕਾਰਨ, ਆਪਣੇ ਹਉਮੈ ਦੇ ਕਾਰਨ, ਆਪਣੇ ਰਾਜ ਦੇ ਕਾਰਨ ਲੋਕਾਂ ਨੂੰ ਕਤਲ ਕਰ ਰਹੇ ਹੋ। ਸਾਹਿਬ ਤਾਂ ਹੀ ਮੈਂ ਤੁਹਾਨੂੰ ਇਹ ਸਵਾਲ ਪਹਿਲਾਂ ਹੀ ਪੁੱਛ ਲਿਆ ਸੀ ਵਿਚਕਾਰ ਜਾ ਕੇ ਕਿ ਲਾਅ ਆਫ ਨੇਚਰ ਔਰ ਨੈਚੁਰਲ ਲਾਅ 'ਚ ਕੀ ਫਰਕ ਹੁੰਦਾ, ਤੇ ਤੁਹਾਨੂੰ ਉਹਦੀ ਸਮਝ ਨਹੀਂ ਆਈ ਜੀ। ਮੈਨੂੰ ਤਾਂ ਅੰਗਰੇਜ਼ੀ ਨਹੀਂ ਆਉਂਦੀ। ਨਹੀਂ ਆਈ ਨਾ ਉਹਦੀ ਸਮਝ। ਹੁਣ ਜਿਹਨੂੰ ਅੰਗਰੇਜ਼ੀ ਆਉਂਦੀ ਹੈ ਤੇ ਤੁਸੀਂ ਆਪ ਹੀ ਤੇ ਕਹਿੰਦੇ ਹੋ ਲੋਕਾਂ ਨੂੰ ਅੰਗਰੇਜ਼ੀ ਪੜ੍ਹੋ, ਅੰਗਰੇਜ਼ੀ ਸਮਝੋ, ਨਵੀਂ ਵਿੱਦਿਆ ਗਿਆਨ ਕਰੋ। ਹੁਣ ਮੈਨੂੰ ਅੰਗਰੇਜ਼ੀ ਦੇ ਲਫ਼ਜ਼ ਦੋ ਆ ਗਏ ਤੇ ਮੇਰਾ ਕਸੂਰ ਤੇ ਨਹੀਂ ਹੈ ਨਾ ਇਹਦੇ 'ਚ। ਆਗੇ ਠੀਕ ਹੈ, ਤੁਹਾਡੇ ਵਰਗੇ ਬਜ਼ੁਰਗ ਦੇ ਕਹਿਣ ਤੇ ਚੱਲਿਆ ਨਾ, ਤੇ ਪੜ੍ਹਿਆ ਲਿਖਿਆ ਵਾ। ਨਹੀਂ ਚਲੋ, ਇਹ ਤਾਂ ਗੱਲ ਅੱਗੇ ਕੋਈ ਹੀ ਜੀ ਬਹਿਸ ਵਾਲੀ ਨਹੀਂ ਹੈ। ਚਲੋ ਵਾਲੀ ਗੱਲ ਨਹੀਂ ਹੈ ਕੋਈ।
ਤੇ ਮੈਂ ਉਹੀ ਗੱਲ ਕਹਿ ਰਿਹਾ ਕਿ ਜੇ ਜਾਂ ਤੇ ਤੁਸੀਂ ਇਹ ਸਿੱਧ ਕਰਦੇ ਹੋ ਬਈ ਕੁਦਰਤ ਦੇ ਨਿਯਮਾਂ ਦੇ ਵਿੱਚ ਕੁਝ ਐਸਾ ਹੈ ਜਿਹੜਾ ਕੁਦਰਤ ਦੇ ਬਾਹਰੋਂ ਆਇਆ, ਕੁਦਰਤੀ ਨਹੀਂ ਹੈ, ਤੇ ਫਿਰ ਤੇ ਗੱਲ ਤੁਹਾਡੀ ਦੇ ਵਿੱਚ ਕੋਈ ਗੱਲ ਬਣਦੀ ਹੈ, ਫਿਰ ਅੱਗੇ ਵਿਚਾਰ ਚੱਲਦੀ ਹੈ। ਜੇ ਤੁਸੀਂ ਖੁਦ ਹੀ ਕਹਿ ਦਿੰਦੇ ਹੋ ਵੀ ਸਾਰੀ ਕੁਦਰਤੀ ਹੈ, ਸਭ ਕੁਝ ਕੁਦਰਤੀ ਹੈ, ਤੇ ਫਿਰ ਸਭ ਕੁਝ ਕੁਦਰਤੀ ਹੈ, ਇਹਦੇ ਵਿੱਚ ਹੋਣ ਵਾਲਾ ਵਰਤਾਰਾ ਵੀ ਸਾਰਾ ਕੁਦਰਤੀ ਹੈ, ਇਹ ਹੋਣਾ ਹੀ ਹੈ। ਹਾਂ ਕੱਟਿਆ ਗਿਆ ਸੀ ਵੀਰ ਜੀ ਫੋਨ। ਸਾਰਾ ਕੁਝ ਕੁਦਰਤ ਦੇ ਅੰਦਰ ਹੈ, ਇਸ ਕੁਦਰਤ ਦੇ ਵਿੱਚ ਕੁਦਰਤ ਤੋਂ ਬਾਹਰ ਕੁਝ ਵੀ ਨਹੀਂ ਹੈ। ਤੇ ਉਸ ਵੇਲੇ ਸਾਨੂੰ ਮੰਨਣਾ ਪਏਗਾ ਕਿ ਇਸ ਕੁਦਰਤ ਦੇ ਵਿੱਚ ਵਾਪਰਨ ਵਾਲੀ ਹਰ ਘਟਨਾ ਜਿਹੜੀ ਹੈ ਉਹ ਕੁਦਰਤੀ ਹੈ। ਅਸੀਂ ਉਹਨੂੰ ਕੁਦਰਤ ਦੇ ਦਾਇਰੇ ਚੋਂ ਬਾਹਰ ਨਹੀਂ ਕੱਢ ਸਕਦੇ। ਜੇ ਬਾਹਰ ਕੱਢਾਂਗੇ ਤਾਂ ਗੈਰ ਕੁਦਰਤੀ ਹੋ ਜਾਏਗੀ। ਇਹਦਾ ਮਤਲਬ ਇਹ ਹੈ ਕਿ ਕੁਦਰਤ ਦੇ ਨਿਯਮਾਂ ਦੇ ਵਿੱਚ ਕੋਈ ਬਾਹਰ ਦਾ ਨਿਯਮ ਵੀ ਕੰਮ ਕਰ ਰਿਹਾ। ਕੁਦਰਤ ਦੇ ਨਿਯਮਾਂ ਚੋਂ ਚੀਜ਼ਾਂ ਲੈ ਕੇ ਬੰਦੇ ਨੇ ਐਟਮ ਬੰਬ ਤੱਕ ਬਣਾਏ ਨੇ, ਕਾਰਾਂ, ਮੋਟਰ ਗੱਡੀਆਂ, ਅਨੇਕਾਂ ਚੀਜ਼ਾਂ ਬੰਦੇ ਨੇ ਬਣਾਈਆਂ ਨੇ, ਮਕਾਨ ਤੱਕ, ਕੱਪੜਾ ਤੱਕ, ਚੀਜ਼ਾਂ ਸਾਰੀਆਂ ਇੱਥੇ ਸੀ ਵਰਤਣੀਆਂ, ਉਹ ਬੰਦੇ ਨੇ ਸਿੱਖ ਲਈਆਂ। ਇਹ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਉਹ ਚੀਜ਼ਾਂ ਕਿਵੇਂ ਵਰਤਣੀਆਂ ਨੇ, ਕਿਵੇਂ ਬਣਾਉਣੀਆਂ ਨੇ, ਕੁਦਰਤ ਦੇ ਵਿੱਚੋਂ ਹੀ ਬੰਦੇ ਨੇ ਸਾਰਾ ਕੁਝ ਲਿਆ ਤੇ ਕੁਦਰਤ ਦੇ ਵਿੱਚੋਂ ਹੀ ਆਪਣੀਆਂ ਸਹੂਲਤਾਂ ਪੈਦਾ ਕੀਤੀਆਂ ਨੇ। ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ। ਹੁਣ ਅਸੀਂ ਇਹਨਾਂ ਚੀਜ਼ਾਂ ਤੋਂ, ਮਸ਼ੀਨੀ ਚੀਜ਼ਾਂ ਤੋਂ ਹਟ ਕੇ ਜਾਂ ਦਵਾਈਆਂ ਦੀ ਚੀਜ਼ਾਂ ਤੋਂ ਹਟ ਕੇ ਜਾਂ ਸਾਇੰਸ ਦੀ ਚੀਜ਼ਾਂ ਤੋਂ ਹਟ ਕੇ ਹੁਣ ਅਸੀਂ ਸਮਾਜਿਕ ਚੀਜ਼ਾਂ ਤੇ ਆ ਜਾਈਏ। ਇਸ ਧਰਤੀ ਤੇ ਜੋ ਸਮਾਜਿਕ ਵਰਤਾਰੇ ਵਾਪਰ ਰਹੇ ਨੇ, ਕਿਆ ਉਹ ਕੁਦਰਤ ਦੇ ਬਾਹਰੋਂ ਆਏ ਨੇ ਕਿਤੋਂ ਜਾਂ ਕੁਦਰਤ ਦੇ ਵਿੱਚ ਹੀ ਪੈਦਾ ਹੋਏ ਨੇ? ਜਿਹੜੇ ਤਾਂ ਵੱਡੇ ਵਰਤਾਰੇ ਨੇ, ਹੜ੍ਹ, ਤੂਫਾਨ, ਭੁਚਾਲ, ਸਮਾਜਿਕ ਵਰਤਾਰੇ ਦੀ ਗੱਲ ਕਰ ਰਹੇ ਹਾਂ। ਹਾਂਜੀ, ਮੈਂ ਸਮਾਜਿਕ ਵਰਤਾਰਿਆਂ ਬਾਰੇ ਸਵਾਲ ਕੀਤਾ। ਹਾਂ, ਸਮਾਜਿਕ ਵਰਤਾਰੇ ਨੇ ਆਪੋ ਆਪਣੀਆਂ ਲਾਲਸਾਵਾਂ ਦੇ ਕਾਰਨ ਕਿਹੜੇ ਦੇਸ਼ ਨੂੰ ਕਿਵੇਂ ਕਬਜ਼ੇ 'ਚ ਲੈਣਾ, ਜਿਹੜੇ ਉਹ ਉਧਰੋਂ ਸਾਡੇ ਨਾਲੋਂ ਕਿਤੇ ਅੱਗੇ ਪੱਛਮੀ ਮੁਲਕ ਅੱਗੇ ਲੰਘ ਗਏ, ਦੁਨੀਆ ਤੇ ਉਹਨਾਂ ਨੇ ਕਬਜ਼ਾ ਕਰ ਲਿਆ। ਉਹਨਾਂ ਨੇ ਇਸ ਧਰਤੀ ਦੇ ਨਿਯਮਾਂ ਨੂੰ, ਕੁਦਰਤ ਨੂੰ ਸਮਝ ਕੇ ਕਿ ਇਹ ਬੰਦੇ ਕਮਜ਼ੋਰ ਨੇ, ਇਹਨਾਂ ਤੇ ਅਸੀਂ ਹਥਿਆਰਬੰਦ ਹੋ ਕੇ, ਅਕਲਮੰਦ ਹੋ ਕੇ ਜਿੱਤ ਹਾਸਲ ਕਰ ਸਕਦੇ ਹਾਂ। ਇਹਨਾਂ ਦਾ ਧਨ ਦੌਲਤ, ਜੋ ਚੀਜ਼ਾਂ ਸਾਡੇ ਕੰਮ ਆਉਣ ਵਾਲੀਆਂ ਨੇ, ਉਹ ਅਸੀਂ ਇਹਨਾਂ ਤੋਂ ਖੋਹ ਸਕਦੇ ਹਾਂ। ਉਹਨਾਂ ਨੇ ਇਹਨਾਂ ਨਿਯਮਾਂ ਨੂੰ ਸਮਝ ਲਿਆ ਤੇ ਇੱਕ ਦੂਜੇ ਦੇ ਅੱਗੇ ਮਾਰੋ ਮਾਰ ਹੋ ਗਈ। ਜਿਹੜੀ ਇਹ ਖੋਣ ਦੀ ਤਲਬ ਹੈ, ਚੀਜ਼ਾਂ ਨੂੰ ਖੋਣ ਦੀ ਤਲਬ ਹੈ ਜਾਂ ਬਲਾਤਕਾਰ ਕਰਨ ਦੀ ਤਲਬ ਹੈ, ਇਹ ਕੁਦਰਤ ਦੇ ਵਿੱਚ ਬਾਹਰੋਂ ਆਈ ਹੈ? ਕਿਤੋਂ ਨਹੀਂ ਬਾਹਰੋਂ ਆਉਂਦੀ। ਇੱਥੇ ਸਾਡੇ ਦਿਮਾਗ ਦੀ ਕੰਮ ਕਰ ਰਹੀ ਹੈ ਜਿਹੜੀ ਗੱਲ। ਦਿਮਾਗ ਕੁਦਰਤ ਦੀ ਚੀਜ਼ ਹੈ ਨਾ, ਵਿਕਸਿਤ ਹੈ ਜਿਹੜਾ ਦਿਮਾਗ ਆ, ਇਹ ਹਾਲਾਤ ਅਨੁਸਾਰ, ਸਮਾਜ ਅਨੁਸਾਰ, ਦੇਸ਼ ਦੀ ਵਿੱਦਿਆ ਦੇ ਅਨੁਸਾਰ ਦਿਮਾਗ ਵਿਕਸਿਤ ਹੁੰਦਾ ਹੈ ਤੇ ਕਾਨੂੰਨ ਉਹਨੂੰ ਕੰਟਰੋਲ ਕਰਨ ਵਾਸਤੇ ਹੁੰਦਾ ਹੈ, ਪੁਲਿਸ ਕੰਟਰੋਲ ਕਰਨ ਵਾਸਤੇ ਹੁੰਦੀ ਹੈ। ਤਾਂ ਹੀ ਮੈਂ ਪਹਿਲਾਂ ਵੀ ਕਿਹਾ ਸੀ ਕਿ ਬਹੁਤ ਸਾਰੇ ਦੇਸ਼ਾਂ ਨੇ ਇਹਨਾਂ ਬੁਰਾਈਆਂ ਤੇ ਕੰਟਰੋਲ ਕਰ ਲਿਆ ਹੋਇਆ। ਮੈਂ ਵੀਰ ਜੀ ਇੱਕ ਗਸਾ ਵੀ ਪੁੱਛ ਰਿਹਾ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੇ ਜਿਨ੍ਹਾਂ ਦੇ ਕਾਰਨ ਆਦਮੀ ਨੇ ਇਹ ਇਜਾਦ ਕੀਤੀਆਂ ਚੀਜ਼ਾਂ ਦੂਜੇ ਮੁਲਕਾਂ ਤੇ ਤੁਸੀਂ ਕਿਆ ਕਬਜ਼ਾ ਕਰ ਰਹੇ ਨੇ, ਵਿਕਸਿਤ ਕਰਕੇ ਇਹ ਕਰ ਰਹੇ ਨੇ, ਉਹ ਕਰ ਰਹੇ ਨੇ, ਜਿਹੜੀ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਹੈ, ਇਹ ਕਿਆ ਕੁਦਰਤ ਦਾ ਨਿਯਮ ਨਹੀਂ ਹੈ? ਜਿਹੜਾ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਹੈ, ਇਹ ਤਾਂ ਪਸ਼ੂਆਂ ਦੇ ਵਿੱਚ ਵੀ ਹੈ। ਕੁਦਰਤ ਦਾ ਨਿਯਮ ਹੈ, ਦਿਮਾਗ ਦੇ ਮੁਤਾਬਕ ਉਹਨੇ ਸੋਚਣਾ ਹੈ, ਕੰਮ ਕਰਨਾ ਹੈ। ਜਿਹੜੀ ਉਹਦੀ ਨਾ ਅਚੇਤ ਮਨ ਦੇ ਵਿੱਚ ਉਹਨੇ ਬੱਚੇ ਪੈਦਾ ਕਰਨ ਦੀ ਲਾਲਸਾ ਹੈ ਕਿ ਮੇਰੀ ਨਸਲ ਅੱਗੇ ਚੱਲੇ, ਭਰਨ ਦੀ ਅੰਦਰ ਲਾਲਸਾ ਹੈ, ਮੈਂ ਸਾਰਿਆਂ ਤੇ ਕਾਬਜ ਹੋਵਾਂ, ਇਹ ਉਹਦੇ ਅੰਦਰ, ਦਿਮਾਗ ਦੇ ਅੰਦਰ ਜਿੰਨੀ ਲਾਲਸਾ ਹੈ, ਕੁਦਰਤ ਨੇ ਐਸੀ ਲਾਨਤ ਕਿਉਂ ਸਾਡੇ ਗੱਲ ਪਾਈ ਹੈ ਇਨਸਾਨ ਦੇ? ਜੇ ਰੱਬ ਬਹੁਤ ਚੰਗਾ ਹੈ, ਰੱਬ ਕਿਹਾ ਜਾਂਦਾ ਹੈ ਕਿ ਰੱਬ ਬਹੁਤ ਨੇਕ ਹੈ, ਤੇ ਇਹ ਉਹਨੇ ਪਾਇਆ ਸਾਡੇ ਦਿਮਾਗ ਦੇ ਵਿੱਚ। ਮੈਂ ਪਹਿਲਾਂ ਰੱਬ ਨੂੰ ਤੇ ਤੁਸੀਂ ਪਰੇ ਕਰਦੇ ਹੋ, ਆਪਾਂ ਕੁਦਰਤ ਦੀ ਗੱਲ ਕਰ ਰਹੇ ਹਾਂ। ਮੈਂ ਇਹੀ ਗੱਲ ਤੁਹਾਨੂੰ ਕਹਿ ਰਿਹਾ ਵੀ ਜਿਹੜਾ ਰੱਬ ਪੇਸ਼ ਕੀਤਾ ਗਿਆ ਉਹਨੂੰ ਤਾਂ ਇਹੀ ਕਹਿੰਦੇ ਨੇ ਕਿ ਉਹ ਇਹੋ ਜਿਹਾ, ਪਰ ਉਹਨੇ ਇਹੋ ਜਿਹੀਆਂ ਲਾਹਣਤਾਂ ਕਿਉਂ ਪੈਦਾ ਕੀਤੀਆਂ ਨੇ? ਰਹੀ ਗੱਲ ਕਿ ਹਾਲਾਤ ਦੇ ਅਨੁਸਾਰ, ਆਲੇ ਦੁਆਲੇ ਦੇ ਅਨੁਸਾਰ ਪਹਿਲਾਂ ਵੀ ਆਪਣੀ ਹੋਈ ਹੈ ਇਹ ਗੱਲ, ਤੇ ਬੰਦੇ ਦਾ ਮਾਨਸਿਕ ਵਿਕਾਸ ਹੀ ਉਹੋ ਜਿਹਾ ਹੁੰਦਾ ਜਿਹੋ ਜਿਹਾ ਆਲਾ ਦੁਆ। ਮਾਨਸਿਕ ਵਿਕਾਸ ਕੱਗਾ ਸਾਹਿਬ ਕੁਦਰਤ ਦੇ ਵਿੱਚ ਹੀ ਹੋਇਆ ਨਾ, ਕੁਦਰਤ ਦੇ ਬਾਹਰੋਂ ਨਹੀਂ ਹੋਇਆ। ਪਰ ਉੱਥੇ ਜਿਹੜੀ ਵਿੱਦਿਆ ਹੈ, ਜਿਹੜਾ ਕਾਨੂੰਨ ਹੈ, ਜਿਹੜੇ ਰੁਜ਼ਗਾਰ ਦੇ ਸਾਧਨ ਨੇ, ਉਹਨਾਂ ਦੇ ਨਾਲ ਜਿਹੜਾ ਮਾਨਸਿਕ ਵਿਕਾਸ ਹੁੰਦਾ ਹੈ। ਪੱਛਮੀ ਮੁਲਕਾਂ ਦੇ ਬੱਚਿਆਂ ਦਾ ਵਿਕਾਸ ਹੋਰ ਤਰ੍ਹਾਂ ਹੋ ਰਿਹਾ, ਸਾਡਾ ਹੋਰ ਤਰ੍ਹਾਂ, ਅਫਰੀਕਾ ਦਾ ਹੋਰ ਤਰ੍ਹਾਂ, ਜਿਹੜੇ ਮੁਸਲਮਾਨੀ ਦੇਸ਼ ਨੇ ਉਹਨਾਂ ਦੀ ਹੋਰ ਤਰ੍ਹਾਂ ਵਿਕਾਸ ਹੋ ਰਿਹਾ। ਕੱਗਾ ਸਾਹਿਬ, ਮੈਂ ਜਿਸਲੇ ਇਹ ਗੱਲ ਕੀਤੀ ਹੈ ਕਿ ਇਹ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਤੁਸੀਂ ਕਿਹਾ ਇਹ ਕੁਦਰਤ ਦੇ ਨਿਯਮ ਨੇ, ਤੇ ਜੇ ਕੁਦਰਤ ਦੇ ਨਿਯਮ ਨੇ, ਅਟਲ ਨਿਯਮ ਨੇ ਜਾਂ ਕੀ ਨੇ? ਇਹ ਬਹੁਤ, ਇਹਨਾਂ ਨੂੰ ਤਾਂ ਬਦਲਿਆ ਜਾ ਸਕਦਾ ਹੈ। ਫਿਰ ਬਦਲੋ ਕਿਉਂ ਨਹੀਂ ਰਹੇ? ਨਹੀਂ, ਉਹ ਸਰਕਾਰਾਂ ਨੇ ਬਦਲਣਾ ਹੁੰਦਾ। ਇੱਥੋਂ ਤੱਕ ਪਿਆਰੇ ਜੀਓ, ਅੱਜ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਕਿ ਬੱਚਾ 10 ਦੀ ਥਾਂ ਤੇ 1 ਜਾਂ 2 ਵੀ ਕੀਤੇ ਜਾ ਸਕਦੇ ਨੇ। ਇੱਕ ਦਾ ਬੱਚਾ ਉਹਦਾ ਅੰਡਾ ਲੈ ਕੇ ਦੂਜੇ ਦੇ ਪੇਟ 'ਚ ਵੀ ਰੱਖਿਆ ਜਾ ਸਕਦਾ ਹੈ। ਬਹੁਤ ਕੁਛ ਅੰਗ ਬਦਲੇ ਜਾ ਸਕਦੇ ਨੇ। ਨਹੀਂ, ਸਰਕਾਰ ਕੀ ਕਹੇਗੀ ਕਿ ਬੰਦੇ ਜਾਂ ਔਰਤ ਵਿੱਚ ਕਾਮ ਨਹੀਂ ਹੋਣਾ ਚਾਹੀਦਾ? ਹੁਣ ਸਰਕਾਰ ਰੋਕੇਗੀ ਇਹਨੂੰ। ਸਰਕਾਰ ਨੇ ਇਉਂ ਕੰਟਰੋਲ ਕਰਨਾ ਹੈ ਕਿ ਕੋਈ ਧੱਕੇਸ਼ਾਹੀ ਕਿਸੇ ਨਾਲ ਨਾ ਕਰੇ।
ਇਹ ਹੁੰਦਾ ਸਰਕਾਰ ਦਾ ਕੰਮ। ਇਹ ਕੰਮ ਤੇ ਨਹੀਂ ਨਾ ਹੈ ਕਿ ਉਹ ਕਾਮ ਤੇ ਕ੍ਰੋਧ ਜਿਹੜੇ ਬੰਦੇ ਚੋਂ ਬਾਹਰ ਕੱਢ ਦੇਗੀ। ਬਾਹਰ ਨਹੀਂ ਕੱਢਦੀ, ਉਹ ਨਹੀਂ ਕੱਢ ਸਕਦੀ ਨਾ। ਸਾਡੇ ਅੰਦਰੋਂ ਜਿਹੜੀ ਕਾਮ ਦੀ ਪ੍ਰਵਿਰਤੀ ਹੈ, ਜੇ ਮਨੁੱਖ ਦੇ ਅੰਦਰੋਂ ਖਤਮ ਹੋ ਜੇ, ਉਹ ਜ਼ਿੰਦਗੀ ਜਿਉਣ ਦਾ ਉਹਦਾ ਜੀ ਨਹੀਂ ਕਰਦਾ। ਫਿਰ ਮੈਂ ਉਹੀ ਤੇ ਗੱਲ ਕਹਿ ਰਿਹਾ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਕੁਦਰਤ ਦੇ ਨਿਯਮ ਨਾ। ਗੱਲ ਤਾਂ ਉਹੀ ਹੈ, ਇਹਨਾਂ ਨੂੰ ਕੰਟਰੋਲ ਦੇ ਵਿੱਚ ਰੱਖਣਾ ਹੈ। ਹੱਥ ਸਾਡੇ ਪਰਉਪਕਾਰ ਵੀ ਕਰਦੇ ਨੇ, ਪਰ ਇਹ ਹੱਥ ਕਿਸੇ ਦਾ, ਹੁਣ ਸੁਣ ਲਓ ਮਰਜੀ ਗੱਲ, ਹੱਥ ਸਾਡੇ ਪਰਉਪਕਾਰ ਵੀ ਬੇਅੰਤ ਕਰ ਸਕਦੇ ਨੇ ਤੇ ਕਿਸੇ ਦਾ ਗਲਾ ਵੀ ਕੱਟ ਸਕਦੇ ਨੇ, ਡਾਕਾ ਚੋਰੀ ਵੀ ਕਰ ਸਕਦੇ ਨੇ। ਇਹ ਅਸੀਂ ਸੋਚਣਾ ਹੈ ਕਿ ਅਸੀਂ ਇਹ ਹੱਥਾਂ ਤੋਂ ਕੰਮ ਕਿਵੇਂ ਲੈਣਾ ਹੈ। ਇਸੇ ਤਰ੍ਹਾਂ ਹੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਬਾਰੇ ਸੋਚਣਾ ਹੈ ਕਿ ਇਹਨਾਂ ਤੋਂ ਕੰਮ ਕਿਵੇਂ ਲੈਣਾ। ਬਿਲਕੁਲ ਬਿਲਕੁਲ ਤੁਸੀਂ ਦਰੁਸਤ ਫਰਮਾ ਰਹੇ ਹੋ, ਲੇਕਿਨ ਮੈਂ ਇਹ ਕਹਿ ਰਿਹਾ ਇਹ ਸਾਰਾ ਵਰਤਾਰਾ ਜਿਹੜਾ, ਇਹ ਸਾਰੀ ਖੇਡ ਜਿਹੜੀ ਹੈ, ਇਹ ਕੁਦਰਤ ਦੇ ਵਿੱਚ ਹੀ ਹੋ ਰਹੀ ਹੈ ਨਾ, ਕੁਦਰਤ ਦੇ ਬਾਹਰ ਤੇ ਨਹੀਂ ਨਾ ਹੋ ਰਹੀ। ਇਹਨੂੰ ਜਿਹੜੇ ਆ ਬੰਦੇ ਨਾਲ ਸੰਬੰਧਿਤ ਕੁਦਰਤ ਦੇ ਨਿਯਮ ਨੇ ਅੰਦਰ ਚੱਲ ਰਹੇ ਨੇ ਆਪਣੇ, ਇਹਨਾਂ ਨੂੰ ਤਬਦੀਲ ਕੀਤਾ ਜਾ ਸਕਦਾ, ਸਹੀ ਲੈਣ ਤੇ ਲਿਆਂਦਾ ਜਾ ਸਕਦਾ। ਫਿਰ ਤੁਸੀਂ ਮਜ਼ਾ ਨਹੀਂ ਕਿ ਕੁਦਰਤ ਦੇ ਉਲਟ ਚੱਲਣਾ ਸੀ। ਹੁਣ ਕੁਦਰਤ ਤਾਂ ਆਪ ਹੋਦਰਾ ਹੋ ਜਾਂਦਾ, ਬੰਦਾ ਨੂੰ ਪਤਾ ਨਹੀਂ ਹੈ ਤਾਂ ਨਤੀਜਾ ਕੀ ਨਿਕਲੂਗਾ। ਲੋਕਾਂ ਨੂੰ ਮੇਰੀ ਖੁਸ਼ੀ ਨਾਲ ਜੇ ਦੂਜੇ ਦਾ ਨੁਕਸਾਨ ਹੁੰਦਾ ਫਿਰ ਉਹ ਕੰਮ ਮੈਂ ਕਰਨ ਦਾ ਹੱਕਦਾਰ ਨਹੀਂ ਹਾਂ। ਤੇ ਇੱਥੇ ਹੀ ਉਹ ਗੱਲ ਆ ਗਈ ਜਿਹੜੀ ਤੁਹਾਨੂੰ ਸਮਝ ਨਹੀਂ ਸੀ ਆ ਰਹੀ। ਮੈਂ ਬਾਰ-ਬਾਰ ਪੁੱਛ ਰਿਹਾ ਸੀ ਤੁਹਾਨੂੰ ਕਿ ਲਾਅ ਆਫ ਨੇਚਰ ਤੇ ਨੈਚੁਰਲ ਲਾਅ ਦੇ ਵਿੱਚ ਕੀ ਫਰਕ ਹੈ। ਹੁਣ ਜਦ ਤੱਕ ਤੁਹਾਨੂੰ ਇਸ ਗੱਲ ਦਾ ਪਤਾ ਨਹੀਂ ਚੱਲੇਗਾ, ਤੁਸੀਂ ਇਸ ਗੱਲ ਨੂੰ, ਇਸ ਡਿਸਕਸ਼ਨ ਨੂੰ ਸਮਝ ਨਹੀਂ ਪਾਓਗੇ। ਅੱਛਾ, ਹਾਂਜੀ ਹਾਂਜੀ, ਅੱਗੇ ਠੀਕ ਹੈ ਨਾ। ਇਸ ਕਰਕੇ ਜਿਹੜਾ ਇਲਜ਼ਾਮ ਤੁਸੀਂ ਰੱਬ ਦੇ ਉੱਪਰ ਲਾ ਰਹੇ ਹੋ ਕਿ ਰੱਬ ਜਿਹੜਾ ਉਹ ਅਗਰ ਹੈ ਤੇ ਇੰਜ ਕਿਉਂ ਕਰਦਾ, ਉਂਝ ਕਿਉਂ ਕਰਦਾ, ਇੰਜ ਕਿਉਂ ਕਰਦਾ, ਠੀਕ ਹੈ ਜੀ। ਇਹੀ ਸਵਾਲ ਤੁਹਾਡੇ ਤੇ ਆ ਰਿਹਾ, ਜੇ ਕੁਦਰਤ ਤੁਹਾਡੇ ਸਾਹਮਣੇ ਖੜੀ ਹੈ ਤੇ ਕੁਦਰਤ ਇਹ ਸਭ ਕੁਝ ਕਿਉਂ ਕਰ ਰਹੀ ਹੈ। ਇਹ ਤੁਸੀਂ ਕਹਿੰਦਾ ਇਹ ਤਾਂ ਉਲਝੀ ਹੋਈ ਗੱਲ ਹੈ। ਹੁਣ ਇਹਦਾ ਇੰਨੀਆਂ ਤਾਂ ਗੱਲਾਂ ਇਹਦੇ ਬਾਰੇ ਆਪਾਂ ਕਰ ਚੁੱਕੇ ਹਾਂ, ਹੁਣ ਹੋਰ ਇਹਦੇ ਚੋਂ ਕੀ ਕੱਢਣਾ ਆਪਾਂ ਨੇ। ਹੁਣ ਨਹੀਂ ਬਸ ਮੈਂ ਹੋਰ ਤੇ ਮੈਂ ਵੀ ਕੋਈ ਨਹੀਂ ਕਰਨਾ ਚਾਹੁੰਦਾ, ਆਪਾਂ ਗੱਲਬਾਤ ਹੀ ਕਰਨੀ ਹੈ। ਕੋਈ ਉਹ ਤੇ ਕੋਈ ਹਾਰ ਜਿੱਤ ਵਾਲੀ ਤੇ ਕੋਈ ਉਹ ਹੈ ਨਹੀਂ ਹੈ ਵੀ ਅਸੀਂ ਜਾਂ ਤੁਸੀਂ ਮੈਨੂੰ ਨੀਆਂ ਵਿਖਾਣਾ ਜਾਂ ਮੈਂ ਤੁਹਾਨੂੰ ਨੀਆਂ ਵਿਖਾਣਾ, ਅਸੀਂ ਤੇ ਕੋਈ ਮੇਰੀ ਮੰਸ਼ਾ ਤੇ ਨਹੀਂ ਹੈ। ਅਸੀਂ ਠੀਕ ਹੈ ਨਾ, ਆਪਾਂ ਤੇ ਵਿਚਾਰ ਕਰ ਰਹੇ ਹਾਂ ਇੱਕ, ਠੀਕ ਹੈ ਸਿੱਧੀ। ਚਲੋ ਤੁਸੀਂ ਇਸ ਬਾਰੇ ਮੇਰੇ ਖਿਆਲ ਵਿਚਾਰ ਜ਼ਿਆਦਾ ਲੰਬੀ ਹੋ ਜਾਏਗੀ, ਸਰੋਤੇ ਸੁਣਦੇ ਵੀ ਫਿਰ ਬੋਰ ਹੋ ਜਾਂਦੇ ਨੇ। ਮੇਰੇ ਖਿਆਲ ਘੰਟਾ ਕੁ ਹੋ ਗਿਆ ਹੋਣਾ। ਹਾਂ, ਤੇ ਫਿਰ ਆਪਾਂ ਇਸ ਵਿਚਾਰ ਨੂੰ ਅੱਗੇ ਫਿਰ ਅਗਲੇ ਹਫਤੇ ਕੈਰੀ ਔਨ ਕਰਾਂਗੇ। ਨਹੀਂ, ਰੱਬ ਵਾਲੀ ਹੁਣ ਛੱਡ ਦਿਓ, ਇਹਦਾ ਰੱਬ ਛੱਡ ਦਿਆਂਗੇ, ਰੱਬ ਵਾਲੀ ਆਪਾਂ ਛੱਡ ਦਿਆਂਗੇ। ਹੋਰ ਆਪਾਂ ਵਿਚਾਰ ਕਰਾਂਗੇ ਇਸ ਬਾਰੇ ਵਿੱਚ, ਰਹਿਤ ਮਰਿਆਦਾ ਬਾਰੇ ਵਿਚਾਰ ਕਰ ਲਾਂਗੇ, ਕਿਸੇ ਹੋਰ ਵਿਸ਼ੇ ਬਾਰੇ ਵਿਚਾਰ ਕਰ ਲਾਂਗੇ। ਆਪਾਂ ਜੀ ਤੈਅ ਕਰ ਲਾਂਗੇ ਕਿਸ ਬਾਰੇ ਵਿਚਾਰ ਕਰੀਏ। ਠੀਕ ਹੈ, ਠੀਕ ਹੈ। ਕੱਗਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਓਕੇ ਜੀ, ਓਕੇ ਜੀ, ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।